गली असी चंगिया आचारी बुरिया आचारी बुरिया आचारी बुरिया मनुख शुद्धा कालिया मनुख शुद्धा कालिया बाहर चितविया मनुख शुद्धा कालिया चितविया गली असी चंगिया आचारी बुरिया आचारी बुरिया आचारी बुरिया रीस करे तिनाड़िया रीस करे तिनाड़िया जो सेवदार खड़िया रीस करे तिनाड़िया जो नाल खस में रत्तिया नाल खस में रत्तिया मान सुख रलिया नाल खस में रत्तिया सुख रलिया मान सुख रलिया गली असी चंगिया आचारी बुरिया आचारी असी चंगिया आचारी बुरिया आचारी बुरिया आचारी बुरिया होंद ताण निताणिया होंद ताण निताणिया रहनी मानणिया होंद ताण निताणिया रहनी मानणिया नानक जन्म सकार था नानक जन्म सकार था जे
तिनका संग मिला, तिनका संग मिला। गन्नी असी चंदिया आचारी गुड़िया, आचारी गुड़िया, आचारी गुड़िया। गन्नी असी चंदिया आचारी गुड़िया, आचारी गुड़िया, आचारी गुड़िया। छड़ दुनिया, छड़ दुनिया, छड़ दुनिया, छड़ दुनिया। अंदर जावना, छड़ दुनिया, छड़ दुनिया, छड़ दुनिया, छड़ दुनिया। अंदर जावना, अंदर जावना। कपड़ रूप सुहावना, कपड़ रूप सुहावना। छड़ दुनिया, छड़ दुनिया, छड़ दुनिया, छड़ दुनिया। अंदर जावना, अंदर जावना। कपड़ रूप सुहावना, कपड़ रूप सुहावना। छड़ दुनिया, छड़ दुनिया, छड़ छड़ दुनिया। अंदर जावना, अंदर जावना। मंदा चंदा आपना, मंदा आपे ही कीता पावना, आपे ही कीता पावना। हुक्म किए मन पावदे, हुक्म किए मन पावदे। रापीड़े अगे जावना, रापीड़े अगे जावना। छड़ दुनिया, छड़ दुनिया, छड़ दुनिया।
ਛੱਡ ਅੰਦਰ ਜਾਵਣਾ ਅੰਦਰ ਜਾਵਣਾ ਨੰਗਾ ਦੋਜ਼ਖ ਚਾਲਿਆ ਨੰਗਾ ਦੋਜ਼ਖ ਚਾਲਿਆ ਤਾਂ ਦਿਲ ਸੇ ਖਰਾ ਡਰਾਉਣਾ ਤਾਂ ਦਿਲ ਸੇ ਖਰਾ ਕਰੋ ਗੁਣ ਪਛੋਤਾਵਣਾ ਕਰੋ ਗੁਣ ਪਛੋਤਾਵਣਾ ਛੱਡ ਦੁਨੀਆ ਛੱਡ ਦੁਨੀਆ ਛੱਡ ਦੁਨੀਆ ਛੱਡ ਦੁਨੀਆ ਅੰਦਰ ਜਾਵਣਾ ਅੰਦਰ ਜਾਵਣਾ ਕਪੜ ਰੂਪ ਸੁਹਾਵਣਾ ਕਪੜ ਰੂਪ ਸੁਹਾਵਣਾ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਛੱਡ ਦੁਨੀਆ ਛੱਡ ਦੁਨੀਆ ਛੱਡ ਦੁਨੀਆ ਛੱਡ ਦੁਨੀਆ ਛੱਡ ਦੁਨੀਆ ਅੰਦਰ ਜਾਵਣਾ ਅੰਦਰ ਜਾਵਣਾ ਕਪੜ ਰੂਪ ਸੁਹਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਅਸਲਾਮ ਅਲੈਕਮ। ਸਾਡਾ ਜਿਹੜਾ ਪ੍ਰੋਗਰਾਮ ਜਿਸ ਤੋਂ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਦ ਲਿਵਿੰਗ ਟ੍ਰੈਜਰ, ਪੰਜਾਬੀ 'ਚ ਅਸੀਂ ਇਸ ਨੂੰ ਬੁਲਾਉਂਦੇ ਹਾਂ ਜੀਵਨ ਜਾਚ ਦਾ ਖਜ਼ਾਨਾ। ਇਹ ਸਭ ਦਾ ਸਾਂਝਾ ਹੁੰਦਾ ਹੈ। ਇਸ ਕਰਕੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜਿਸ ਵੀ ਕੰਟਰੀ ਜਾਂ ਜਿਸ ਵੀ ਸ਼ਹਿਰ ਵਿੱਚ ਜਾਈਏ, ਵਰਲਡ ਵਾਈਡ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਮਜ਼ਹਬਾਂ ਵਾਲੇ ਲੋਕ ਉੱਥੇ ਆਉਣ। ਜਿਹੜੇ ਰੱਬ ਨੂੰ ਮੰਨਦੇ ਹਨ ਉਹ ਵੀ, ਅਤੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਹਨ ਉਹ ਵੀ, ਭਾਵੇਂ ਉਹ ਤਰਕਸ਼ੀਲ ਹੋਵੇ ਅਤੇ ਭਾਵੇਂ ਕੋਈ ਏਥਿਸਟ ਕਮਿਊਨਿਸਟ ਹੋਵੇ, ਕਿਸੇ ਵੀ ਮਜ਼ਹਬ ਨੂੰ ਮੰਨਣ ਵਾਲਾ ਹੋਵੇ, ਕਿਸੇ ਵੀ ਏਜ ਗਰੁੱਪ ਦਾ ਹੋਵੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪ੍ਰੋਗਰਾਮ ਵਿੱਚ ਸਾਰੇ ਆਉਣ, ਕਿਉਂਕਿ ਗੁਰਬਾਣੀ ਦੇ ਰਾਹੀਂ ਸਾਡਾ ਸਾਰਾ ਸਮਾਜ, ਸਾਡੀ ਸਿਰਫ ਕੰਟਰੀ ਹੀ ਨਹੀਂ ਬਲਕਿ ਸਾਡਾ ਸਾਰੀ ਇਹ ਦੁਨੀਆ ਸਿੱਧੇ ਰਾਹ ਪੈ ਸਕਦੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਕਾਮਨਲੀ ਅਰੇਂਜ ਕੀਤਾ ਜਾਏ, ਐਸੇ ਕਾਮਨ ਪਲੇਸ 'ਤੇ, ਤਾਂ ਕਿ ਸਾਰੇ ਉੱਥੇ ਆਉਣ ਵਾਸਤੇ ਆਪਣਾ ਮਨ ਬਣਾ ਸਕਣ। ਸਾਡਾ ਟੌਪਿਕ ਹੈ ਕਿ ਮੈਂ ਰਿਕਗਨਾਈਜ਼ ਕਰ ਸਕਾਂ, ਮੈਂ ਇਹ ਮੰਨ ਸਕਾਂ, ਆਪਣੇ ਬਾਰੇ ਡਾਇਗਨੋਜ਼ ਕਰ ਸਕਾਂ ਕਿ ਮੈਂ ਬਿਮਾਰ ਹਾਂ, ਮੈਨੂੰ ਕਈ ਬਿਮਾਰੀਆਂ ਹਨ। ਬਿਮਾਰੀਆਂ ਮੇਰੇ ਅਵਗੁਣ ਦੀਆਂ, ਕਈ ਕਿਸਮਾਂ ਦੀ ਬਿਮਾਰੀਆਂ 'ਚੋਂ ਅੱਜ ਦੀ ਇੱਕ ਬਿਮਾਰੀ ਮੈਂ ਆਪਣੇ ਗੁਰੂ ਪਾਤਸ਼ਾਹ ਕੋਲੋਂ ਪੁੱਛਣਾ ਚਾਹੁੰਦਾ, ਉਹ ਇਹ ਕਿ ਬਈ ਮੈਂ
हिपोक्रेट किस तरह हाँ। मैं हिपोक्रेट होके भी मनदा ही नहीं हाँ कि मैं हिपोक्रेट हाँ। जे असी हिपोक्रेट हाँ और असी मनदे नहीं हाँ कि मैं हिपोक्रेट हाँ, इफ आई एम हिपोक्रेट उसनूं कहंदे ने मन होर मुख होर। From inside you are different personality and from outside you are different person. You are trying to portray something different. ਤਾਂ ਇੱਕ ਓਂਕਾਰ ਦਾ ਜੀਵਨ ਨਹੀਂ ਬਣਦਾ ਕਿਉਂਕਿ ਰੱਬ ਇੱਕ ਹੈ। ਇਫ ਵੀ ਆਰ ਟਾਕਿੰਗ ਅਬਾਊਟ ਵਨ ਗੋਡ ਪਰ ਅਸੀਂ ਸਪਲਿਟ ਪਰਸਨੈਲਿਟੀ ਹਾਂ, ਅਸੀਂ ਇੱਕ ਹੈ ਹੀ ਨਹੀਂ ਹਾਂ, ਅਸੀਂ ਡਿਊਅਲ ਪਰਸਨੈਲਿਟੀ ਹਾਂ, ਬਲਕਿ ਅਸੀਂ ਕਈ ਕਿਸਮਾਂ ਦੇ ਪਰਸੋਨਾ ਲਗਾਏ ਹੋਏ ਨੇ। ਤੇ ਅਸੀਂ ਰੱਬ ਜੀ ਦੇ ਨਾਲ ਜੇ ਆਪਣੇ ਆਪ ਨੂੰ ਮੈਚ ਕਰੀਏ ਤਾਂ ਅਸੀਂ ਮੈਚ ਬਿਲਕੁਲ ਨਹੀਂ ਬਣਦਾ ਬਲਕਿ ਕੰਟਰਾਸਟ ਬਣ ਜਾਂਦਾ ਹੈ। ਜੋ ਰੱਬ ਜੀ ਦੇ ਗੁਣ ਹਨ ਉਹ ਅਸੀਂ ਪ੍ਰੈਕਟਿਸ ਨਹੀਂ ਕਰਦੇ ਹਾਂ। ਅਸੀਂ ਜੇ ਹਿਪੋਕ੍ਰੇਟ ਹਾਂ ਔਰ ਦੁਨੀਆ ਨੂੰ ਪਤਾ ਨਹੀਂ ਲੱਗਦਾ, ਇਤਨਾ ਸਮਾਰਟਲੀ ਅਸੀਂ ਬਿਹੇਵ ਕਰਦੇ ਹਾਂ, ਇਤਨਾ ਜ਼ਬਰਦਸਤ ਕਾਸਮੈਟਿਕਸ ਲਗਾ ਕੇ ਆਪਣੇ ਅਵਗੁਣ ਨੂੰ ਛੁਪਾਉਂਦੇ ਹਾਂ, ਤਾਂ ਉਸ ਦਾ ਇੱਕ ਫਾਇਦਾ ਹੁੰਦਾ ਹੈ ਕਿ ਲੋਕੀ ਫੂਲ ਹੋ ਜਾਂਦੇ ਹਨ ਪਰ ਮੈਨੂੰ ਚੈਨ ਨਹੀਂ ਆਉਂਦਾ, ਅੰਦਰੋਂ ਮੈਨੂੰ ਸੁੱਖ ਨਹੀਂ ਮਿਲਦਾ, ਅੰਦਰੋਂ ਮੈਂ ਆਪਣੀ ਵਨਨੈਸ ਵਾਲੀ ਜੀਵਨੀ ਨਾ ਜੀਣ ਦੇ ਕਾਰਨ ਮੈਂ ਅਨਹੈਪੀ ਰਹਿੰਦਾ ਹਾਂ। ਮੇਰੇ ਵੀਰ ਡਾਕਟਰ ਜਤਿੰਦਰ ਸਿੰਘ ਜੀ ਜੋ ਨਿਊਯਾਰਕ ਤੋਂ ਮੈਨੂੰ ਸਪੈਸ਼ਲੀ ਸਭ ਜਗ੍ਹਾ ਪ੍ਰੋਗਰਾਮਾਂ 'ਤੇ ਜਾਣ ਵਾਸਤੇ ਜੁਆਇਨ ਕਰਦੇ ਨੇ ਇੰਡੀਅਨ ਟੀਮ ਤੋਂ ਇਲਾਵਾ, ਉਹ ਨਿਊਯਾਰਕ ਡਾਕਟਰ ਦੀ ਪ੍ਰੈਕਟਿਸ ਕਰਦੇ ਨੇ ਪਰ ਮੈਂ ਇਹਨਾਂ ਨਾਲ ਬਾਣੀ ਦੀ ਖੋਜ ਦੀ ਗੱਲ ਕਰਦਾ ਰਹਿੰਦਾ ਹਾਂ। ਅਤੇ ਮੈਂ ਇਹਨਾਂ ਨੂੰ ਪੁੱਛਦਾ ਹਾਂ ਕਿ ਮੈਡੀਕਲ ਸਾਇੰਸ ਵਿੱਚ ਦੱਸਦੇ ਨੇ ਕਿ ਤੁਸੀਂ ਇਹ ਖਾਓ ਅਤੇ ਇੰਝ ਹੋ ਜਾਂਦਾ ਹੈ, ਇਸ ਤਰ੍ਹਾਂ ਤੁਹਾਡੇ ਜਿਹੜੇ ਸੋਚਣੀ ਦੇ ਲੈਵਲ ਨੇ ਤੁਹਾਡੇ ਥਾਟ ਪ੍ਰੋਸੈਸ ਵਿੱਚ, ਉਹਨਾਂ ਦੇ ਬਾਰੇ ਜਦੋਂ ਅੱਜ ਦੇ ਡਾਕਟਰ ਇਹ ਖੋਜ ਕਰਕੇ ਦੱਸਦੇ ਨੇ ਕਿ ਮੇਰੀ ਜੀਭ ਮੇਰੇ ਮੂੰਹ ਵਿੱਚ ਕੈਸੀ ਕ੍ਰੇਵਿੰਗ ਹੋਈ, ਤਾਂ ਉਸ ਤਰੀਕੇ ਦੇ ਕਿਸ ਤਰ੍ਹਾਂ ਦੇ ਕੈਮੀਕਲਸ ਮੇਰੇ ਅੰਦਰ ਸੈਕਰੀਟ ਹੋਣਗੇ, ਉਹ ਮੇਰੀ ਬਾਡੀ ਨੂੰ ਫਾਇਦਾ ਪਹੁੰਚਾਉਣਗੇ ਜਾਂ ਨੁਕਸਾਨ ਪਹੁੰਚਾਉਣਗੇ। ਇਹ ਅੱਜ ਦੀ ਮੈਡੀਕਲ ਸਾਇੰਸ ਲੱਭ ਕੇ ਸਾਰੀ ਦੁਨੀਆ ਨੂੰ ਦੱਸ ਰਹੀ ਹੈ। ਫਰਜ਼ ਕਰੋ ਉਹਨਾਂ ਨੇ ਟੈਸਟ ਕੀਤਾ, ਉਹਨਾਂ ਨੇ ਸਾਹਮਣੇ ਬਿੱਲੀ ਨੂੰ ਬਿਠਾਇਆ ਔਰ 10-15 ਫੁੱਟ ਤੇ ਬਿੱਲੀ ਵਾਸਤੇ ਚੂਹੇ ਛੋੜੇ। ਸਾਰੇ ਚੂਹੇ ਦੀ ਪੂੰਛ ਤੇ ਧਾਗਾ ਬੰਨਿਆ ਹੋਇਆ ਸੀ। ਚੂਹੇ ਛੋੜੇ, ਜੋ ਹੀ ਚੂਹੇ ਬਿੱਲੀ ਨੂੰ ਨਜ਼ਰ ਆਏ, ਬਿੱਲੀ ਦੇ ਮੂੰਹ 'ਚ ਪਾਣੀ ਆ ਗਿਆ। ਉਹਨਾਂ ਨੇ ਬਿੱਲੀ ਦੇ ਅੰਦਰ ਕੀ ਹੋ ਰਿਹਾ ਹੈ ਉਹਦੇ ਥਾਟ ਪ੍ਰੋਸੈਸ ਤੋਂ, ਤੁਸੀਂ ਸਿੰਪਲ ਲੈਂਗੁਏਜ ਵਿੱਚ ਕਹਿ ਸਕਦੇ ਹੋ ECG ਕੀਤੀ ਜਾਂ EKG ਕੀਤੀ, ਜਾਂ ਉਹਦੇ ਨਿਊਰੋ ਟੈਸਟ ਦੀਆਂ ਉਹਨਾਂ ਨੇ ਬਹੁਤ ਮਾਈਕਰੋਸਕੋਪਿਕਲੀ ਗ੍ਰਾਫ ਟੈਸਟ ਕੀਤਾ, ਤਾਂ ਉਹਨਾਂ ਨੇ ਦੇਖਿਆ ਬਿੱਲੀ ਨੂੰ ਮੂੰਹ ਵਿੱਚ ਪਾਣੀ ਆ ਰਿਹਾ ਕਿ ਮੇਰਾ ਫੂਡ ਆ ਗਿਆ। ਉਹ ਦੌੜ ਕੇ ਚੂਹਿਆਂ ਵੱਲ ਦੌੜੀ, ਭੱਜੀ ਤਾਂ ਕਿ ਮੈਂ ਆਪਣਾ ਫੂਡ ਪਕੜ ਲਵਾਂ, ਲੇਕਿਨ ਉਹਨਾਂ ਨੇ ਬੰਨੇ ਹੋਏ ਧਾਗਿਆਂ ਦੇ ਨਾਲ ਚੂਹੇ ਨੂੰ ਵਾਪਸ ਖਿੱਚ ਲਿਆ ਔਰ ਬਿੱਲੀ ਚੂਹੇ ਪਕੜ ਨਹੀਂ ਸਕੀ। ਉਹਨਾਂ ਨੇ ਬਿੱਲੀ ਦੀ ਮਾਨਸਿਕ ਦਸ਼ਾ ਨੂੰ ਨੋਟ ਕਰ ਲਿਆ, ਗ੍ਰਾਫ ਸਾਰਾ। ਵਿਦਿਨ ਫਿਊ ਸੈਕਿੰਡਸ ਉਹਨਾਂ ਨੇ ਉੱਥੇ ਕੁੱਤਾ ਭੇਜ ਦਿੱਤਾ ਔਰ ਕੁੱਤੇ ਨੂੰ ਦੇਖਣ ਸਾਰ ਬਿੱਲੀ ਡਰ ਗਈ। ਹੁਣ ਉਹਨਾਂ ਨੇ ਬਿੱਲੀ ਦੀ ਮਾਨਸਿਕ ਦਸ਼ਾ ਦਾ ਫਿਰ ਗ੍ਰਾਫ ਨੋਟ ਕੀਤਾ। ਬਿੱਲੀ ਦੀ ਚੂਹੇ ਵੇਲੇ ਜਿਹੜੀ ਕ੍ਰੇਵਿੰਗ ਹੋ ਰਹੀ ਸੀ ਔਰ ਜਿਹੜੇ ਕੈਮੀਕਲ ਸੈਕਰੀਟ ਹੋਏ ਸੀ, ਉਹਨਾਂ ਦੇ ਕੰਪੈਰੀਜ਼ਨ ਵਿੱਚ ਕੁੱਤਾ ਆਉਣ 'ਤੇ ਬਿੱਲੀ ਜਦੋਂ ਡਰ ਗਈ, ਡਰਨ ਦੇ ਕਾਰਨ ਬਿੱਲੀ ਦੇ ਅੰਦਰ ਡਿਫਰੈਂਟ ਕੈਮੀਕਲ ਪ੍ਰੋਡਿਊਸ ਹੋਏ। ਇਹ ਵੀ ਜਦੋਂ ਨੋਟ ਕੀਤੇ ਗਏ ਤਾਂ ਉੱਥੋਂ ਉਹਨਾਂ ਨੂੰ ਇਹ ਸਟੱਡੀ ਸਮਝ ਆਈ ਕਿ ਮਨੁੱਖ ਵੀ ਜਦੋਂ ਇਸ ਤਰ੍ਹਾਂ ਕਦੇ ਲਾਲਚਵਸ ਹੋ ਕੇ ਉਹਨੂੰ ਕ੍ਰੇਵਿੰਗ ਹੁੰਦੀ ਹੈ
ਕਦੀ ਕੋਈ ਖਾਣ ਪੀਣ ਦੀਆਂ ਚੀਜ਼ਾਂ 'ਤੇ ਕ੍ਰੇਵਿੰਗ ਹੁੰਦੀ ਹੈ, ਉਹਦਾ ਮਨ ਅਟਰੈਕਟ ਹੁੰਦਾ ਹੈ, ਵਿਕਾਰਾਂ ਵੱਲ ਜਦੋਂ ਅਟਰੈਕਟ ਹੁੰਦਾ ਹੈ, ਈਵਲਸ ਵੱਲ ਅਟਰੈਕਟ ਹੁੰਦਾ ਹੈ, ਤਾਂ ਉਹਦੇ ਕਾਰਨ ਮਨੁੱਖ ਦੇ ਅੰਦਰ ਡਿਫਰੈਂਟ ਕੈਮੀਕਲ ਪੈਦਾ ਹੁੰਦੇ ਨੇ। ਜਦੋਂ ਮਨੁੱਖ ਡਰ ਜਾਂਦਾ ਹੈ ਤਾਂ ਡਿਫਰੈਂਟ ਕੈਮੀਕਲ ਪੈਦਾ ਹੁੰਦੇ ਨੇ। ਇਸ ਤਰ੍ਹਾਂ ਡਿਫਰੈਂਟ ਕੈਮੀਕਲਸ ਦੇ ਪੈਦਾ ਹੋਣ ਦੇ ਕਾਰਨ ਮਨੁੱਖ ਦੀ ਜਿਹੜੀ ਬੋਡੀ ਹੈ ਉਹਦੇ ਅੰਦਰ ਕਈ ਕਿਸਮਾਂ ਦੀਆਂ ਚੇਂਜਿਸ ਆਉਂਦੀਆਂ ਨੇ ਔਰ ਮਨੁੱਖ ਅੰਦਰੋਂ ਬਿਮਾਰ ਹੁੰਦਾ ਰਹਿੰਦਾ ਹੈ। ਤਾਂ ਡਾਕਟਰ ਜਤਿੰਦਰ ਸਿੰਘ ਜੀ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਮੈਡੀਕਲ ਸਾਇੰਸ ਵਾਲੇ ਪਤਾ ਨਹੀਂ ਇਹ ਲੱਭਣਗੇ ਕਿ ਨਹੀਂ ਲੱਭਣਗੇ, ਅਸੀਂ ਗੁਰਬਾਣੀ ਪੜ੍ਹ ਕੇ ਲੋਕਾਂ ਨਾਲ ਇਹ ਸਾਂਝ ਕਰਦੇ ਹਾਂ ਕਿ ਵੀ ਸਾਡੇ ਕੋਲ ਕੋਈ ਮਸ਼ੀਨ ਨਹੀਂ ਹੈ ਜੋ ਅਸੀਂ ਲੋਕਾਂ ਦੇ ਬ੍ਰੇਨ 'ਤੇ ਲਗਾਈਏ। ਕੋਈ ਕਿਸੇ ਸਾਇੰਸਦਾਨ ਨੇ ਐਸੀ ਮਸ਼ੀਨ ਨਹੀਂ ਬਣਾਈ ਜੋ ਮੇਰੇ ਬ੍ਰੇਨ 'ਤੇ ਲਗਾਉਣ, ਅਤੇ ਅਸੀਂ ਉਹ ਜੇ ਬਣੀ ਵੀ ਹੋਵੇ ਤਾਂ ਅਫੋਰਡ ਨਹੀਂ ਕਰ ਸਕਦੇ ਹਾਂ। ਪਰ ਗੁਰਬਾਣੀ ਦੇ ਰਾਹੀਂ ਅਸੀਂ ਡਾਇਗਨੋਜ਼ ਕਰਨ ਦੀ ਜਾਚ ਸਿੱਖੀਏ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ ਹੈ, ਮੇਰਾ ਗੁਰੂ ਮੈਨੂੰ ਇਹ ਡਾਇਗਨੋਜ਼ ਕਰਾ ਦਿੰਦਾ ਹੈ। ਤਾਂ ਅਸੀਂ ਇਸ ਤਰ੍ਹਾਂ ਸੋਚੀਏ ਕਿ ਜਦੋਂ ਕਦੀ ਕੋਈ ਮਨੁੱਖ ਕਿਸੇ ਦੀ ਨਿੰਦਾ ਕਰਦਾ ਹੈ, ਫਰਜ਼ ਕਰੋ ਮੈਂ ਕਿਸੇ ਦੀ ਨਿੰਦਾ ਕੀਤੀ, ਜਿਸ ਦੀ ਮੈਂ ਨਿੰਦਾ ਕੀਤੀ ਉਸ ਨੂੰ ਮੈਂ ਡੀਫੇਮ ਕਰ ਸਕਾਂ ਜਾਂ ਨਾ ਕਰ ਸਕਾਂ, ਉਸ ਦਾ ਨਾਂ ਬਦਨਾਮ ਕਰ ਸਕਾਂ, ਕਾਮਯਾਬ ਹੋਵਾਂ ਜਾਂ ਨਾ ਹੋਵਾਂ, ਦੁਨੀਆ ਵਿੱਚ ਉਹਨੂੰ ਭੰਡ ਸਕਾਂ ਜਾਂ ਨਾ ਸਕਾਂ, ਲੇਕਿਨ ਉਸ ਵਕਤ ਮੇਰਾ ਕੀ ਨੁਕਸਾਨ ਹੁੰਦਾ ਹੈ। ਜਿਸ ਇਨਸਾਨ ਨੂੰ ਮੈਡੀਕਲ ਟਰਮਸ ਵਿੱਚ ਇਹ ਸਮਝ ਆ ਜਾਂਦਾ ਹੈ ਕਿ ਫਲਾਣੇ ਕੈਮੀਕਲ ਸੈਕਰੀਟ ਹੋਣ ਨਾਲ ਮੇਰੀ ਬਾਡੀ 'ਚ ਇਹ ਨੁਕਸ ਪੈਂਦਾ ਹੈ, ਉਸ ਇਨਸਾਨ ਨੂੰ ਬਾਣੀ ਪੜ੍ਹ ਕੇ ਜੇ ਇਹ ਸਮਝ ਆ ਜਾਏ ਕਿ ਨਿੰਦਾ ਕਰਕੇ ਮੇਰਾ ਅੰਦਰੋਂ ਇਹ ਨੁਕਸਾਨ ਹੁੰਦਾ ਹੈ, ਤਾਂ ਉਸ ਨੂੰ ਇਸ ਪੰਕਤੀ 'ਤੇ ਜੀਣਾ ਆ ਜਾਏਗਾ, ਕਰਨ ਨਾ ਸੁਨੇ ਕਾਹੂ ਕੀ ਨਿੰਦਾ। ਉਹਨੂੰ ਇਸ ਪੰਕਤੀ 'ਤੇ ਜੀਣਾ ਆ ਜਾਏਗਾ, ਨਿੰਦਾ ਭਲੀ ਕਿਸੇ ਕੀ ਨਾ। ਅਸੀਂ ਬੜੇ ਆਰਾਮ ਦੇ ਨਾਲ ਛੁੱਟੀ ਲੈ ਲੈਂਦੇ ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਨਹੀਂ ਕਿਸੇ ਦੇ ਬਾਰੇ ਸੱਚ ਤੇ ਬੋਲਣਾ ਹੀ ਚਾਹੀਦਾ, ਨਾ ਕਿ ਫਲਾਣਾ ਚੋਰ ਹੈ, ਫਲਾਣਾ ਠੱਗ ਹੈ, ਫਲਾਣਾ ਇੰਝ ਹੈ ਤੇ ਮੁੰਝ ਹੈ। ਅਸੀਂ ਅੰਤਰਜਾਮੀ ਨਹੀਂ ਹਾਂ, ਅਸੀਂ ਜਸਟੀਫਾਈ ਆਪੇ ਕਰ ਲੈਂਦੇ ਹਾਂ। ਇਸ ਕਰਕੇ ਇੱਕ ਦੂਜੇ ਦੇ ਬਾਰੇ ਜਦੋਂ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਹਾਂ, ਹੁੰਦੀ ਉਹ ਨਿੰਦਾ ਹੈ ਤੇ ਆਪਣੀ ਅਸੀਂ ਛੁੱਟੀ ਲੈ ਲੈਂਦੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਆਚਰਣ, ਮੇਰੇ ਕਰੈਕਟਰ ਵਿੱਚ ਇਹ ਵਾਲੀ ਹੈਬਿਟ ਕਦੋਂ ਤੋਂ ਪੈ ਗਈ। ਇਸ ਕਰਕੇ ਅਸੀਂ ਇੱਕ ਸੈਮੀਨਾਰ ਵੀ ਕੀਤਾ ਸੀ, ਉਸ ਦਾ ਨਾਂ ਰੱਖਿਆ ਸੀ ਨਿੰਦਾ। ਕਬੀਰ ਸਾਹਿਬ ਦਾ ਸ਼ਬਦ ਪੜ੍ਹਿਆ ਸੀ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਸੋ ਅਸੀਂ ਅੱਜ ਇਸ ਹਿਪੋਕ੍ਰੇਸੀ ਦੇ ਟੌਪਿਕ ਨੂੰ ਸਮਝਣ ਵਾਸਤੇ ਇੱਥੋਂ ਸਾਂਝ ਕਰ ਰਹੇ ਹਾਂ ਕਿ ਜੇਕਰ ਮੈਨੂੰ ਨਿੰਦਾ ਕਰਨ ਦੇ ਬਾਅਦ ਪਤਾ ਲੱਗ ਜਾਏ ਕਿ ਮੇਰਾ ਇਹ ਨੁਕਸਾਨ ਹੁੰਦਾ ਹੈ ਤੇ ਮੇਰੀ ਨਿੰਦਾ ਛੁੱਟ ਸਕਦੀ ਹੈ, ਮੈਨੂੰ ਜਸਟੀਫਾਈ ਕਰਨ ਦੀ ਲੋੜ ਹੀ ਨਹੀਂ। ਕਈ ਸੱਜਣੇ ਕਹਿੰਦੇ ਨੇ ਮਿਸਟਰ ਏ ਨੇ ਮਿਸਟਰ ਬੀ ਕੋਲੋਂ ਪੈਸੇ ਲਏ ਔਰ ਧੋਖਾ ਦੇ ਦਿੱਤਾ, ਇਸ ਕਰਕੇ ਮਿਸਟਰ ਬੀ ਬਾਰੇ ਮੈਂ ਹੋਰ ਲੋਕਾਂ ਨੂੰ ਦੱਸਦਾ ਰਹਿੰਦਾ ਮਿਸਟਰ ਬੀ ਨੂੰ ਪੈਸੇ ਨਾ ਦੇਣਾ। ਦੇਖੋ ਜੀ, ਸੁਚੇਤ ਤੇ ਫਿਰ ਕਰਾਉਣਾ ਹੀ ਹੈ। ਜਿਵੇਂ ਤੂੰ ਸਾਰੀ ਧਰਤੀ ਦਾ ਠੇਕਾ ਲਿਆ ਹੈ, ਇਹ ਠੇਕਾ ਲੈਣ ਸਾਰ ਅਸੀਂ ਹਰ ਕਿਸੇ ਨੂੰ ਭੰਡਦੇ ਜਾਂਦੇ ਹਾਂ, ਪਰ ਪਤਾ ਨਹੀਂ ਲੱਗਦਾ ਕਿ ਮੈਨੂੰ ਨਿੰਦਕ ਆਦਤ ਪਈ ਜਾ ਰਹੀ ਹੈ, ਮੇਰੀ ਬਾਡੀ 'ਤੇ ਨੁਕਸਾਨ ਕਿੰਨਾ ਹੋ ਰਿਹਾ। ਇੱਕ ਬੰਦਾ ਆਪਣੇ ਘਰੋਂ ਬਾਹਰ ਨਿਕਲਦਾ ਹੈ ਔਰ ਅਚਾਨਕ ਕੇਲੇ ਦੇ ਛਿਲਕੇ ਤੋਂ ਉਹਦਾ ਪੈਰ ਫਿਸਲ ਜਾਂਦਾ ਹੈ, ਉਹਦਾ ਗੋਡਾ ਟੁੱਟ ਜਾਂਦਾ ਹੈ, ਉਹਨੂੰ 3 ਮਹੀਨੇ ਵਾਸਤੇ ਪਲਸਤਰ ਚੜ੍ਹਦਾ ਹੈ। ਜਦੋਂ ਉਹਦਾ ਪਲਸਤਰ 3 ਮਹੀਨੇ ਬਾਅਦ ਉਤਰਦਾ ਹੈ, ਉਹ ਪ੍ਰੋਪਰ ਟੁਰਨ ਯੋਗ ਹੋ ਜਾਂਦਾ ਹੈ, ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਤੇ ਅੱਜ ਜਦੋਂ ਉਹ ਟੁਰਨ ਲੱਗਾ ਤਾਂ ਘਰ ਦੇ ਬਾਹਰ 2 ਕੇਲੇ ਦੇ ਛਿਲਕੇ ਪਏ ਸੀ। ਦੇਖ ਕੇ ਕਹਿੰਦਾ ਓ ਮਾਈ ਗॉड, ਅੱਜ 2 ਵਾਰੀ ਫਿਸਲਣਾ ਪਏਗਾ। ਇਹਦਾ ਮਤਲਬ ਇਹ ਹੋਇਆ, ਜਦੋਂ ਪਹਿਲਾ ਕੇਲੇ ਦਾ ਛਿਲਕਾ ਪਿਆ ਸੀ ਉਹਦੇ ਬਾਰੇ ਪਤਾ ਨਹੀਂ ਸੀ, ਕਿਸੇ ਨੇ ਸੁੱਟਿਆ ਹੋਣਾ। ਸਹੀ ਹੈ ਸੁੱਟ ਲਓ। ਅੱਜ 2 ਕੇਲੇ ਦੇ ਛਿਲਕੇ ਪਏ ਸੀ, ਉਹ ਵੀ ਕਿਸੇ ਨੇ ਸੁੱਟੇ ਹੋਣੇ। ਸਹੀ ਹੈ ਸੁੱਟ ਲਓ। ਇਹਦਾ ਮਤਲਬ ਜੇ 2 ਵਾਰੀ ਮੈਂ ਫਿਸਲਾਂ, ਦੋਨੋਂ ਗੋਡੇ ਤੁੜਾਵਾਂ, ਮਤਲਬ ਇਹ ਹੋਇਆ ਕਿ ਲੋਕੀ ਕੇਲੇ ਦੇ ਛਿਲਕੇ ਸੁੱਟਦੇ ਰਹਿਣਗੇ
मैं फिसलदा रहांगा। ये जिहड़ा व्यंग है ना, ये व्यंग सानू दसदा है कि लोकी कोई ना कोई गलती और अवगुण करते रहणगे। भाव अपने अवगुण का, अपने मिसकंडक्ट का केला दा छिलका सुटते रहणगे कि मैं ठेका चुकिया भी हर केले के छिलके ते फिसलना है। मैं मेंटली अपसेट रहांगा, मैं शांत नहीं हो सकता और मैनू जदों चैन नहीं आएगा तो मैं सुखी है ही नहीं। नानक भगतां सदा विगास की अवस्था में जपजी साहब पंक्ति पढ़ी पर मैनू पता नहीं है कि किस तरह सुखी हो सकीदा है, किस तरह खेड़ा विगास प्राप्त होता है। सो लोकी केले के छिलके सुटते रहे और असी परेशान रहिए। जदों साडे घरां विच इंडिया के सिस्टम विच असी देखते हाँ हाउस वाइफ होंदी है, साडियां मावां भैणां मातावां घर का काम कर रही होंदियां, सारे घर वाले स्कूल कॉलेज या ऑफिस काम ते टुर जाते हैं, तो फिर मल्लेदारी शुरू होती है। वो भैन पड़ोस की भैन नूं कहती है आ जरा इत्थे विहड़े च बहिंदे हाँ। वो पुछदी है तेरे घर वाले काम ते चले गए ने, कहंदियां सारे अच्छा काम तो किचन तो वेली हो गई, कहंदी हाँ वेली हो गई, कहंदी है चल आ दो चार गल्लां करिए। हुण वो गल्लां शुरू करदियां ने। मैं अज सुनिया किसी की बेटी किसी दे नाल नस गई है। किहदी बेटी नस गई है? कहती सवेरे गुरुद्वारे गई सी, उत्थे भोग पैण तो बाद गल्लां हो रहीआं सी, नस गई है। किहदी? और मैनू पूरी तरह समझ नहीं आई किहदी बेटी किहदे नाल नस गई, चल असां की लैणा। इस तरह कर करके सारा दिन साडा जाया चला जाता है। वी कीप ऑन टॉकिंग अबाउट अदर्स। जिहड़े बाणी नहीं पढ़ते वो गल्लां करते हैं, वो तो मिसटेकन है ही बेचारे, इग्नोरेंट भी ने, एस्केपिस्ट भी ने। और जिहड़े बाणी पढ़ते हैं वो भी बाणी पढ़न तो बाद, बाणी खोजन तो बाद होरनां दियां गल्लां करते ही रहते हैं, अपना समा जाया करते रहते हैं, क्योंकि कई लोगों ने अपने अवगुणों के छिलके सुट्टे हुए हैं। सो हाउ लॉन्ग आई वॉन्ट टू प्रैक्टिस दिस कि मैं ठेका चुक लिया कि मैं दुनिया नूं पढ़ता रहांगा या लोगों के पर्दे फाश करता रहांगा। गुरबाणी पहला मैनू सिखा रही है कि मैं ठीक होना है। तुहाडी ज्ञात वास्ते जदों असी ऑल ओवर द वर्ल्ड स्कूल कॉलेज यूनिवर्सिटीज़ विच सैमीनार्स करते हाँ, उहदे विच असी कोशिश करते हैं कि पेरेंट्स के नाल, स्टूडेंट्स के नाल प्रोफैसरस टीचर्स भी बैठन। तो जदों ये सवाल सामने आता है कि भी बच्चियां नूं गुस्सा करते हो, टीचर्स और प्रोफैसरस तुसीं बच्चियां नूं पनिश करते हो, तो टीचर कहते हैं तुसीं कदी पढ़ा के नहीं देखा, बच्चे बहुत रौला पाते हैं, दूजे बच्चों को डिस्टर्ब करते हैं, आराम नाल प्यार नाल कहण ते नहीं मनते, करना पैंदा है। तो मैं उन्होंने पूछदा ये बच्चे तुहाडे कोल 4 साल 6 साल 10 साल 12 साल पढ़ते होणगे, वध तो वध 12 साल तुसीं इन्हां नूं चुप करा लेंदे हो, ठीक करा लेंदे हो, और फिर नवे तो नवे बच्चे आते रहते हैं, सारे केले का छिलका सुटते रहणगे, तुसीं सारी उम्र गुस्से और क्रोधित होंदे रहना। पर तुसीं कहंदे हो बच्चे अवगुण करते हैं, इन्हां नूं गुस्सा करना पैंदा है, इन्हां दा अवगुण देखण दी तुहाडे कोल अख है, बिकॉज दे आर इन योर टेरिटरी नाउ। पर जिहड़े तुहाडे अपने अवगुण हैं, साडे वड्डियां समेत जिहड़े साडे अवगुण हैं, वो कौन देखे, सानू कौन समझाए, सानू कौन सीधे राह पाए। असी इधरों नहीं इधरों कन फड़ लेंदे और कहते हैं ठीक है जी मैं भी केड़ा परफेक्ट हाँ, पर मैनू कोई गुस्सा नहीं कर सकता, मैनू सीधे राह कोई नहीं पा सकता। हाँ जदों मर जावांगे फिर रब जमा नूं कहेगा इहदा लेखा जोखा धर्मराज कोलों कढाओ ते इहनूं नरक विच भेजो। इस करके इत्थे मैनू ये जग मिठा अगला किन डिठा,
ਜੀਣ ਦਿਓ। ਅਸੀਂ ਸਾਰੇ ਵੱਡੇ ਇਹ ਜਿਹੜੀ ਖੇਡ ਖੇਡ ਰਹੇ ਆ ਨਾ, ਇਹਦਾ ਨਾਂ ਹੀ ਹਿਪੋਕ੍ਰੇਸੀ ਹੈ। ਬੱਚਿਆਂ ਨੂੰ ਕੋਈ ਠੀਕ ਕਰ ਦੇ, ਮਾਪੇ ਆਪਣੀ ਜ਼ਾਤ ਨਹੀਂ ਛੱਡਦੇ, ਬੱਚਿਆਂ ਨੂੰ ਕੋਈ ਗੁਰਮਤ ਪੜ੍ਹਾ ਦੇ। ਜਿਨ੍ਹਾਂ ਨੇ ਗੁਰਮਤ ਪੜ੍ਹੀ ਉਹਨਾਂ ਦੀ ਜਾਤ ਛੁੱਟੀ ਨਹੀਂ ਅੱਜ तक। कास्ट सिस्टम और वर्सेस मानस की जात वर्सेस एक पिता एक के बारक, वी ऑल आर चिल्ड्रन ऑफ गॉड। समझ ही नहीं आया कि जात कितना भारी समाज के उत्ते कोड़ वर्गी बीमारी है। ਵੱਡੇ ਕਹਿੰਦੇ ਹਨ ਬੱਚਿਆਂ ਨੂੰ ਕੋਈ ਸਵਾਰ ਦੇ, ਪਰ ਵੱਡੇ ਦਾਜ ਬਿਨਾਂ ਵਿਆਹ ਕਰਦੇ ਨਹੀਂ ਹਨ। ਇੱਕ ਸੱਜਣ ਕੀਰਤਨ ਕਰਦੇ ਨੇ, ਸਾਰੀ ਉਮਰ ਕੀਰਤਨ ਕਰਦੇ ਨੇ, ਔਰ ਉਹ ਨੋਨ ਪਰਸਨੈਲਿਟੀ ਸਾਰੇ ਜਾਣਦੇ ਨੇ ਕਿ ਇਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ, ਕੀਰਤਨ ਵੀ ਕਰਦੇ ਨੇ, ਪਰ ਇੱਕ ਸੱਜਣ ਜੋ ਇੰਸ਼ੋਰੈਂਸ ਏਜੰਟ ਹੈ ਉਸਨੂੰ ਕਹਿੰਦੇ ਹਨ ਮੇਰੇ ਬੇਟੇ ਦੀ ਡੈਥ ਹੋ ਗਈ ਹੈ, ਉਹਦੀ ਪ੍ਰਾਪਰਟੀ ਤੇ ਇੰਸ਼ੋਰੈਂਸ ਦਾ ਜੋ ਕੁਝ ਕਲੇਮ ਮਿਲਣਾ ਹੈ ਉਹ ਮੇਰੀ ਨੂੰਹ ਨਾ ਲੈ ਜਾਏ, ਇਸ ਕਰਕੇ ਤੇਰੇ ਕੋਲ ਕਿਹੜੇ ਢੰਗ ਹਨ। ਉਹ ਸੁਣ ਕੇ ਦੇਖ ਕੇ ਹੈਰਾਨ ਰਹਿ ਗਿਆ। ਇਹ ਤੇ ਨੋਨ ਪਰਸਨੈਲਿਟੀ ਨੇ ਧਾਰਮਿਕ ਤੇ ਗੇਮ ਕਿਹੜੀ ਖੇਲਣਾ ਚਾਹ ਰਹੇ ਨੇ। ਸਾਧ ਸੰਗਤ, ਇਹਨੂੰ ਪਾਖੰਡ ਕਹਿੰਦੇ ਨੇ, ਇਹਨੂੰ ਹਿਪੋਕ੍ਰੇਸੀ ਕਹਿੰਦੇ ਨੇ। ਸੋ ਹੁਣ ਅਸੀਂ ਗੱਲ ਨੂੰ ਅੱਗੇ ਚਲਾਉਂਦੇ ਹਾਂ ਕਿ ਅਸੀਂ ਕਹਿ ਰਹੇ ਹਾਂ ਕਿ ਅਸੀਂ ਧੀਆਂ ਵਾਲੇ ਹਾਂ, ਜੇ ਅਸੀਂ ਜੀ ਮਜਬੂਰ ਹਾਂ ਕਿ ਦਾਜ ਦਈਏ, ਦੇਣਾ ਪੈਂਦਾ ਹੈ, ਕੀ ਕਰੀਏ, ਧੀਆਂ ਵਾਲੇ ਹਾਂ। ਇਹਦਾ ਮਤਲਬ ਅਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਜੋ ਜੈਂਡਰ ਡਿਸਕ੍ਰਿਮੀਨੇਸ਼ਨ ਕਰਦਾ ਹੈ ਉਹਦੇ ਮਨ ਅੰਦਰ ਕੰਪਲੈਕਸ ਆਇਆ ਹੈ ਕਿ ਮੈਂ ਧੀ ਵਾਲਾ ਹਾਂ। ਸਮਾਜ ਜੋ ਮਰਜ਼ੀ ਸਮਝੇ। ਅਸੀਂ ਚੰਡੀਗੜ੍ਹ ਇੱਕ ਘਰ ਵਿੱਚ ਗਏ, ਉਹਨਾਂ ਦੇ ਪਿਤਾ ਜੀ ਆਪਣੀ ਬੇਟੀ ਨੂੰ ਪੁੱਤਰਾ ਉਰੇ ਆ ਕਹਿ ਕੇ ਉਹਨਾਂ ਨੇ ਬੁਲਾਇਆ। ਬੇਟੀ ਵੀ ਆ ਕੇ, ਮੈਂ ਉਹਨੂੰ ਪੁੱਛਿਆ ਤੁਸੀਂ ਇਹਨਾਂ ਦੇ ਪੁੱਤਰ ਹੋ ਜਾਂ ਇਹਨਾਂ ਦੀ ਬੇਟੀ ਹੋ? ਕਹਿੰਦੀ ਮੈਂ ਇਹਨਾਂ ਦਾ ਪੁੱਤਰ ਹਾਂ। ਮੈਂ ਕਿਹਾ ਅੱਛਾ, ਤੁਹਾਨੂੰ ਬੇਟੀ ਹੋਣਾ ਪ੍ਰਵਾਨ ਨਹੀਂ ਹੈ? ਕੀ ਕਮੀ ਹੈ ਬੇਟੀ ਵਿੱਚ? ਜਦਕਿ ਬੇਟੀ ਮਾਂ ਪਿਓ ਨਾਲ ਜ਼ਿਆਦਾ ਹਮਦਰਦੀ ਕਰਦੀ ਹੈ, ਜ਼ਿਆਦਾ ਪਿਆਰ ਕਰਦੀ ਹੈ। ਇਹ ਗੱਲ ਵੱਖਰੀ ਹੈ ਕਿ ਹਿਪੋਕ੍ਰੇਟ ਸਿਸਟਮ ਹੈ, ਉਹਦੇ ਵਿੱਚ ਬੇਟੀ ਨੂੰ ਦਾਜ ਦੇ ਕੇ ਪਹਿਲਾਂ ਹੀ ਅਲਵਿਦਾ ਕਰ ਦਿੱਤਾ ਜਾਂਦਾ ਹੈ ਔਰ ਪ੍ਰਾਪਰਟੀ 'ਚੋਂ ਹਿੱਸਾ ਉਸਨੂੰ ਨਹੀਂ ਦਿੱਤਾ ਜਾਂਦਾ। ਔਰ ਜਦੋਂ ਚਿਤਾ ਨੂੰ ਅੱਗ ਲਾਈ ਜਾਂਦੀ ਹੈ, ਬੇਟੀ ਨੂੰ ਅਲਾਉ ਨਹੀਂ ਕੀਤਾ ਜਾਂਦਾ। ਇਹ ਹਾਈਟ ਆਫ ਹਿਪੋਕ੍ਰੇਸੀ ਨਹੀਂ ਹੈ? ਧਰਮ ਦੇ ਨਾਂ ਹੇਠਾਂ ਪਾਖੰਡ ਕਰਨਾ, ਜੈਂਡਰ ਡਿਸਕ੍ਰਿਮੀਨੇਸ਼ਨ ਕਰਨਾ। ਸਾਧ ਸੰਗਤ ਜੀ, ਇਸੀ ਕਰਕੇ ਅਸੀਂ ਇਸ ਗੱਲ ਦੇ ਸ਼ਿਕਾਰ ਹਾਂ ਕਿ ਫੀਮੇਲ ਫੀਟੀਸਾਈਡ ਦਾ ਸਾਡਾ ਗ੍ਰਾਫ ਸਭ ਤੋਂ ਜ਼ਿਆਦਾ ਮਸ਼ਹੂਰ ਹੋਇਆ ਹੈ ਤੇ ਅਸੀਂ ਭਰੂਣ ਹੱਤਿਆ ਕਰਦੇ ਹਾਂ। ਕਿਉਂ? ਕਿਉਂਕਿ ਸਾਨੂੰ ਵੰਸ਼ ਚਲਾਉਣਾ ਹੈ। ਜਦਕਿ ਬੇਟੀ ਨੂੰ ਵੀ ਮਾਣ ਦੇ ਨਾਲ ਬੇਟੀ ਕਹਿ ਸਕਦੇ ਹਾਂ, ਐਕਸੈਪਟ ਕਰ ਸਕਦੇ ਹਾਂ, ਪੂਰੇ ਮਾਣ ਦੇ ਨਾਲ ਉਸ ਨੂੰ ਬੇਟੀ ਬੁਲਾਈਏ। ਕੋਈ ਸਾਰੇ ਨੰਬਰ ਪੁੱਤਰ ਨੂੰ ਹੀ ਦੇਣੇ ਨੇ ਅਸੀਂ? ਇਹ ਤਾਂ ਸਾਡੀ ਆਦਤ ਹੈ ਬਚਪਨ ਤੋਂ। ਬੇਟਾ ਬੇਟੀ ਬੈਠੇ ਹੋਣ, ਬੇਟਾ ਜੰਮਣ ਤੇ ਵਧਾਈ ਦਿੱਤੀ, ਬੇਟੀ ਵੇਲੇ ਕਿਹਾ ਚਲੋ ਕੋਈ ਗੱਲ ਨਹੀਂ ਲక్ష్ਮੀ ਘਰ ਆਈ ਹੈ, ਬੇਟੇ ਵੇਲੇ ਵਧਾਈ ਦਿੱਤੀ, ਦੋਨੋਂ ਬੈਠੇ ਨੇ ਪਰ ਬਦਾਮ ਖਵਾਣੇ ਨੇ ਤਾਂ ਚੱਲ ਕਾਕੇ ਨੂੰ ਦੇ ਦੇ। ਧੀਆਂ ਤੇ ਪਰਾਇਆ ਧਨ ਹੁੰਦੀਆਂ। ਬਰਫੀ ਆਈ ਹੈ ਕਾਕੇ ਨੂੰ ਦੇ ਦੇ, ਮੱਖਣ ਖਾਣਾ ਹੈ ਕਾਕੇ ਨੂੰ ਦੇ ਦੇ, ਹਰ ਗੱਲ ਕਾਕੇ ਨੂੰ ਦੇ ਦੇ। ਅਸੀਂ ਤੇ ਹਿਪੋਕ੍ਰੇਟ ਹਾਂ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹੀ ਨਹੀਂ। ਫਿਰ ਇਸ ਤੋਂ ਬਾਅਦ ਅਸੀਂ ਇਸਤਰੀ ਨੂੰ ਬਰਾਬਰਤਾ ਦੇਣੀ ਛੋੜ ਦਿੱਤੀ। ਕਿਤਨੇ ਭਾਰੀ ਹਿਪੋਕ੍ਰੇਟ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਵਾਲੇ
रोज आशा की वार करने वाले और गिट गिट उच्चे होके पूरी दुनिया ਨੂੰ ਕਹਿਣ वाले सो क्यों मंदा आखिए जित जम्मै राजान। पर असी इस्त्री ਨੂੰ पुराने वाला ही डोरमैट सिस्टम ਵਿੱਚ ਰੱਖਿਆ, उसਨੂੰ सत्कारिया नहीं, उसਨੂੰ हमेशा डोमीनेट करके सप्रेस करके रखिया। हिपोक्रेसी ਨੂੰ सादे लफ्ज़ों च पाखंड कहते हैं। कर्म धर्म पाखंड जो दिस्या तिन जम जागाती लूट है। जो कर्म धर्म करते ने पर अंदरों वैसा जींदे नहीं ने। कर्म धर्म करना माड़ी गल नहीं है, पर कर्म धर्म करके पाखंड किया वैसे बने ही ना। उन्होंने कहते ने जीओ मैले बाहरों निर्मल, बाहरों निर्मल जीओ तो मैले तिनी जन्म जूए हारिया। पर गुरु पातशाह कहते ने तू कर्म जड़े करता भी है कर्मी सहज ना उपजे, बिन सहजे सहसा ना जाए। तेरा डर तौखला चिंता जाएगा नहीं, तेरा खटका फिकर चिंता वरीज टेंशंस जान गया नहीं। कर्मी सहज न उपजै, बिन सहजे सहसा ना जाए। न जाए सहसा कितै संजम, जितने मर्जी तू संजम कर ले। न जाए सहसा कितै संजम, रहे कर्म कमाए सहसे जियो मलीन है, मन मैला हो जाता है। कित संजम तोता जाए, हुण किस तरह धोईए। कहते ने मन धोवो शब्द लागो, हारस्यो रहो चित लाए। तो जे सह सह जियो मलीन है, सहसा डर तौखला चिंता। जदों मनुख डर गया, बिल्ली वांगू कुत्ता, बिल्ली ने कुत्ते नूं देखिया और डर गया। डिफरेंट डिस्ट्रक्टिव डर दे कैमिकल्स प्रोड्यूस हो गए। द मूवमेंट वी हैव फियर, तो डर दे कैमिकल्स प्रोड्यूस हुए, मेरी बॉडी का नुकसान होना शुरू हो गया। विकार डर ने मेरे जीवन कैरेक्टर नूं खराब कर दिता। पर मैं बारले कर्म कांड पाखंड कर रहा सी। कर्म धर्म पाखंड जो दिसै तिन जम जगाती लुटै, उन्होंने जम दिन रात लुटता रहता है। जम विकार वाइसिस डीमनस नूं कहते हैं। इस शब्द विच डर, इस शब्द विच पाखंड। पाखंड का मैना की होंदा है? जे असीं पाखंड नूं तोड़ीए, पाखंड, पा का मतलब होंदा है धर्म, खंड होंदा है खंडन करना। आई डिस्कार्ड धर्म, आई डोंट लाइक धर्म, आई डोंट लाइक टू बी ए ट्रूथफुल पर्सन, पर्सनैलिटी। पा धर्म, खंड खंडन करना, इग्नोर करना, एस्केप करना। गुरु पातशाह कहते हैं गुर कह साकार कमावो, तेनू जो चंगे काम आइडियल कर्म करने दसे हैं वो जीव्या कर। गुर की करनी जो तेनू डीड्स दसिया ने, गुर की करनी काहे तावो, तू ना तो दौड़दा क्यों है। वाई यू एस्केप, वाई यू गो अवे, वाई यू वॉन्डर अवे, वाई यू रन अवे फ्रॉम द ट्रूथफुल लिविंग। चंगे कर्मां तो दौड़दा भजदा क्यों है, सुखी नहीं तू हो सकता। कर्म धर्म पाखंड जो दिसै, पाखंड, पाखंड असी सारे करते हाँ, भावें असी धर्म मनते हाँ नहीं मनते हाँ, भावें अपने ते लेबल लगवाना चाहते हाँ नहीं लगवाना चाहते हाँ, भावें अपनों एथिस्ट और कम्युनिस्ट अखवाइए, लेकिन एथिस्ट कम्युनिस्ट होवे, तरकशील होवे, जो मर्जी होवे, जे अंदरों हो रहा है बाहरों हो रहा है तो सब दे सेम तरीके नाल कैमिकल्स प्रोड्यूस होते हैं और वो बीमार हो जाता है। ठीक लगती है तुहानू गल? सही है सुनो। जदों सारियां वास्ते इक्को जी बीमारियां पैदा होंदियां होन और वो बीमारी दी सोर्स मन होवे, तो मन नूं फिक्स करन दा जिहड़ा इलाज है ना उन्होंने सतगुर कहते हैं। ਇਹਦਾ मतलब सतगुर सारियां दे बराबर, सारियां वास्ते इक्को जिहा होया। सतगुर डज नॉट बिलोंग टू सिक्स ओनली,
सतगुर सारे वास्ते होंदा है। सतगुर सच्चा गुर, गुर मैंने तरीका, मैथड, विधि। जिस गुर दे नाल सारियां दी बीमारी ठीक होंदी होवे उसनूं सच्चा गुर कहंदे ने। केवल एक प्रांत, केवल एक गुट, ग्रुप, धड़े या किसी एक कंट्री के मनुखा नूं ठीक होंदी होवे बाकी नूं ना ठीक होंदी हो, वो यूनीवर्सल इलाज नहीं है। यूनीवर्सल इलाज सारिਆਂ ते इक्वली एप्लीकेबल मैडिसिन, इक्वली सारिਆਂ ਦਾ डायग्नोज सेम और सारिਆਂ ਦੀ सेम बीमारी मन की ठीक होंदी होवे ਉਹਨੂੰ सतगुर कहते हैं। सतगुर सबना ਦਾ ਭਲਾ ਮਨਾਇੰਦਾ। ਇਹਦਾ ਮਤਲਬ ਜਿਹੜੇ ਲੋਕੀ ਬਾਇਸਡ ਹੋ ਜਾਂਦੇ ਨੇ ਕਿ ਸਤਗੁਰ ਲਫ਼ਜ਼ ਬਿਲੋਂਗਸ ਟੂ ਸਿੱਖਸ, ਥੋੜੀ ਉਹਨਾਂ ਦੀ ਗਲਤ ਫਹਿਮੀ ਹੈ। ਤੇ ਜਿਹੜੇ ਆਪਣੇ ਆਪ ਨੂੰ ਸਿੱਖੀ ਪਰਿਵਾਰਾਂ 'ਚ ਰਹਿ ਕੇ ਸਿੱਖ ਨਹੀਂ ਅਖਵਾਉਂਦੇ ਨੇ ਉਹ ਸੋਚਦੇ ਨੇ ਸਤਗੁਰ ਬਿਲੋਂਗਸ ਟੂ ਗੁਰਦੁਆਰੇ ਵਾਲੇ ਸਿੱਖਾਂ ਨਾਲ ਓਨਲੀ। ਸਾਧ ਸੰਗਤ ਜੀ ਕਿਸੇ ਨਾਲ ਬਿਲੋਂਗ ਨਹੀਂ ਕਰਦਾ। ਜੇਕਰ ਗੁਰਦੁਆਰੇ ਨੂੰ ਸਿਰਫ ਪਾਖੰਡ ਵਾਸਤੇ ਵਰਤਿਆ ਜਾਏ ਤਾਂ ਸਤਿਗੁਰ ਤੇ ਵਰਤ ਹੀ ਨਹੀਂ ਰਿਹਾ। ਸਿਰਫ ਗੁਰਦੁਆਰਾ ਮੌਟਗੇਜ ਕੱਢਣ ਦੀ ਗੋਲਕ ਚਲਾਉਣ ਵਾਸਤੇ ਹੋਵੇ, ਸਿਰਫ ਗੁਰਦੁਆਰਾ ਇਸ ਕਰਕੇ ਹੋਵੇ ਕੋਈ ਐਸਾ ਬੁਲਾਓ ਜਿਹਦੇ ਨਾਲ ਗੋਲਕ ਵੱਧ ਜਾਏ, ਤਾਂ ਫਿਰ ਇਹ ਸਾਰਾ ਉਹ ਪਾਖੰਡ ਹੋ ਗਿਆ। ਧਰਮੀ ਮਨੁੱਖ ਵੀ ਪ੍ਰਚਾਰ ਕਰਨ ਵਾਲਾ ਇੰਜ ਕਰੇ ਉਹ ਵੀ ਪਾਖੰਡੀ ਹੋ ਗਿਆ, ਜਦਕਿ they manipulate the whole world, they maneuver the people in majority, people at large। काजी कूड़ बोल मल खाए, बामण नावे जिया काए, जोगी जुगत न जाने अंधती ने उजाड़े का बंद, था नष्ट जग परिष्ट होए। इस तरह धार्मिक स्थान परिष्ट हो जाते ने। तीरथ जाओ तो हों हों करते, पंडित पूछो तो माया राते, सो स्थान बतावो मीता जाके हर हर कीर्तन नीता। सो सानू सच सीखना है, नॉट सब्जैक्ट टू कोई चार दीवारां, नॉट सब्जैक्ट टू सो कार्ड कोई धार्मिक प्लेस। सच सच होता है। मैनू समझाया जा रहा पाखंड तो छुट, सच का पल्ला फड़। हुण सच का पल्ला फड़न वेले मेरा अज डायग्नोज होने लगा है। असी फरीद जी का पहला श्लोक पढ़िया। गुरु नानक साहब कहते ने, हो पापी पतित परम पाखंडी, हो पापी पतित परम पाखंडी, तू निर्मल निरंकारी, तू निर्मल निरंकारी, हो पापी पतित परम पाखंडी। मैं टॉप क्लास पाखंडी हाँ, मेरे वर्गा कोई पाखंडी नहीं हो सकता। मैं जिहा ना अकिरत कण है भी ना हुआ होवन हारा, मैं इन्ना पाखंडी हाँ। गुरु नानक पातशाह शब्द पढ़ते ने जबकि वो पाखंडी नहीं सन। असी पाखंडी हाँ, इस करके सानू ऐसे शब्द पसंद नहीं आते। सानू शब्द पसंद आते ने जो मांगे ठाकुर अपने ते, ताती और लग गई, परमेश्वर दिता बन्ना, लख खुशियां पातशाहियां। जबकि उन्होंने शब्दों के थीम अंदर जाइए तो मैसेज कुछ होर मिलता है। पर असी पाखंड करन वाले शब्दों तो अपने आप को डायग्नोज करन नूं तैयार नहीं, क्योंकि सीधा उदों मेरे ते उसका तीर चल जाता है, मेरे अवगुण सामने आ जाते हैं। अपने ते मैं सुनना चाहता ही नहीं। दिस इज हाइट ऑफ हिपोक्रेसी। अपना डायग्नोज करके देखिए, फिर वो गल याद रखनी है कि बिल्ली दे कैमिकल सिक्रीट होए डर वेले होर, कुत्ते दे डराण वाले होर, चूहा देख के लालच जीव की क्रेविंग वेले होर। इस तरह
ਨਿੰਦਾ ਕਰਨ ਵੇਲੇ ਕੈਮੀਕਲ ਪ੍ਰੋਡਿਊਸ ਹੁੰਦੇ ਨੇ। ਗੁਰਬਾਣੀ ਡਾਇਗਨੋਸ ਕਰਦੀ ਹੈ ਜੇ ਮੈਂ ਹਿਪੋਕਰੇਟ ਹਾਂ ਤਾਂ ਵੀ ਮੇਰੇ ਅੰਦਰ ਕੁਝ ਗਲਤ ਕੈਮੀਕਲਸ ਪ੍ਰੋਡਿਊਸ ਹੁੰਦੇ ਨੇ, ਕਿਉਂਕਿ ਮੈਂ ਇਸ ਤਰ੍ਹਾਂ ਛੁਪਾ ਰਿਹਾ ਹਾਂ, ਮੇਰੀ ਚੋਰੀ ਫੜੀ ਨਾ ਜਾਏ। ਇਨਡਾਇਰੈਕਟਲੀ ਮੈਂ ਡਰਿਆ ਹੋਇਆ ਹਾਂ। ਸੋ ਅਸੀਂ ਅੱਜ ਡਾਇਗਨੋਸ ਸ਼ੁਰੂ ਕਰਦੇ ਹਾਂ। ਫਰੀਦਾ ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ। ਮੈਂ ਬੜਾ ਧਾਰਮਿਕ ਭੇਖ ਬਣਾ ਕੇ ਆਪਣੇ ਕੋਲ ਇੱਕ ਮੁਸੱਲਾ ਵੀ ਰੱਖਿਆ ਹੋਇਆ, ਸਭ ਕੁਝ ਕੀਤਾ ਹੈ, ਪਰ ਮੈਂ ਬਾਹਰੋਂ ਬੜੀ ਧਾਰਮਿਕ ਗੱਲ ਕਰਦਾ ਹਾਂ, ਸੂਫੀ ਢੰਗ ਦੇ ਨਾਲ। ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ, ਮੇਰੇ ਅੰਦਰ ਕੈਂਚੀ ਚੱਲਦੀ ਹੈ। ਹਾਊ ਟੂ ਲੁੱਟੋ ਅਦਰਸ, दूसरिया ਨੂੰ रोटी खाओ शक्कर से, दुनिया लूटो मक्कर से। किस तरह मैं हिपोक्रेसी करता हाँ, अंदर कैंची चलाता हाँ। दिल काती गुड़वात, बाहरों मिठा मिठा बोलता हाँ। इनू कहते ने बाहर दिसे चानना, बाहर ते चानना है दिखा रहे हैं, दिल अंधियारी रात, अंदरों तेरे नेरा है। साध संगत जी, ये पाखंड अपना समझ आना बड़ा जरूरी है, वरना असी धर्म की दुनिया ते टुर ही नहीं पावांगे। इस करके सानू जियो निर्मल बाहरों निर्मल होना है। कन मुसल्ला सूफ गल दिल काती गुड़वात, बाहर दिसे चानना दिल अंधियारी रात, अंदर हनेरा। जिन्हां दे दिल अंदर नेरा होवे उन्हां दियां निशानियां, वो किसी धार्मिक स्थान पर जाके दीवा जगाते हैं, वो जोतां बालते हैं, क्यों अंदर नेरा है। गुरु पातशाह कहते हैं जे 100 चंदा उगवे, 100 मूनस होन, सूरज जड़े हज़ारां सूरज होन, इत्ते चानण होंदिया, जे इतनी लाइट भी होवे इत्ते चानण होंदिया, गुरबिन घोर अंधियार, तेरे अंदर हनेरा ही रहेगा, क्योंकि तू सच नहीं। ਹੁਣ ਜਿਹੜੇ ਜੋਤਾਂ ਬਾਲਦੇ ਨੇ ਥਾਂ ਥਾਂ ਤੇ ਬਾਲ ਕੇ ਜਾ ਕੇ ਇਸ ਤਰ੍ਹਾਂ ਜੋਤ ਨੂੰ ਕਰਕੇ ਇੰਜ ਲਾ ਲੈਂਦੇ ਨੇ, ਫਿਰ ਕਾਕੇ ਨੂੰ ਕੋਲ ਖੜਾ ਕਰਕੇ ਜੋਤ ਦੇ ਉੱਤੇ ਹੱਥ ਫੇਰ ਕੇ ਉਹਦੇ ਤੇ ਲਾ ਦਿੰਦੇ ਨੇ। ਅੰਦਰ ਹਨੇਰਾ ਹੈ, ਤੂੰ ਬਾਲੀਆਂ ਜੋਤਾਂ ਬਾਲਦਾ, ਅੰਦਰ ਦੀ ਜੋਤ ਬਾਲ, ਤੇਰੀ ਅੰਦਰ ਦੀ ਜੋਤ ਬਲ ਜਾਏ, ਦੀਵਾ ਬਲੇ ਅੰਧੇਰਾ ਜਾਏ। ਅੰਦਰ ਦਾ ਦੀਵਾ ਜਗਾ। ਸਾਧ ਸੰਗਤ ਜੀ, ਅੰਦਰ ਦਾ ਦੀਵਾ ਜੇ ਜਗਾਣਾ ਆ ਜਾਏ ਤਾਂ ਆਪਣੇ ਔਗੁਣਾਂ ਤੇ ਲਾਈਟ ਪੈ ਜਾਂਦੀ ਹੈ। ਜਿਵੇਂ ਗੱਲ ਮੈਂ ਸਾਂਝ ਕਰ ਰਿਹਾ ਸੀ ਕਿ ਜੇਕਰ ਮੈਨੂੰ ਸ਼ੀਸ਼ੇ ਦੇ ਸਾਹਮਣੇ ਖੜਾ ਕੀਤਾ ਜਾਏ, ਸ਼ੀਸ਼ੇ ਉੱਤੇ ਭਾਵੇਂ ਲਾਈਟ ਪੈ ਰਹੀ ਹੋਵੇ, ਮੈਂ ਹਨੇਰੇ 'ਚ ਖੜਾ ਹਾਂ, ਮੇਰਾ ਫੇਸ ਸ਼ੀਸ਼ੇ ਤੇ ਨਜ਼ਰ ਨਹੀਂ ਆਏਗਾ। ਅਨਲੈਸ ਲਾਈਟ ਮੇਰੇ ਉੱਤੇ ਪਾਈ ਜਾਏ, ਉਹਨੂੰ ਕਹਿੰਦੇ ਨਾਨਕ ਤੇ ਮੁਖ ਉਜਲੇ, ਲਾਈਟ ਪੈ ਗਈ ਫੇਸ ਉੱਤੇ। ਜੋ ਹੀ ਲਾਈਟ ਫੇਸ ਉੱਤੇ ਪਈ, ਆਪਣੇ ਅਵਗੁਣ ਫੇਸ ਤੇ ਨਜ਼ਰ ਆ ਗਏ। ਹੁਣ ਇਹ ਅਵਗੁਣ ਠੀਕ ਕੀਤੇ ਜਾ ਸਕਦੇ ਨੇ, ਧੋਤੇ ਜਾ ਸਕਦੇ ਨੇ, ਕਿਉਂਕਿ ਮੇਰੇ ਉੱਤੇ ਲਾਈਟ ਪਾਈ ਗਈ। ਬਾਣੀ ਸਾਡੇ ਉੱਤੇ ਲਾਈਟ ਪਾਉਂਦੀ ਹੈ। ਨਾਨਕ ਤੇ ਮੁਖ ਉਜਲੇ ਦਾ ਮਤਲਬ ਇਹ ਹੁੰਦਾ ਉਹ ਸਾਹਮਣੇ ਚਾਨਣ ਪੈ ਗਿਆ, अपना अवगुण नज़र आ गया। जिसनों अपना अवगुण नज़र आ जाए वो जरूर ठीक ही कर लेंदा। जिसनों इत्थे कालख या मिट्टी या मक्खी बैठी हो या मच्छर मरिया होया चिपकिया होया, वो जरूर उसनों हटाएगा ही। पर जिसनों नज़र ही नहीं आ रहा कि मैं करूप हाँ, वो ठीक भी नहीं करता। एक बंदा, उन्होंने बड़े सारे लोग मार रहे सन, जर्नलिस्ट आ गए, टीवी वाले आ गए, माइक अगे लगा के पूछते ने, ए तुहानू मार रहे ने और तुसी हस रहे हो, तुहानू कुट पै रही है, ऐने सारे बंदे कुटदे पे ने और तुसी हस रहे हो। कहंदा मेरा ना ना भोंदू है, मेरे दोस्त का ना चंदू है, ए मैनू चंदू समझ रहे ने, मैं चंदू है नहीं, मैनू चंदू समझ के कुट रहे ने। कोई पूछे मार दे तैनू पै रही है,
ਸਾਧ ਸੰਗਤ ਜੀ, ਸਾਨੂੰ ਚਾਰੋਂ ਪਾਸੋਂ ਮਾਰ ਪੈ ਰਹੀ ਹੈ। ਸਾਡੇ ਧੀਆਂ ਪੁੱਤਰ ਬਰਬਾਦ ਹੋ ਰਹੇ ਨੇ, ਉਹਨਾਂ ਦੇ ਤਲਾਕ ਹੋ ਰਹੇ ਨੇ, ਨੂੰਹ ਸੱਸ ਦੀ ਬਣ ਨਹੀਂ ਰਹੀ ਹੈ, ਸਾਡੇ ਘਰਾਂ ਵਿੱਚ ਅਸ਼ਾਂਤੀ ਹੈ। ਮੈਂ ਆਪ ਅਪਸੈਟ ਹਾਂ, ਚਾਰੋਂ ਪਾਸੇ ਡਿਸਹਾਰਮੋਨੀਅਸ ਲਾਈਫ ਹੋ ਗਈ ਹੈ, ਨਸ਼ਾ ਔਰ ਡਰੱਗ ਨੇ ਘੇਰ ਲਿਆ ਸਾਨੂੰ, ਫਿਰ ਵੀ ਅਸੀਂ ਸੁੱਤੇ ਹੋਏ ਹਾਂ। ਤਾਂ ਭੋਂਦੂ ਹੀ ਤਾਂ ਹਾਂ, ਭੋਂਦੂ ਵਾਂਗੂ ਮਾਰ ਤੇ ਖਾ ਹੀ ਰਹੇ ਹਾਂ। ਆਪਣੇ ਘਰ ਨਹਾ ਧੋ ਕੇ, ਖਾ ਪੀ ਕੇ, ਪਰਫਿਊਮ ਲਗਾ ਕੇ, ਆਪਣੀ ਰੋਟੀ ਖਾ ਕੇ, ਬੱਚਿਆਂ ਨੂੰ ਪੀਜ਼ਾ ਖਵਾ ਕੇ, ਬੱਚੇ ਦੀ ਪਾਰਟੀ ਮਨਾ ਕੇ, ਟੋਪੀ ਚੁੰਝਦੀ ਪਾ ਕੇ, ਹੈਪੀ ਬਰਥਡੇ ਟੂ ਯੂ ਕਰਕੇ, ਆਪ ਮੋਮਬੱਤੀ ਲਗਾ ਕੇ, ਆਪ ਉਹਨੂੰ ਫੂਕ ਨਾਲ ਬੁਝਾ ਕੇ, ਆਪ ਕੱਟ ਕੇ ਖਾ ਲੈਣ ਨਾਲ ਕੁਝ ਚੇਂਜ ਨਹੀਂ ਹੋਏਗਾ। ਭੋਂਦੂ ਹੀ ਤੇ ਹਾਂ। ਕਦੋਂ ਇਸ ਕੰਮ 'ਚ ਹਿੱਸਾ ਪਾਵਾਂਗੇ, ਕਦੋਂ ਇਸ ਦੇ ਵਾਸਤੇ ਜਾਗਾਂਗੇ, ਕਦੋਂ ਇਹਦੀ ਪ੍ਰੈਕਟਿਸ ਕਰਾਂਗੇ? ਇਹਦੇ ਵਾਸਤੇ ਸ਼ਬਦ ਦੂਜਾ ਪੜਿਆ, ਗੱਲੀ ਅਸੀਂ ਚੰਗੀਆਂ, ਅਸੀਂ ਗੱਲਾਂ ਬੜੀਆਂ ਚੰਗੀਆਂ ਚੰਗੀਆਂ ਕਰਦੇ ਹਾਂ, ਆਚਾਰੀ ਬੁਰੀਆਂ, ਸਾਡਾ ਜੀਵਨ ਠੀਕ ਨਹੀਂ ਹੈ। ਮਨੋਂ ਕੁਸ਼ੁੱਧਾਂ ਕਾਲੀਆਂ, ਮਨੋਂ ਅਸੀਂ ਕਾਲੇ, ਬਾਹਰ ਚਿੱਟਵੀਆਂ, ਬਾਹਰੋਂ ਸਫੇਦ ਪੋਸ਼ ਬਣ ਕੇ ਦਿਖਾਉਂਦੇ ਹਾਂ। ਮੈਂ ਇੱਕ ਦੇਸ਼ ਦਾ ਨਾਂ ਨਹੀਂ ਲਵਾਂਗਾ, ਉੱਥੇ ਬਹੁਤ ਅਮੀਰ ਲੋਕੀ ਰਹਿੰਦੇ ਨੇ ਔਰ ਉਹਨਾਂ ਦੇ ਕੋਲ ਕਾਰ ਡਰਾਈਵਰ ਉਹਨਾਂ ਦੀਆਂ ਹਾਊਸ ਵਾਈਫਸ ਕੋਲ ਹੁੰਦੀਆਂ ਨੇ। ਤੇ ਕਾਰ ਤੇ ਡਰਾਈਵਰ ਕੋਲ ਹੋਣ ਦੇ ਕਾਰਨ ਉਹ ਕੀ ਕਰਦੇ ਨੇ, ਉਹ ਸਵੇਰੇ ਸ਼ਾਮ ਤੇ ਗੁਰਦੁਆਰੇ ਜਾ ਹੀ ਸਕਦੀਆਂ ਨੇ ਇੰਡੀਪੈਂਡੈਂਟਲੀ, ਉਹਨਾਂ ਦੇ ਪਤੀ ਆਪਣੇ ਕੰਮਾਂ ਤੋਂ ਸਿੱਧਾ ਡਰਾਈਵਰ ਕਾਰ ਤੇ ਆਉਂਦੇ ਨੇ। ਉਹਨਾਂ ਨੂੰ ਦਿਨ 4-4, 5-5, 6-6 ਸੈਰੇਮਨੀਜ਼ ਵੀ ਅਟੈਂਡ ਕਰਨੀਆਂ ਪੈਂਦੀਆਂ। ਇਸ ਕਰਕੇ ਉਹਨਾਂ ਨੇ ਆਪਣੇ ਨਾ ਟਰੰਕ ਵਿੱਚ ਕਾਰ ਦੇ 5-6 ਕਿਸਮਾਂ ਦੇ ਸੂਟ ਰੱਖੇ ਹੋਏ ਨੇ, ਬਈ ਕਿਸ ਵੇਲੇ ਕਿਹੜੇ ਪ੍ਰੋਗਰਾਮ ਤੇ ਜਾਣਾ ਪੈ ਜਾਏ। ਕਿਉਂਕਿ ਦਿਨ ਵਿੱਚ ਕਦੀ ਇਹ ਵੀ ਖਬਰ ਮਿਲ ਜਾਏ ਫਲਾਣਾ ਮਰ ਗਿਆ, ਸੰਸਕਾਰ ਤੇ ਜਾਣਾ ਪੈ ਜਾਂਦਾ, ਤਾਂ ਮੈਨੂੰ ਆਪਣੀ ਲਿਪਸਟਿਕ ਉਤਾਰਨੀ ਹੈ, ਮੈਨੂੰ ਆਪਣੇ ਉਹ ਸਾਰੇ ਗੋਟੇ ਕਿਨਾਰੀ ਵਾਲੇ ਸੂਟ ਉਤਾਰਨਾ, ਚਿੱਟਾ ਪਾਉਣਾ, ਸਾਦੇ ਵਾਲਾ ਪਾਉਣਾ, ਉਹ ਵੀ ਟਰੰਕ ਵਿੱਚ ਰੱਖਿਆ ਹੁੰਦਾ ਹੈ। ਰੂਪ ਵਟਾਉਂਦੇ ਜਾਂਦੇ ਹਾਂ, ਚਾਰੋਂ ਖਾਨੇ ਪੂਰੇ ਤੇ ਕਰ ਲੈਂਦੇ ਹਾਂ। ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇਂ ਦਰ ਖੜੀਆਂ, ਬਾਹਰੋਂ ਮਾਲਾ ਫੇਰਦਿਆਂ, ਬਾਹਰੋਂ ਤਪ ਕਰਦੇ ਰਹਿੰਦੇ ਹਾਂ। ਨਾਲ ਖਸਮੇ ਰਤੀਆਂ ਮਾਣੈ ਸੁਖ ਰਲੀਆਂ, ਜੋ ਸੱਚ ਨਾਲ ਜੁੜਿਆ ਹੁੰਦਾ ਉਹ ਰੱਬ ਨਾਲ ਜੁੜੇ ਦੀ ਆਤਮਕ ਅਵਸਥਾ ਮਾਣ ਸਕਦਾ, ਪਰ ਅਸੀਂ ਉਸ ਦੀ ਨਕਲਾਂ ਮਾਰਦੇ ਹਾਂ, ਆਪ ਜੀਂਦੇ ਨਹੀਂ। ਹੁੰਦੇ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ, ਜਿਨ੍ਹਾਂ ਕੋਲ ਕਿਸੇ ਵੀ ਕਿਸਮ ਦਾ ਤਾਣ ਹੋਵੇ, ਉਹਦਾ ਸ਼ੋਅ ਆਫ ਨਾ ਕਰੇ, ਉਹ ਹਿਪੋਕਰੇਟ ਨਹੀਂ ਹੁੰਦਾ। ਮੇਰੇ ਕੋਲ ਪੈਸੇ ਹਨ, ਮੈਂ ਦਿਖਾਵਾਂ ਨਾ, ਦਿਖਾਏ ਬਗੈਰ ਤੇ ਚੈਨ ਨਹੀਂ ਨਾ ਆਉਂਦਾ। ਤੁਸੀਂ ਉਹ ਗੱਲ ਸੁਣੀ ਹੈ, ਦੁਬਾਰਾ ਮੈਂ ਸਾਂਝ ਕਰਾਂ। ਇੱਕ ਬੀਬੀ ਜੀ ਨੇ ਪਤਾ ਨਹੀਂ ਕਿਤਨੇ ਕਰੋੜਾਂ ਦਾ ਡਾਇਮੰਡ ਦੀ ਰਿੰਗ ਬਣਵਾਈ, ਉਹ ਕੋਈ ਪੁੱਛੇ ਹੀ ਨਾ, ਕੋਈ ਉਹਨਾਂ ਦੀ ਰਿੰਗ ਤੱਕੇ ਹੀ ਨਾ, ਬੜੀ ਦੁਖੀ ਹੋ ਗਈ। ਹੁਣ ਉਹਨੇ ਕੀ ਕੀਤਾ, ਆਪਣੇ ਸਾਰੇ ਘਰ ਨੂੰ ਅੱਗ ਲਾ ਦਿੱਤੀ। ਅੱਗ ਲੱਗੀ, 911 ਨੂੰ ਕਾਲ ਕੀਤਾ, ਫਾਇਰ ਬ੍ਰਿਗੇਡ ਆ ਗਈ, ਫਾਇਰ ਬ੍ਰਿਗੇਡ ਅੱਗ ਬੁਝਾ ਰਹੀ ਹੈ, ਲੋਕੀ ਆ ਗਏ। ਅੱਗ ਕਿਸ ਤਰ੍ਹਾਂ ਲੱਗੀ, ਅੱਗ ਕਿਸ ਤਰ੍ਹਾਂ ਲੱਗੀ? ਕਹਿੰਦੀ ਸਭ ਕੁਝ ਸੜ ਗਿਆ, ਪਤਾ ਨਹੀਂ ਕਿਸ ਤਰ੍ਹਾਂ ਲੱਗੀ, ਬਸ ਇਹ ਮੁੰਦਰੀ ਬੱਚੀ ਹੈ, ਬਸ ਸਿਰਫ ਹੈ। ਲੋਕੀ ਆਪਣਾ ਸਭ ਕੁਝ ਸਾੜ ਕੇ ਵੀ ਆਪਣਾ ਦਿਖਾਵਾ ਨਹੀਂ ਛੱਡਦੇ ਨੇ। ਧਾਰਮਿਕ ਦੁਨੀਆ ਵਿੱਚ ਕਹਿੰਦੇ ਨੇ ਮੈਂ ਸਵੇਰੇ 2 ਵਜੇ ਉੱਠਦਾ। ਅਸੀਂ ਪੁੱਛਿਆ ਤੂੰ ਕਿੰਨੇ ਵਜੇ ਆਪਣੇ ਘਰ ਉੱਠਦਾ ਹੈ? ਤੀਰਥ ਬਰਤਰ ਦਾਨ ਕਰ ਮਨ ਮੈਂ ਧਰਿਆ ਗੁਮਾਨ। ਇਸ ਤਰ੍ਹਾਂ ਲੋਕੀ ਆਪਣਾ ਧਾਰਮਿਕ ਦਿਖਾਵਾ ਵੀ ਕਰਦੇ ਨੇ। ਅਸੀਂ ਨਾਮ ਜਪਦੇ, ਤੁਸੀਂ ਨਾਮ ਨਹੀਂ ਜਪਦੇ। ਅਸੀਂ ਮੀਟ ਨਹੀਂ ਖਾਂਦੇ, ਤੁਸੀਂ ਚਿਕਨ ਖਾ ਗਏ। ਅਸੀਂ ਬੜੇ ਸੱਚੇ ਸੁੱਚੇ ਹਾਂ, ਤੁਸੀਂ ਸਵੇਰੇ ਨਹੀਂ ਉੱਠਦੇ, ਅਸੀਂ ਸਵੇਰੇ ਉੱਠਦੇ ਹਾਂ। ਤੁਸੀਂ ਗੁਰਦੁਆਰੇ ਨਹੀਂ ਜਾਂਦੇ, ਤੁਸੀਂ ਤੀਰਥ ਤੇ ਨਹੀਂ ਜਾਂਦੇ, ਨਾ ਤੁਸੀਂ ਇਹ ਨਹੀਂ ਕਰਦੇ, ਉਹ ਨਹੀਂ ਕਰਦੇ, ਅਸੀਂ ਤੇ ਕਰਦੇ ਹਾਂ। ਦਿਖਾਵੇ ਦੀ ਲੋੜ ਨਹੀਂ ਹੁੰਦੀ। ਜਿਨ੍ਹਾਂ ਕੋਲ ਤਾਣ ਹੋਵੇ ਨਾ ਸੱਚ ਦਾ, ਉਹ ਸ਼ੋ ਆਫ ਨਹੀਂ ਕਰਦੇ। ਨੋ ਨੀਡ ਟੂ ਡਿਸਪਲੇ। ਨਾਨਕ ਜਨਮ ਸਕਾਰਥਾ ਜੇ ਤਿੰਨ ਕੈ ਸੰਗ ਮਿਲਾ। ਜੇ ਮੈਨੂੰ ਐਸਾ ਸੱਚ ਦਾ ਸੰਗ ਮਿਲ ਜਾਏ ਜਿਸ ਨੂੰ ਸੁਣ ਕੇ ਮੇਰਾ ਪਾਖੰਡ ਛੁੱਟ ਸਕਦਾ ਹੈ, ਔਰ ਮੈਂ ਅੰਦਰ ਦੀ ਇੱਕ ਮਿਕਤਾ ਵਾਲੀ ਰੱਬ ਜੀ ਦਾ
ਖੇੜਾ ਮਹਿਸੂਸ, ਮਿਲਨ, ਹੈਪੀਨੈਸ ਪ੍ਰਾਪਤ ਕਰ ਸਕਦਾ ਹਾਂ, ਉਹ ਡਿਮਾਂਡ ਕੀਤੀ ਜਾ ਰਹੀ ਹੈ। ਹੁਣ ਇਸ ਤੋਂ ਬਾਅਦ ਅਸੀਂ ਪੌੜੀ ਪੜ੍ਹੀ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਊਗਾ। ਅਸੀਂ ਉਸ ਦੀ ਗਾਇਕੀ ਵੇਲੇ ਜਾਣ ਕੇ ਨਿਖੇੜ ਕੇ ਅਸੀਂ ਉਸ ਨੂੰ ਗਾਇਆ ਛੱਡ ਦੁਨੀਆ। ਜੇ ਅਸੀਂ ਉਹਦੇ ਅਰਥ ਇੰਝ ਬਣਾਈਏ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਇਹ ਜਿਹੜੇ ਤੇਰੇ ਕੱਪੜੇ ਔਰ ਤੇਰਾ ਸੁਖ ਆਰਾਮ ਹੈ ਨਾ, ਔਰ ਤੇਰਾ ਸਾਰਾ ਸਰੀਰ ਹੈ ਨਾ, ਇਹ ਸਾਰੇ ਦੁਨੀਆ ਅੰਦਰ ਛੋੜ ਕੇ ਜਾਣਾ ਪਏਗਾ। ਤਾਂ ਕਿੱਥੇ ਜਾਣਾ ਪਏਗਾ? ਦਿਸ ਬੋਡੀ ਡਜ਼ਨਟ ਗੋ ਐਨੀਵੇਅਰ, ਤੇ ਸਮਾਨ ਵੀ ਜਾਏਗਾ ਹੀ ਨਹੀਂ। ਇਹਦੇ 'ਚ ਕੀ ਕਿਹੜੀ ਬੜੀ ਵੱਡੀ ਗੱਲ ਹੈ। ਸਾਰੇ ਦੀ ਸਾਰੀ ਪੌੜੀ ਦੇ ਉੱਪਰ ਇੱਕ ਸ਼ਲੋਕ ਲੱਗਾ ਹੋਇਆ ਹੈ। ਸ਼ਲੋਕ ਨੂੰ ਉਭਾਰ ਕੇ ਖੋਲ੍ਹਣ ਵਾਸਤੇ ਵਰਤਿਆ ਜਾਂਦਾ ਹੈ ਵਾਰਾਂ ਦੇ ਵਿੱਚ। ਮੇਨ ਚੀਜ਼ ਬਾਣੀ ਦੀ ਬਣਤਰ ਵਿੱਚ ਵਾਰਾਂ ਹੁੰਦੀਆਂ ਪੌੜੀਆਂ। ਪੌੜੀ ਦੇ ਵਿੱਚ ਟੌਪਿਕ ਜਿਹੜਾ ਹੁੰਦਾ ਹੈ, ਉਸ ਟੌਪਿਕ ਨੂੰ ਸ਼ਲੋਕ ਰਾਹੀਂ ਖੋਲ੍ਹਿਆ ਜਾਂਦਾ ਹੈ। ਪੌੜੀ, ਇਸ ਪੌੜੀ ਵਿੱਚ ਕਹਿ ਰਹੇ ਤੂੰ ਜਿਹੜੀ ਤੈਨੂੰ ਸੁਹਾਵਣਾ ਕੱਪੜ ਮਿਲਿਆ ਹੈ, ਤੂੰ ਇਹ ਹੈਪੀਨੈਸ ਔਰ ਸੁੱਖ ਪ੍ਰਾਪਤ ਨਹੀਂ ਕਰ ਪਾ ਰਿਹਾ ਪਾਖੰਡ ਦੇ ਕਾਰਨ। ਕਿੱਥੋਂ ਪਤਾ ਲੱਗਾ ਕਿ ਇਹ ਪੌੜੀ ਪਾਖੰਡ ਬਾਰੇ ਹੈ? ਕਿਉਂਕਿ ਉੱਪਰ ਸ਼ਲੋਕ ਹੈ। ਸ਼ਲੋਕ ਦਰਸਾਏਗਾ ਕਿ ਇਹਦੇ ਅਰਥ ਪਾਖੰਡ ਬਾਰੇ ਹਨ। ਪਾਖੰਡ ਕਰਨਾ ਦੁਨੀਆਦਾਰੀ ਦੀ ਖੇਡ ਹੈ। ਇਸ ਕਰਕੇ ਇਹਦੇ ਅਰਥ ਇੰਜ ਮਹਿਸੂਸ ਹੁੰਦਾ ਹੈ, ਤੇਰਾ ਕੱਪੜ ਰੂਪ ਸੁਹਾਵਣਾ ਹੋ ਸਕਦਾ ਹੈ, ਤੂੰ ਸੁਖੀ ਹੋ ਸਕਦਾ ਹੈ, ਤੈਨੂੰ ਜ਼ਿੰਦਗੀ ਰੂਪ ਕੱਪੜ ਸੁਹਾਵਣਾ ਮਹਿਸੂਸ ਹੋ ਸਕਦਾ ਹੈ। ਯੂ ਕੈਨ ਰੈਲਿਸ਼ ਇਟ, ਯੂ ਕੈਨ ਇੰਜੋਏ ਇਟ, ਯੂ ਕੈਨ ਰੀਲੀ ਮਹਿਸੂਸ ਕਰ ਸਕਦਾ ਹੈ ਇਸ ਨੂੰ। ਪਤਾ ਕੀ ਕਰ, ਛੱਡ ਦੁਨੀਆ। ਦੁਨੀਆ ਛੱਡਣ ਦਾ ਮਤਲਬ ਸੁਸਾਈਡ ਕਰਨਾ ਨਹੀਂ ਹੁੰਦਾ, ਦੁਨੀਆਦਾਰੀ ਛੱਡ। ਜਿਸ ਤਰ੍ਹਾਂ ਲੋਕੀ ਕਰਦੇ ਨੇ ਉਂਝ ਕਰਨ ਦਾ ਫਾਇਦਾ ਨਹੀਂ ਹੈ। ਡੋਂਟ ਫॉलो ਪੀਪਲ। ਜਗਤ ਕੀ ਭੇਡਾ ਚਾਲ ਵਾਲੀ ਦੁਨੀਆਦਾਰੀ ਛੱਡ। ਕਿ ਲੋਕੀ ਵੀ ਹਿਪੋਕਰੇਟ ਨੇ, ਅਸੀਂ ਵੀ ਹਿਪੋਕਰੇਸੀ ਕਰ ਲਈਏ, ਤੂੰ ਸੁਖੀ ਨਹੀਂ ਹੋਏਗਾ। ਇਸ ਕਰਕੇ ਦੁਨੀਆਦਾਰੀ ਛੱਡ। ਛੱਡ ਦੁਨੀਆ। ਦੁਨੀਆ ਲੋਕਾਂ ਨੂੰ ਨਹੀਂ ਕਹਿੰਦੇ ਨੇ, ਦੁਨੀਆ ਇਸ ਬਾਹਰ ਦੇ ਜਗਤ ਨੂੰ ਨਹੀਂ ਕਹਿੰਦੇ ਨੇ। ਦੁਨੀਆ ਮੇਰੇ ਅੰਦਰ ਦੇ ਖਿਆਲ ਨੇ, ਔਰ ਮੇਰੇ ਖਿਆਲਾਂ ਦੇ ਵਿਚਕਾਰ ਜੋ ਮੈਂ ਪਾਖੰਡ ਕਰਦਾ, ਉਸ ਦੁਨੀਆਦਾਰੀ ਨੂੰ ਛੱਡਣਾ ਹੈ। ਜੇ ਮੈਂ ਉਸ ਨੂੰ ਪਾਲਾਂ, ਉਹਨੂੰ ਕਹਿੰਦੇ ਨੇ ਵੱਡਾ ਹੋਆ ਦੁਨੀਦਾਰ। ਗੱਲ ਸੰਗਲ ਘਰ ਚਲਾਇਆ, ਫਿਰ ਬੰਦਾ ਬੱਝਾ ਹੋਇਆ, ਦਿਨ ਰਾਤ ਘਸੀਟਿਆ ਫਿਰਦਾ ਰਹਿੰਦਾ ਹੈ। ਨਾ ਫਿਰ ਲੋਕੀ ਕੀ ਕਹਿਣਗੇ, ਇਹ ਲੋਕੀ ਕੀ ਕਹਿਣਗੇ ਦੀ ਜ਼ੰਜੀਰ ਉਹਨੂੰ ਦਿਨ ਰਾਤ ਖਿੱਚਦੀ ਰਹਿੰਦੀ ਹੈ। ਉਹ being pulled every moment, ਲੋਕੀ ਕੀ ਕਹਿਣਗੇ। ਜੇ ਲੋਕਾਂ ਦੀ ਪਰਵਾਹ ਕਰਨ ਲੱਗੇ ਨਾ, ਫਿਰ ਤੁਸੀਂ ਰੱਬ ਜੀ ਦੇ ਨਾਲ ਇੱਕ ਮਿਕਤਾ ਵਾਲਾ ਜੀਵਨ ਨਹੀਂ ਜੀ ਸਕੋਗੇ। ਫਿਰ ਰੱਬ ਨੂੰ ਦੂਰ ਕਰ ਲਿਆ। ਤਾਂ ਹੀ ਅਸੀਂ ਇੱਕ ਸ਼ਬਦ ਪੜ੍ਹਿਆ ਸੀ ਡਰ ਸੈਮੀਨਾਰ ਵਿੱਚ, ਡਰ ਡਰ ਮਰਤੇ ਜਬ ਜਾਨੀਏ ਦੂਰ। ਰੱਬ ਨੂੰ ਦੂਰ ਸਮਝ ਲਿਆ, ਹੁਣ ਡਰੋ, ਹੁਣ ਦੁਨੀਆ ਕੋਲੋਂ ਡਰੋ, ਲੋਕੀ ਕੀ ਕਹਿਣਗੇ। ਛੱਡ ਦੁਨੀਆ। ਕੀ ਕਰ, ਅੰਦਰ ਜਾਵਣਾ, ਆਪਣੇ ਅੰਦਰ ਚਲਾ ਜਾ। ਇੰਟਰੋਸਪੈਕਸ਼ਨ ਸਿੱਖ ਕਿ ਜੋ ਮੈਂ ਹਾਂ ਉਹ ਮੈਂ ਹਿਪੋਕਰੇਟ ਹਾਂ, ਮੈਨੂੰ ਆਪਣੇ ਅਵਗੁਣ ਛੱਡਣੇ ਹਨ। ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮੇਰੇ ਕੋਈ ਮੰਦੇ ਚੰਗੇ ਕਰਕੇ ਮੈਨੂੰ ਜੋ ਕੁਝ ਮਿਲਦਾ ਹੈ, ਜੇ ਮੈਂ ਮੰਦਾ ਕਰਦਾ ਹਾਂ ਤਾਂ ਮੈਨੂੰ ਮੰਦਾ ਮਿਲਦਾ ਹੈ ਇਨ ਰਿਜ਼ਲਟ। ਚੰਗਾ ਕਰਦਾ ਹਾਂ ਚੰਗਾ ਮਿਲਦਾ ਹੈ, ਕਿਸੇ ਤੇ ਬਲੇਮ ਲਗਾਉਣ ਦੀ ਲੋੜ ਨਹੀਂ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਦੋਂ ਅਸੀਂ ਪੁਲਿਸ ਤੇ, ਜੱਜਿਸ ਤੇ, ਟੀਚਰਸ ਤੇ, ਪੇਰੈਂਟਸ ਤੇ, ਸਰਕਾਰਾਂ ਤੇ, ਵੱਡੇ ਵਡੇਰਿਆਂ ਤੇ ਬਲੇਮ ਸੁੱਟਦੇ ਰਹਿੰਦੇ ਹਾਂ, ਆਪਣਾ ਅਵਗੁਣ ਭੁੱਲ ਜਾਂਦਾ ਹੈ। ਨੋ ਨੀਡ ਟੂ ਥਰੋ ਬਲੇਮਸ ਔਨ ਐਨੀਬਡੀ ਐਲਸ। ਇਹ ਤੇ ਇੰਝ ਹੋ ਗਿਆ ਫਲਾਣਿਆਂ ਨੇ ਕਰਾਇਆ ਹੋਣਾ, ਇਹਦੇ ਵਿੱਚ ਤੇ ਪਾਕਿਸਤਾਨ ਦਾ ਹੱਥ ਹੋਣਾ, ਇਹਦੇ ਵਿੱਚ ਨਹੀਂ ਇੰਡੀਆ ਦਾ ਹੱਥ ਹੋਣਾ, ਇਹਦੇ ਵਿੱਚ ਫਲਾਣਿਆਂ ਦਾ ਹੱਥ ਹੋਣਾ, ਇਹਦੇ ਵਿੱਚ ਫਲਾਣੇ ਨੇ ਕੀਤਾ ਹੈ। ਇਹ ਸਾਰਾ ਕੀ ਹੈ? ਐਸਕੇਪਿਜ਼ਮ ਹੈ।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਉਂਦੇ, ਰਾਹ ਭੀੜ ਹੈ ਅੱਗੇ ਜਾਵਣਾ। ਅੱਗੇ ਕੀ ਹੁੰਦਾ ਹੈ? ਅੱਗੇ ਹੁੰਦਾ ਹੈ ਜੋ ਮੈਨੂੰ ਗੱਲ ਹੁਣ ਪਤਾ ਹੈ ਜਾਂ ਜੋ ਮੈਂ ਹੁਣ ਸੋਚ ਰਿਹਾ, ਇਸ ਤੋਂ ਅਗਲਾ ਪਲ ਜੋ ਵੀ ਜੀਂਦੇ ਆ ਉਹਨੂੰ ਅੱਗੇ ਕਹਿੰਦੇ। ਜਦੋਂ ਮੈਂ ਆਪਣੇ ਮਨ ਦੀ ਮਰਜ਼ੀ ਕਰਾਂ, ਰੱਬੀ ਰਜ਼ਾ ਹੁਕਮ ਨਿਯਮ ਸਿਸਟਮ ਮੁਤਾਬਕ ਨਾ ਜੀਆਂ, ਹੁਕਮ ਕੀਏ ਮਨ ਭਾਉਂਦੇ, ਰਾਹ ਭੀੜ ਹੈ, ਮੇਰਾ ਜ਼ਿੰਦਗੀ ਦਾ ਰਾਹ ਟਾਈਟ ਹੋ ਗਿਆ, ਭੀੜਾ ਹੋ ਗਿਆ। ਹੁਣ ਮੈਂ ਰੱਬ ਦੀ ਇਕਮਿਕਤਾ ਵਾਲੇ ਰਸਤੇ ਤੇ ਨਹੀਂ ਟੁਰ ਸਕਦਾ। मन तो मैगल होए रहा, क्यों कर निकसा जाए। कबीर मुकत द्वारा संकड़ा टाइट हो गया है, मैं साल्वेशन नहीं ले पा रहा, मुकत नहीं हो पा रहा। राई दसवें पाए, मन तो मैगल होए रहा, क्यों कर निकसा जाए। ऐसा सतगुरु जे विले तुठा करे पसाओ, मुकत द्वारा मोकला, ऐसी कोई मनु अकल देवो कि मेरा मुकत द्वारा खुल जाए, इस तरह सौखा हो जाए। मैं हाथी बन गया वहां। हाथी बुद्धिमान होता है पर नहा धो के अपने ऊपर मिट्टी पा लेंदा है। जितना बुद्धिमान होता है उतना मूर्खता कर लेंदा है। असी सारे बुद्धिमान सियाणे बड़े हाँ, पर कंपैरिजन करके देखो, जितने जानवर ने कभी भी हिपोक्रेसी नहीं करते ने। बिल्ली म्याऊ म्याऊ कर दिया, भाव भाव नहीं कर सकती। कुत्ता भाव भाव कर सकता, म्याऊ म्याऊ नहीं कर सकता। पर असी हिपोक्रेसी कर दिया, अपनी पत्नी नूं कहंदे आ तुम म्याऊ म्याऊ करो, पत्नी पति नूं कहंदी है भाव भाव मत करो, म्याऊ म्याऊ करो। इंज ही करते हैं ना। कुत्ता बिल्ली दुनिया भर दे जानवर कोई भी हिपोक्रेसी नहीं करते ने, पर असी मनुख होके हिपोक्रेसी करते हैं। कदी तुसी निम नूं कहो निम जी तुसी बड़े चंगे हो, आओ मैं तुहानूं पाठ सुनावां, ते तुसी अंब लटका दिओ, कदे भी निम नहीं करेगी। कहां स्वान को सिमरती सुनाए, कौआ कहां कपूर चुराए। एक करन नाल कुछ नहीं होता। वो लोग की बिल्कुल वो सारे जितने बीइंग्स ने, पेड़ ने, कायनात ने, सारे कोई हिपोक्रेसी नहीं करते ने। असी बुद्धिमान सियाणे अपने आप को समझ रहे, पता नहीं किन्ने कह दिता सारिया जूना के उपर सब तो सियाणी जून इंसान होती है, जबकि सब तो हिपोक्रेट इंसान है। वो सारे अपने रब के नियम सिस्टम में जीते ने। जो बोलता है बनमीन पंखेरू सो हर बिन जापत है नहीं, और वो सारे रब के रजा नियम ही रहते हैं। मनुख नूं कहना पैंदा बंदे ओए बंदा बन। हुक्म किए मन भावदे, रा भीड़ है अगे जावना। अब मेरा रास्ता औखा हो गया, नंगा दोजक चालिया, हुण मैं नरकी जीवन जींदा हाँ। तां दिसै खरा डरावना, हर वेले डरिया रहिंदा। डरिया मनुख हिपोक्रेसी करता है, कर अवगुण पछोतावना। दिन रात मार भी खा रहे हैं, भोंदू भी बने हुए हैं, पछताई भी जा रहे हैं, रोई भी जा रहे हैं, सीधे राह पै भी नहीं रहे हैं, यू टर्न लै भी नहीं रहे हैं। ये मेरे अज के टॉपिक एक श्लोक ते एक पौड़ी ते एक छंद असी तुहाडे नाल साझ कीता। बाणी राई जे तुहानूं लगदा है कि असी धर्म की दुनिया च जीना है, तो फिर चारों पासे जो कुछ भी साडे सिम्पटम्स नज़र आ रहे हैं, उस सिम्पटम्स दी बीमारियां तो आप छुट्टिए, तब पाखंड तो छुटांगे और रब्बी कमिकता का जीवन माण सकांगे। किसी को माफ करना सीखिए तो धर्म बनता है। कबीर जहां ज्ञान ता धर्म है। ज्ञान का की मतलब है? अकॉर्डिंग टू गुरबानी ज्ञान का मतलब है वो वाली नॉलेज जिदे नाल मैं अपना अवगुण देख सका। इसनूं गुरबाणी का ज्ञान कहते हैं। असी एक सैमीनार किया सी ईगो हौमै, ਉਹਦੇ ਵਿੱਚ ਅਸੀਂ 2 दिन इंडिया सैमीनार किया और शब्द पढ़ा सी हौमै कित्थों उपजै। कित्थों मेरी हौमै पैदा होंदी है, ਲੱਭਿਆ सी, डायग्नोज किया सी। हौमै कित्थों उपजै, कित संजम इजाए। किहड़े तरीके नाल जाती है। ਜਦੋਂ 2 दिन इंडिया सैमीनार करके मैं अमेरिका वापस आया तो मेरी भैन दी नूं मैनूं पुछदी है, मामा जी
ਤੁਸੀਂ ਹਉਮੈ ਦੇ ਸੈਮੀਨਾਰ ਵਿੱਚ ਕੀ ਡਿਸਕਸ ਕਰਕੇ ਆਏ ਹੋਏ ਹੋ? ਪਤਾ ਨਹੀਂ ਕਦੋਂ ਟੀਵੀ ਤੇ ਟੈਲੀਕਾਸਟ ਹੋਏਗਾ, ਕਦੋਂ ਤੁਹਾਡੀ ਟੇਪ ਬਣੇਗੀ। ਥੋੜ੍ਹੀ ਜਿਹੀ ਜਿਸ ਤੇ ਸੁਣਾਓ। ਤਾਂ ਮੈਂ ਉਸ ਨੂੰ ਜਦੋਂ ਸੁਣਾ ਰਿਹਾ ਸੀ, ਮੈਂ ਥੋੜ੍ਹਾ ਜਜ਼ਬਾਤੀ ਹੋ ਗਿਆ। ਮੈਂ ਉਸ ਨੂੰ ਕਿਹਾ, ਮੈਨੂੰ ਨਾ ਇੰਝ ਲੱਗਦਾ ਹੈ ਕਿ ਮੈਂ ਸੈਮੀਨਾਰ ਵਿੱਚ ਇਹ ਸਾਂਝ ਕਰ ਰਿਹਾ ਸਾਂ, ਸਤਿਗੁਰ ਪਾਤਸ਼ਾਹ ਜੀ ਮੈਨੂੰ ਕਿਹੜੀ ਅਕਲ ਆ ਗਈ ਹੈ, ਮੈਂ ਕਿੱਥੋਂ ਇੰਨਾ ਪੜ੍ਹ ਗਿਆ, ਇੰਨਾ ਸਿਆਣਾ ਹੋ ਗਿਆ ਕਿ ਮੈਨੂੰ ਲੋਕਾਂ ਦੇ ਅਵਗੁਣ ਨਜ਼ਰ ਆਉਂਦੇ ਨੇ। ਦਿਸ ਇਜ਼ ਕਾਲਡ ਈਗੋ, ਦਿਸ ਇਜ਼ ਕਾਲਡ ਹਉਮੈ। ਪਤਾ ਨਹੀਂ ਮੈਨੂੰ ਕਿੱਥੋਂ ਇਹ ਪੜ੍ਹਾਈ ਆ ਗਈ ਹੈ, ਕਿੱਥੋਂ ਇਹ ਅਕਲ ਆ ਗਈ ਹੈ, ਕਿੱਥੋਂ ਮੈਂ ਸਿਆਣਾ ਹੋ ਗਿਆ ਕਿ ਮੈਨੂੰ ਦੁਨੀਆ ਦੇ ਅਵਗੁਣ ਨਜ਼ਰ ਆਉਂਦੇ ਨੇ। ਮੈਂ ਇਸ ਤੋਂ ਛੁੱਟਣਾ ਚਾਹੁੰਦਾ। ਸਾਕਤ ਹਰ ਸਾਧ ਨਾ ਜਾਣਿਆ, ਨਿਰੰਤਰ ਹਉਮੈ ਕੰਡਾ ਹੈ। ਜੋ ਜੋ ਚਲੇ ਚੁਭੇ ਦੁੱਖ ਪਾਵੇ। ਬੜੀ ਤੰਗ ਕਰਦੀ ਹੈ, ਕੰਡਾ ਬਹੁਤ ਤੰਗ ਕਰਦਾ ਹੈ। ਇਹ ਈਗੋ ਹਉਮੈ ਤੋਂ ਮੈਨੂੰ ਛੁਡਾ ਲਓ। ਜੇ ਮੈਂ ਸੱਸ ਹਾਂ, ਮੈਨੂੰ ਨੂੰਹ ਦੀਆਂ ਗਲਤੀਆਂ ਨਜ਼ਰ ਆਉਂਦੀਆਂ। ਜੇ ਮੈਂ ਨੂੰਹ ਹਾਂ, ਮੈਨੂੰ ਸੱਸ ਦੀ ਗਲਤੀਆਂ ਨਜ਼ਰ ਆਉਂਦੀਆਂ। ਜੇ ਮੈਂ ਪਿਤਾ ਹਾਂ, ਮੈਨੂੰ ਬੱਚਿਆਂ ਦੀ ਜਾਂ ਮੇਰੀ ਵਹੁਟੀ ਦੀ ਗਲਤੀ ਨਜ਼ਰ ਆਉਂਦੀ ਹੈ। ਜੇ ਮੈਂ ਬੱਚਾ ਹਾਂ, ਮੈਨੂੰ ਪੇਰੈਂਟਸ ਦੀ ਗਲਤੀ ਨਜ਼ਰ ਆਉਂਦੀ ਹੈ। ਮੈਂ ਫਸ ਗਿਆ। ਚਾਰੋਂ ਪਾਸੇ ਲੋਕਾਂ ਨੇ ਬਹੁਤ ਛਿਲਕੇ ਸੁੱਟ ਦਿੱਤੇ ਨੇ, ਮੈਂ ਫਿਸਲਦਾ ਰਹਿੰਦਾ। ਮੇਰਾ ਟਾਈਮ ਜਾਇਆ ਜਾ ਰਿਹਾ ਹੈ। ਮੈਨੂੰ ਸੁਮਤ ਬਖਸ਼ੋ, ਕਾਈਂਡਲੀ ਗ੍ਰਾਂਟ ਮੀ ਦਾ ਵਿਜ਼ਡਮ। ਮੈਂ ਆਪਣੇ ਇਸ ਕੰਡੇ ਤੋਂ ਛੁੱਟ ਜਾਵਾਂ। ਇਹਨੂੰ ਗਿਆਨ ਕਹਿੰਦੇ ਨੇ। ਮੈਨੂੰ ਇਹ ਅਕਲ ਦਿਓ ਹੁਣ ਕਿ ਮੈਂ ਆਪਣੀ ਪਹਿਲੀ ਅਕਲ ਛੋੜ ਸਕਾਂ ਔਰ ਲੋਕਾਂ ਦੇ ਅਵਗੁਣ ਨਾ ਦੇਖ ਸਕਾਂ। ਇਹਨੂੰ ਕਹਿੰਦੇ ਨੇ ਈਗੋ ਤੋਂ ਗੈਟ ਰਿਡ ਹੋਣਾ। ਸੋ ਆਈ ਸ਼ੇਅਰਡ ਵਿਦ them ਕਿ ਮੈਂ ਇਸ ਗੇਮ ਵਿੱਚ ਫਸਿਆ। ਇਹਨੂੰ ਹਉਮੈ ਕਹਿੰਦੇ ਨੇ ਕਿ ਦੂਜਿਆਂ ਦੇ ਅਵਗੁਣ ਦੇਖਣ ਦੀ ਅਕਲ ਆ ਗਈ। ਹੁਣ ਇਹ ਬਹੁਤ ਤੰਗ ਕਰੇਗੀ, ਹੁਣ ਇਹ ਬਹੁਤ ਸਤਾਏਗੀ ਔਰ ਮੇਰੇ ਕੋਲੋਂ ਮੇਰਾ ਇੱਕ ਬਰਥ ਰਾਈਟ ਖੋਹ ਲੇਗੀ ਕਿ ਮੈਂ ਆਪਣਾ ਕਿਵੇਂ ਦੇਖਾਂ ਅਵਗੁਣ। ਮੈਨੂੰ ਆਪਣਾ ਹੀ ਤੇ ਅਵਗੁਣ ਸਮਝ ਨਹੀਂ ਆਉਂਦਾ। ਸਾਰੀ ਦੀ ਸਾਰੀ ਬਾਣੀ ਮੈਨੂੰ ਮੇਰਾ ਅਵਗੁਣ ਦੇਖਣ ਬਾਰੇ ਗਿਆਨ ਦਿੰਦੀ ਹੈ। ਮੈਂ ਇਸੀ ਨੂੰ ਇਗਨੋਰ ਕਰ ਗਿਆ। ਹਾਊ ਟੂ ਸੀ ਯੋਰ ਡੈਫੀਸ਼ੀਐਂਸੀਜ਼। ਆਵਰਨ ਹਸਤ ਆਪ ਹੈ ਕਾਣੇ। ਮੈਂ ਕਾਣਾ ਹੋ ਗਿਆ, ਮੈਂ ਆਪਣੇ ਅਵਗੁਣ ਨੂੰ ਨਹੀਂ ਦੇਖ ਪਾ ਰਿਹਾ। That is called to get rid of ego. ਕਬੀਰਾ ਜਾਂ ਗਿਆਨ ਤਾਂ ਧਰਮ ਹੈ। ਜੇ ਇੱਕ ਸਮਝ ਆ ਜਾਏ, ਹੁਣ ਇਹਦਾ ਮਤਲਬ ਵੈਰੀ ਕਲੀਅਰ ਕਿ ਸਾਧ ਸੰਗਤ ਜੀ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ, ਪਰ ਮੈਨੂੰ ਵੀ ਹੁਣੇ ਇਹ ਧਰਮ ਤੇ ਜੀਣਾ ਨਹੀਂ ਆਇਆ, ਕਿਉਂਕਿ ਮੈਨੂੰ ਤੇ ਹੁਣੇ ਜਾਚ ਹੈ ਹਾਊ ਟੂ ਸੀ ਅਦਰਸ ਅਵਗੁਣ। ਜਿਸ ਨੂੰ ਇਹ ਅਵਗੁਣ ਕੰਡਾ ਸਤਾਉਂਦਾ ਹੈ, ਜੇ ਉਹ ਇਹ ਗਿਆਨ ਲੈ ਲਵੇ ਕਿ ਮੇਰੇ ਅੰਦਰ ਅਵਗੁਣ ਹਨ, ਤਾਂ ਧਰਮ ਸ਼ੁਰੂ ਹੁੰਦਾ ਹੈ। ਕਬੀਰਾ ਜਾਂ ਗਿਆਨ ਦਾ ਧਰਮ ਹੈ ਜਾਂ ਝੂਠ ਦਾ ਪਾਪ। ਤਾਂ ਹਿਪੋਕ੍ਰੇਸੀ ਝੂਠ ਹੈ। ਜਹਾਂ ਲੋਭ ਤਾਂ ਕਾਲ ਹੈ, ਜਿੱਥੇ ਗਰੀਡ ਹੋਵੇ ਉੱਥੇ ਆਤਮਕ ਡੈਥ ਹੈ। ਜਹਾਂ ਖਿਮਾ ਤਾਂ ਆਪ ਫॉरगिव ਕਰ ਸਕਣ ਦੀ ਅਕਲ ਆ ਜਾਏ। ਇਹਦਾ ਮਤਲਬ ਅਵਗੁਣ ਕਰਨ ਵਾਲੇ ਅਵਗੁਣ ਕਰਨਗੇ ਔਰ ਮੈਂ ਮਾਫ ਕਰ ਸਕਾਂ। ਮੈਂ ਮਾਫ ਹੀ ਤੇ ਨਹੀਂ ਕਰਦਾ। ਫॉरगिवनेस ਦੀ ਹੀ ਤੇ ਮੇਰੀ ਸਟਬਨੈਸ ਹੈ ਕਿ ਮੈਂ ਨਹੀਂ ਕਰਦਾ। ਪੁਰਾਣੀਆਂ ਗੱਲਾਂ ਯਾਦ ਰੱਖਦਾ ਹਾਂ, ਉਹਨਾਂ ਤੋਂ ਬਾਅਦ ਉਹਨਾਂ ਦੇ ਡਾਟਾ ਮਲਟੀਪਲਾਈ ਕਰਦਾ ਰਹਿੰਦਾ ਹਾਂ। ਨਹੀਂ ਇੰਝ ਕੀਤਾ ਸੀ, ਫਿਰ ਇੰਝ ਵੀ ਕੀਤਾ ਸੀ, ਫਿਰ ਉਂਝ ਵੀ ਕੀਤਾ ਸੀ, ਕਿਉਂਕਿ ਮੈਂ ਮਾਫ ਨਹੀਂ ਕਰਨਾ ਹੈ। ਜਦਕਿ ਰੱਬ ਜੀ ਇਹ ਗਲਤੀਆਂ ਦੀ ਲਿਸਟ ਨਹੀਂ ਬਣਾਉਂਦੇ ਨੇ, ਅਵਗੁਣ ਕੋਨਾ ਚਿਤਾਰਦਾ ਗੱਲ ਸੇਤੀ ਲਾਇਕ ਐਮਬਰੇਸ ਕਰਦੇ ਨੇ। ਇਹਦਾ ਮਤਲਬ ਡਿਸਹਾਰਮਨੀ ਤਾਂ ਪੈਦਾ ਹੁੰਦੀ ਹੈ ਜਦੋਂ ਅਸੀਂ ਮਾਫ ਨਹੀਂ ਕਰਦੇ ਹਾਂ, ਅਵਗੁਣ ਨੂੰ ਸਾਹਮਣੇ ਰੱਖ ਲੈਂਦੇ ਹਾਂ, ਗੁਣ ਨੂੰ ਦਬਾ ਕੇ ਪਰੇ ਸੁੱਟ ਦਿੰਦੇ ਹਾਂ। ਅਵਗੁਣ ਦੀ ਮਾਫੀ ਦੇ ਦੇਣੀ ਤੇ ਜਿਹੜੇ ਦੂਜਿਆਂ ਨੂੰ ਮਾਫ ਨਹੀਂ ਕਰਦੇ ਨੇ, ਉਹਦੀ ਨਿਸ਼ਾਨੀ ਆ ਉਹ ਆਪਣੇ ਆਪ ਨੂੰ ਮਾਫ ਨਹੀਂ ਕਰਦਾ। ਉਹ
इस करके अपने आप ਨੂੰ ਇਨਵੈਲਿਡ ਕਰਦਾ, ਮੈਂ ਗਰੀਬ ਹਾਂ, ਮੈਂ ਕਾਮਯਾਬ ਜੋ ਨਹੀਂ ਹੋਇਆ, ਮੈਂ ਇਤਨਾ ਪਿਆਰ ਵਾਲਾ ਹਾਂ, ਲੋਕੀ ਮੈਨੂੰ ਪਿਆਰ ਨਹੀਂ ਕਰਦੇ, ਮੈਂ ਇਮਾਨਦਾਰ ਹਾਂ, ਸਾਰੇ ਬੇਈਮਾਨ ਨੇ, ਸਭ ਨੇ ਮੈਨੂੰ ਧੋਖਾ ਦਿੱਤਾ। ਉਹ ਆਪਣੇ ਆਪ ਨੂੰ ਮਾਫ ਨਹੀਂ ਕਰਦਾ ਹੈ, ਫਿਰ ਆਪਣੇ ਪਰਿਵਾਰ ਵਾਲਿਆਂ ਨੂੰ ਮਾਫ ਨਹੀਂ ਕਰਦਾ ਹੈ, ਫਿਰ ਸਾਰੀ ਦੁਨੀਆ ਨੂੰ ਮਾਫ ਨਹੀਂ ਕਰਦਾ ਹੈ। ਧਰਮ ਸ਼ੁਰੂ ਹੀ ਨਹੀਂ ਹੋਇਆ, ਧਰਮ ਅਪਲਾਈ ਨਹੀਂ ਹੋਇਆ। ਮੈਨੂੰ ਇਹ ਚਿੱਤ ਆਈ ਹੈ ਕਿ ਮੈਂ ਤੁਹਾਡੇ ਨਾਲ ਇੱਕ ਪਾਤਰ ਜੀ ਦੀ ਕਵਿਤਾ ਸਾਂਝ ਕਰਾਂ। ਉਸ ਨੂੰ ਮੈਂ ਤੁਹਾਡੇ ਨਾਲ ਸਿਰਫ ਗਾਵਾਂਗਾ, ਥੋੜ੍ਹਾ ਜਿਹਾ ਬਰੀਫ ਕਰਾਂਗਾ। ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ, ਤੂੰ ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ। नीर ना समझे कि चानन डर गया है, रात ना सोचे कि सूरज मर गया है। नीर ना समझे कि चानन डर गया है, रात ना सोचे कि सूरज मर गया है। बाल जो तां जिंदगी दे माण मत्तियां, जगा दे मोमबत्तियां उठ, जगा दे मोमबत्तियां, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ, ਤੂੰ ਜਗਾ ਦੇ ਮੋਮਬੱਤੀਆਂ। ਮੰਨਿਆ ਕਿ ਰਾਜ ਨੇਰੇ ਦਾ ਹਠੀਲਾ, ਪਰ ਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ। ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰੱਤੀਆਂ, ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ। ਪੌਣ ਵਿੱਚ ਨਿਤ ਵੱਧ ਰਹੀ ਵਿਸ਼ ਤੋਂ ਨਾ ਡਰਦੇ, ਕਿਤਨਾ ਪੋਲੂਸ਼ਨ ਖਿਲਰ ਰਿਹਾ, ਪਰ ਪੇੜ ਪੌਦੇ ਕੀ ਕਰਦੇ ਨੇ। ਪੌਣ ਵਿੱਚ ਨਿਤ ਵੱਧ ਰਹੀ ਵਿਸ਼ ਤੋਂ ਨਾ ਡਰਦੇ, ਬਿਰਖ ਬੂਟੇ ਰੋਜ਼ ਆਪਣਾ ਕੰਮ ਕਰਦੇ, ਬਿਰਖ ਬੂਟੇ ਰੋਜ਼ ਆਪਣਾ ਕੰਮ ਕਰਦੇ। ਜ਼ਹਿਰ ਨੂੰ ਅੰਮ੍ਰਿਤ 'ਚ ਬਦਲੀ ਜਾਣ ਪੱਤੀਆਂ, ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ। ਵਾਵ ਰੋਲੇ ਉੱਠਦੇ ਹੀ ਰਹਿਣੇ ਨੇ ਤੱਤੇ, ਵਾਵ ਰੋਲੇ ਉੱਠਦੇ ਹੀ ਰਹਿਣੇ ਨੇ ਤੱਤੇ, ਪਤਝੜਾਂ ਨੇ ਝਾੜ ਦੇਣੇ ਆ ਕੇ ਪੱਤੇ, ਪਤਝੜਾਂ ਨੇ ਝਾੜ ਦੇਣੇ ਆ ਕੇ ਪੱਤੇ। ਪਰ ਇਸ ਦਾ ਮਤਲਬ ਇਹ ਨਹੀਂ ਪੁੰਗਰਨ ਨਾ ਪੱਤੀਆਂ। ਹੁਣ ਜੇ ਚਾਰੋਂ ਪਾਸੇ ਪੋਲਿਊਸ਼ਨ ਕੋਈ ਇੱਕ ਮਨੁੱਖ ਖਿਲਾਰੀ ਜਾਏ ਔਰ ਚਾਰੇ ਪਾਸੇ ਕਾਇਨਾਤ ਦਾ ਨੁਕਸਾਨ ਹੁੰਦਾ ਜਾਏ, ਕਿ ਪੇੜ ਪੌਦੇ ਆਪਣਾ ਕੰਮ ਛੋੜ ਦੇਣ, ਕਿ ਬਸੰਤ ਨਾ ਚੜਿਆ ਕਰੇ। They are giving message to us
और इसदा मतलब ये नहीं पुंगरन न पत्तियां, जगा दे मोमबत्तियां, उठ जगा दे मोमबत्तियां, ए तां इत्थे वगदियां ही रहणियां, पौना कुपत्तियां तूं, जगा दे मोमबत्तियां, उठ जगा दे मोमबत्तियां। ਹੁਣ ਅਸੀਂ ਇਸ ਨੂੰ ਇੱਥੇ ਲੈਂਡ ਕਰਾਂਗੇ ਕਿ ਸਾਡੇ ਚਾਰੋਂ ਪਾਸੇ ਪਾਖੰਡ ਖਿਲਰ ਗਿਆ ਹੈ। ਵਿਆਹ ਸ਼ਾਦੀ ਪਾਰਟੀ ਦੁਨੀਆ ਭਰ ਦੇ ਪਾਖੰਡ ਔਰ ਕਰਮਕਾਂਡ ਔਰ ਸ਼ਰਾਬਾਂ ਦੀਆਂ ਪਾਰਟੀਆਂ ਔਰ ਸਾਡੇ ਨਾਲ ਰੋਗੇ ਤੇ ਐਸ਼ ਕਰੋ ਦੇ ਭਾਂਗੜੇ, ਇਸ ਸਾਰੇ ਦੇ ਵਿੱਚ ਨਾ ਅਸੀਂ ਕਹਿੰਦੇ ਆ ਜਾਣ ਵਿੱਚ ਕੀ ਇਤਰਾਜ਼ ਹੈ। ਸਾਧ ਇਤਰਾਜ਼ ਨਹੀਂ ਹੈ। ਇਸ ਕਰਕੇ ਇੱਕ ਇੱਕ ਮਨੁੱਖ ਦੇ ਜਾਣ ਦੇ ਨਾਲ ਭੀੜਾਂ ਬਣ ਜਾਂਦੀਆਂ ਨੇ। ਤਾਂ ਇਤਰਾਜ਼ ਨਜ਼ਰ ਆ ਰਿਹਾ ਹੈ ਕਿ ਅਸੀਂ ਚਾਰੋਂ ਪਾਸੇ ਧਰਮ ਪੰਖ ਕਰ ਉੱਡ ਰਿਹਾ ਹੋ ਗਿਆ ਤੇ ਕੂੜ ਦਾ ਬੋਲਬਾਲਾ ਹੋ ਗਿਆ। ਉਹਨੂੰ ਕੂੜ ਫਿਰੇ ਪ੍ਰਧਾਨ ਵੀ ਲਾ ਲਓ ਕਹਿੰਦੇ ਨੇ। ਹੁਣ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਕੀ ਅਸੀਂ ਇਹ ਰੋਂਗ ਪ੍ਰੈਕਟਿਸਿਸ ਵਿੱਚ ਜਾਂਦੇ ਰਹੀਏ ਜਾਂ ਅਸੀਂ ਉਹ ਸਮਾਂ ਬਚਾ ਕੇ ਸੱਚ ਨੂੰ ਪੜ੍ਹੀਏ, ਸੱਚ ਨੂੰ ਜੀਵੀਏ, ਸੱਚ ਨੂੰ ਸੁਣੀਏ ਤੇ ਸੱਚ ਨੂੰ ਪ੍ਰਮੋਟ ਕਰਨ ਦੇ ਉਪਰਾਲੇ ਕਰੀਏ। ਮੈਨੂੰ ਇਹ ਚਿੱਟ ਆਈ ਹੈ ਕਿ ਮੈਂ ਤੁਹਾਡੇ ਨਾਲ ਕੁਐਸਚਨ ਆਨਸਰ ਸੈਸ਼ਨ ਸ਼ੁਰੂ ਕਰਾਂ। ਵੀਰ ਜੀ ਆਪ ਜੀ ਵਾਸਤੇ ਇੱਕ ਸਵਾਲ ਹੈ। ਉਹ ਕਹਿੰਦੇ ਜੇਕਰ ਤੁਸੀਂ ਆਪ ਆਪਣੀ ਜ਼ਿੰਦਗੀ ਵਿੱਚ ਤੰਗ ਹੋ ਤਾਂ ਕਿਸੇ ਦਾ ਭਲਾ ਕੀਤਾ ਜਾਂ ਸਵਾਰਿਆ ਆਪਣਾ ਨੁਕਸਾਨ ਵੀ ਕਰ ਲੈਂਦੇ। ਜੇਕਰ ਆਪਣੀ ਜ਼ਿੰਦਗੀ ਚੰਗੀ ਨਹੀਂ ਹੈ ਤਾਂ ਕਿਸੇ ਦਾ ਕੋਈ ਸਵਾਰਨ ਜਾਈਏ ਤਾਂ ਦੋਨਾਂ ਦਾ ਅਸੀਂ ਨੁਕਸਾਨ ਕਰ ਦਿੰਦੇ ਹਾਂ, ਆਪਣਾ ਵੀ ਤੇ ਦੂਜੇ ਦਾ ਵੀ। ਅੱਗੋਂ ਦੂਸਰਾ ਕਹੇ ਕਿ ਮੇਰਾ ਕੁਝ ਤੂੰ ਕੀਤਾ ਹੀ ਨਹੀਂ ਤਾਂ ਫਿਰ ਬਰਦਾਸ਼ਤ ਵੀ ਨਹੀਂ ਹੁੰਦਾ। ਇਹ ਦੋਨੋਂ ਹਾਲਾਤਾਂ ਦੇ ਵਿੱਚ ਕੀ ਕਰੀਏ? ਜਿਹੜਾ ਮੇਰੀ ਭੈਣ ਨੇ ਕੁਐਸਚਨ ਪੇਸ਼ ਕੀਤਾ ਹੈ ਉਸ ਦਾ ਮੈਂ ਆਨਸਰ ਸਾਂਝ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸਾਧ ਸੰਗਤ ਜੀ, ਜੇਕਰ ਕੋਈ ਮਨੁੱਖ ਇਹ ਕਵੇ ਕਿ ਵੀ ਮੇਰੇ ਕੋਲ ਜਦੋਂ 1000 ਰੁਪਇਆ ਹੋਏਗਾ ਤਾਂ ਹੀ ਮੈਂ ਕਿਸੇ ਕੋਲ ਸਾਂਝ ਕਰਨ ਜਾਵਾਂਗਾ, ਫਿਰ ਆਸਤਾ ਆਸਤਾ ਯੂਨਿਟ ਪ੍ਰਾਈਸ ਬਦਲ ਜਾਂਦਾ ਹੈ। ਉਹ ਕਹਿੰਦਾ ਜਦੋਂ ਮੇਰੇ ਕੋਲ ਲੱਖ ਹੋਏਗਾ ਤਾਂ ਮੈਂ ਕੁਝ ਕਰਨ ਜਾਵਾਂਗਾ। ਨਾ ਕਦੇ ਲੱਖ ਹੁੰਦਾ ਹੈ। ਜੇ ਲੱਖ ਹੋ ਜਾਏ ਤਾਂ ਉਸ ਵੇਲੇ ਯੂਨਿਟ ਪ੍ਰਾਈਸ 10 ਲੱਖ ਦੀ ਪਹੁੰਚ ਜਾਂਦੀ ਹੈ। ਇਸ ਕਰਕੇ ਇਸ ਤੇ ਕਦੀ ਵੀ ਨਹੀਂ ਹੋਏਗਾ ਕਿ ਮੈਂ ਪਰਫੈਕਟ ਹੋ ਜਾਵਾਂ ਫਿਰ ਦੁਨੀਆ ਦਾ ਭਲਾ ਕਰਨ ਜਾਵਾਂਗਾ। ਨਾ ਕਦੇ ਪੈਸੇ ਇਤਨੇ ਹੁੰਦੇ ਨੇ ਕਿ ਦੁਨੀਆ ਦਾ ਭਲਾ ਕਰਨ ਵਾਸਤੇ ਮੈਂ ਸੈਟਿਸਫਾਈਡ ਹੋ ਜਾਵਾਂ ਔਰ ਫਿਰ ਦੇਣ ਜਾਵਾਂ, ਅਤੇ ਨਾ ਕਦੀ ਅਸੀਂ ਪਰਫੈਕਟ ਹੁੰਦੇ ਹਾਂ ਕਿ ਮੈਂ ਪਹਿਲਾਂ ਪਰਫੈਕਟ ਹੋ ਜਾਂ, ਮੇਰੇ ਘਰ ਵਾਲੇ ਸਾਰੇ ਰੱਜ ਜਾਣ, ਫਿਰ ਮੈਂ ਬਾਹਰ ਭਲਾ ਕਰਨ ਜਾਵਾਂਗਾ। ਇਸ ਤਰ੍ਹਾਂ ਨਹੀਂ ਹੁੰਦਾ, ਕਦੀ ਨਹੀਂ ਹੁੰਦਾ। ਕਿਉਂ? ਕਿਉਂਕਿ ਜੇ ਮੈਂ ਮੰਨ ਲਵਾਂ ਮੈਂ ਪਰਫੈਕਟ ਹਾਂ, ਮੇਰਾ ਮੇਰੇ ਘਰ ਵਾਲਿਆਂ ਨਾਲ ਰਿਲੇਸ਼ਨਸ਼ਿਪ ਸਾਰੀ ਠੀਕ ਹੈ, ਮੇਰੇ ਘਰ ਦਾ ਸਭ ਕੁਝ ਪਹਿਲਾਂ ਹੋ ਰਿਹਾ ਜੀ, ਹਾਂ ਸਭ ਕੁਝ ਠੀਕ ਹੈ, ਚਲੋ ਹੁਣ ਪ੍ਰਚਾਰ ਵਾਸਤੇ ਚੱਲੋ, ਤਾਂ ਸਤਸੰਗ ਜੀ ਮੇਰੀ ਸਭ ਤੋਂ ਵੱਡੀ ਈਗੋ ਹਉਮੈ ਹੋਏਗੀ ਕਿ ਮੈਂ ਪਹਿਲਾਂ ਹੀ ਮੰਨ ਲਿਆ ਕਿ ਮੈਂ ਪਰਫੈਕਟ ਹਾਂ। ਪਰਫੈਕਟ ਕੋਈ ਕਦੇ ਨਹੀਂ ਹੁੰਦਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਕਦੀ ਵੀ ਕਲੇਮ ਨਹੀਂ ਕਰ ਸਕਦੇ ਹਾਂ ਕਿ ਮੇਰੇ ਸਾਰੇ ਘਰ ਵਾਲੇ ਸੈਟਿਸਫਾਈ ਹੋ ਗਏ ਨੇ, ਕਿਉਂਕਿ ਕਦੇ ਹੁੰਦੇ ਹੀ ਨਹੀਂ। ਉਹਨਾਂ ਦੇ ਨਾਲ ਉੱਠਦਿਆਂ ਬੈਠਦਿਆਂ ਮੈਨੂੰ ਆਪਣੇ ਜੀਵਨ ਦੇ ਵਿਚਕਾਰ ਬਸ ਸਿਰਫ ਇਤਨਾ ਰੱਖਣਾ ਹੈ ਕਿ ਬਈ ਮੈਂ ਤੁਹਾਡੇ ਨਾਲ ਮਿਸਬਿਹੇਵ ਨਹੀਂ ਕਰਨਾ, ਦੈਟਸ ਇਟ। ਮੈਂ ਮਿਸਬਿਹੇਵ ਨਹੀਂ ਕਰਨਾ, ਤੁਸੀਂ ਮੇਰੇ ਨਾਲ ਜਿਹੜਾ ਮਿਸਬਿਹੇਵ ਕਰੋ ਉਹਨੂੰ ਮੈਂ ਬਰਦਾਸ਼ਤ ਕਰਨ ਦਾ ਮਾਦਾ ਰੱਖਦੀ ਹਾਂ। ਅਤੇ ਬਰਦਾਸ਼ਤ ਕਰਨ ਤੋਂ ਬਾਅਦ when it comes to my nose then you are not spared। ਜੇ ਤੁਸੀਂ ਮੇਰੀ ਆਤਮਕ ਆਜ਼ਾਦੀ ਵਿਚਕਾਰ ਆਪਣਾ ਹੱਥ ਪਾਈ ਜਾਓਗੇ ਤਾਂ ਮੈਨੂੰ ਇਹ ਵੀ ਪਰਵਾਹ ਨਹੀਂ ਹੈ। ਮੈਂ ਤੁਹਾਨੂੰ ਡੋਮੀਨੇਟ ਨਹੀਂ ਕਰਦਾ, ਤੁਹਾਡੇ ਚੋਂ ਵੀ ਕਿਸੇ ਨੂੰ ਮੈਨੂੰ ਡੋਮੀਨੇਟ ਕਰਨ ਦਾ ਹੱਕ ਨਹੀਂ ਹੈ। ਬਸ ਆਪਣੀ ਰਿਲੇਸ਼ਨਸ਼ਿਪ ਇੱਥੇ ਤੱਕ ਰੱਖਣੀ ਹੈ ਪਰਿਵਾਰ ਵਿੱਚ ਕਿ ਮੈਂ ਆਪਣੇ ਫਰਜ਼ ਪੂਰੇ ਕਰਨੇ ਹਨ।
ਫਰਜ਼ ਕਰੋ ਪਤਨੀ ਪਤੀ ਦੀ ਚਾਹ ਬਣਾ ਦਿੰਦੀ ਹੈ, ਨਾਸ਼ਤਾ ਬਣਾ ਦਿੰਦੀ ਹੈ। ਹੁਣ ਪੁਰਾਣਾ ਜ਼ਮਾਨਾ ਕਿਹਾ ਕਿ ਪਤੀ ਕਵੇ ਮੇਰੇ ਵਾਸਤੇ ਚੁੱਲ੍ਹੇ 'ਤੇ ਪਾਣੀ ਗਰਮ ਕਰਕੇ ਲਿਆ, ਗੀਜ਼ਰਸ ਆਰ ਦੇਅਰ, ਈਵਨ ਇਲੈਕਟ੍ਰਿਕ ਕੈਟਲਸ ਆਰ ਦੇਅਰ। ਤੇ ਸਾਧ ਸੰਗਤ ਜੀ ਬੜੇ ਸਾਰੇ ਮੀਨਸ ਨੇ ਕਿ ਇਨਸਾਨ ਵੈਸੇ ਆਪਣਾ ਬ੍ਰੇਕਫਾਸਟ ਵੀ ਬਣਾ ਸਕਦਾ ਹੈ, ਪਰ ਜੋ ਕਵੇ ਜਦੋਂ ਮੈਂ ਬ੍ਰੇਕਫਾਸਟ ਖਾਵਾਂ ਤੂੰ ਬਣਾ, ਮੈਂ ਚਾਹ ਪੀਆਂ ਤੂੰ ਬਣਾ ਕੇ ਲਿਆ, ਅਤੇ ਜਦੋਂ ਮੈਂ ਅੰਦਰ ਨਹਾਉਣ ਜਾਵਾਂ ਬਾਥਰੂਮ ਦੇ ਬਾਹਰ ਤੂੰ ਖੜੀ ਰਹਿ, ਦੈਟਸ ਹਾਈਟ ਆਫ ਡੋਮੀਨੇਸ਼ਨ ਔਰ ਆਜ਼ਾਦੀ ਨੂੰ ਖਰਾਬ ਕਰਨਾ ਹੈ। ਤੂੰ ਹੁਣ ਗੁਰਦੁਆਰੇ ਵੀ ਨਹੀਂ ਜਾ ਸਕਦੀ, ਤੂੰ ਹੁਣ ਪਾਠ ਵੀ ਨਹੀਂ ਕਰ ਸਕਦੀ, ਕਿਉਂ? ਕਿਉਂਕਿ ਮੈਂ ਸੋ ਕਾਲਡ ਪਤੀ ਹਾਂ। ਦੈਟਸ ਹਾਈਟ ਆਫ ਮਰਦਾਨਗੀ, ਮੈਨਹੁੱਡ ਦਾ ਜ਼ੁਲਮ। ਇਸ ਤਰ੍ਹਾਂ ਹੀ ਇਸਤਰੀਆਂ ਵੀ ਕਰਦੀਆਂ, ਬੱਚਿਆਂ ਨੂੰ ਕਹਿੰਦੀਆਂ ਤੁਹਾਡੇ ਵਾਸਤੇ ਬਣਾਇਆ ਹੈ, ਤੁਹਾਡੀ ਸਿਹਤ ਵਾਸਤੇ ਠੀਕ ਹੈ, ਇਹ ਖਾਣਾ ਪਏਗਾ। ਡੋਮੀਨੇਸ਼ਨ, ਡੋਂਟ ਡੋਮੀਨੇਟ ਐਨੀਬਡੀ ਐਲਸ। ਸੋ ਆਪਣੇ ਘਰ ਦਾ ਪਿਆਰ ਦਾ ਵਤੀਰਾ ਬਣਾਉਣਾ, ਆਪਣੇ ਵੱਲੋਂ ਕੋਈ ਫਰਜ਼ ਨੂੰ ਇਗਨੋਰ ਨਹੀਂ ਕਰਨਾ। ਫਰਜ਼ ਕਰੋ ਮੇਰੀ ਪਤਨੀ ਨੂੰ ਜਾਂ ਮੇਰੀ ਬੱਚੀ ਨੂੰ ਜਾਂ ਮੇਰੀ ਮਾਂ ਨੂੰ ਡਾਕਟਰ ਕੋਲ ਜਾਣਾ ਪਵੇਗਾ ਕੱਲ੍ਹ, ਔਰ ਮੈਨੂੰ ਜਾਣਾ ਹੈ ਸੈਮੀਨਾਰ ਵਾਸਤੇ। ਕੋਈ ਮੈਨੂੰ ਕਵੇ ਤੁਸੀਂ ਤੇ ਮਾਂ ਦੀਆਂ ਸੇਵਾ ਦੀਆਂ ਗੱਲਾਂ ਕਰਦੇ ਹੋ ਬੜੀਆਂ, ਆਪ ਤੁਹਾਡੀ ਮਾਂ ਨੂੰ ਤੁਸੀਂ ਰੋਲਦੇ ਪਏ ਹੋ, ਉਹਨੂੰ ਕੌਣ ਡਾਕਟਰ ਕੋਲ ਲਿਜਾਏਗਾ? ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੰਨ ਲਿਆ ਮੇਰੀ ਮਾਂ ਦੀ ਕੱਲ੍ਹ ਅਪਾਇੰਟਮੈਂਟ ਹੈ ਜਾਂ ਵਾਈਫ ਦੀ, ਤਾਂ ਮੈਂ ਕਿਸੇ ਦਾ ਇੰਤਜ਼ਾਮ ਕਰਕੇ ਆ ਜਾਵਾਂ ਵੀ ਇਹ ਕੰਮ ਤੁਸੀਂ ਕਰ ਦੇਣਾ, ਤਾਂ ਕਿ ਮੈਂ ਪੀਪਲ ਐਟ ਲਾਰਜ ਦੀ ਸੇਵਾ 'ਤੇ ਜਾ ਸਕਾਂ। ਇੱਕ ਘਰ ਦੇ ਅੰਦਰ, ਇੱਕ ਚਾਰ ਦੀਵਾਰੀ ਅੰਦਰ ਸਿਰਫ ਇੱਕ ਮਨੁੱਖ ਦੀ ਸੇਵਾ ਕਰਦੇ ਰਹਿਣਾ ਔਰ ਸੱਚ ਨੂੰ ਇਗਨੋਰ ਕਰਨਾ ਵੀ ਕੋਈ ਵਿਜ਼ਡਮ ਨਹੀਂ ਹੈ। ਲੇਕਿਨ ਇਸ ਕੁਐਸਚਨ 'ਚੋਂ ਇੱਕ ਹੋਰ ਪੁਆਇੰਟ ਨਿਕਲ ਕੇ ਆ ਸਕਦਾ, ਉਹ ਹੈ ਕਿ ਮੈਂ ਨੂੰਹ ਹਾਂ ਔਰ ਮੈਂ ਆਪਣੀ ਸੱਸ ਨੂੰ ਤਾਂ ਪਾਣੀ ਪੁੱਛਦੀ ਨਹੀਂ, ਗੁਰਦੁਆਰੇ ਜਾ ਕੇ ਮੈਂ ਲੰਗਰ ਪਕਾਉਂਦੀ ਰਹਾਂ, ਤਾਂ ਫਿਰ ਕੁਝ ਸੋਚਣਾ ਪਵੇਗਾ ਕਿ ਕਿਧਰੇ ਗਲਤਫਹਿਮੀ ਹੋ ਗਈ ਹੈ। ਗੁਰਦੁਆਰੇ ਲੰਗਰ ਪਕਾਉਣਾ ਮਾੜੀ ਗੱਲ ਨਹੀਂ ਹੈ, ਪਰ ਗੁਰਦੁਆਰਾ ਮੈਨੂੰ ਸਿਖਾ ਰਿਹਾ ਸੀ ਕਿ ਸਭ ਜਗ੍ਹਾ ਸੇਵਾ ਕਰੀਦਾ, ਤਾਂ ਮੈਨੂੰ ਘਰ ਵੀ ਕਰਨੀ ਹੀ ਚਾਹੀਦੀ ਹੈ। ਕਈ ਸੱਸਾਂ ਇੰਝ ਕਰਦੀਆਂ, ਕਈ ਨੂੰਹ ਇੰਝ ਕਰਦੀਆਂ, ਕਈ ਪਤੀ ਇੰਝ ਕਰਦੇ ਨੇ, ਪਤਨੀਆਂ ਇੰਝ ਕਰਦੀਆਂ। ਸੋ ਸਾਨੂੰ ਚਾਰੋਂ ਪਾਸੇ ਆਪਣਾ ਫਰਜ਼ ਅਦਾ ਕਰ ਲੈਣਾ ਚਾਹੀਦਾ ਹੈ ਸਿੰਸੀਅਰਲੀ। ਪਰ ਪੀਪਲ ਐਟ ਲਾਰਜ, ਜਿਸ ਨੂੰ ਅਸੀਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹਿੰਦੇ ਹਾਂ, ਉਹਦੇ ਵਾਸਤੇ ਸਾਨੂੰ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ। ਨੈਕਸਟ ਕੁਐਸਚਨ। ਸਾਡਾ ਸੈਕਿੰਡ ਕੁਐਸਚਨ ਹੈਗਾ, ਐਂਡ ਅਗਰ ਤੁਸੀਂ ਨੋਟਿਸ ਕਰਦੇ ਹੋ ਕਿ ਇਟਸ ਯੋਰ ਕੁਐਸਚਨ, ਫੀਲ ਫ੍ਰੀ ਟੂ ਸਟੈਂਡ ਅਪ ਸੋ ਵੀ ਕੈਨ ਮੇਕ ਇਟ ਥੋੜਾ ਬਹੁਤ ਇੰਟਰੈਕਟਿਵ। ਖੁਦ ਮੈਂ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ, ਪਰ ਕੋਈ ਦੂਜਾ ਮੇਰਾ ਨੁਕਸਾਨ ਕਰੇ ਤੇ ਮੈਂ ਉਹਨੂੰ ਕਿਵੇਂ ਸਹਿਨ ਕਰਾਂ? So how do you bear a loss that is inflicted by someone else where I have never done loss to anyone? ਇਹ ਬੜਾ ਭਾਰੀ ਭੁਲੇਖਾ ਹੈ ਕਿ ਮੈਂ ਕਦੇ ਕਿਸੇ ਦਾ ਲਾਸ ਨਹੀਂ ਕੀਤਾ। ਇਸ ਕਿਸਮ ਦੀ ਸੋਚਣੀ ਵਾਲੇ ਮਨੁੱਖ ਆਪਣੇ ਜੀਵਨ ਵਿੱਚ ਆਸਤਾ ਆਸਤਾ ਕਾਰਨਰ ਹੋ ਜਾਂਦੇ ਨੇ, ਲਾਈਫ ਮੋਨੋਟਨਸ ਹੋ ਜਾਂਦੀ ਹੈ। ਹਰ ਵੇਲੇ ਇੰਝ ਹੀ ਲੱਗਦਾ ਮੈਂ ਹੀ ਠੀਕ ਹਾਂ ਔਰ ਹਮੇਸ਼ਾ ਦੂਜੇ ਗਲਤ ਹਨ। ਲਾਈਫ ਮੋਨੋਟਨਸ ਮੀਨਸ ਵੀ ਆਰ ਹੈਡਿੰਗ ਟੂਵਰਡਸ ਡਿਪਰੈਸ਼ਨ। ਇਸ ਕਰਕੇ ਗਲੀ ਗਲੀ ਵਿੱਚ ਸਾਈਕੈਟਿਸਟ ਔਰ ਕਾਉਂਸਲਰਸ ਔਰ ਇਹ ਸਾਰਾ ਕੁਝ ਵੱਧਦਾ ਜਾ ਰਿਹਾ ਹੈ। ਸਾਡੇ ਘਰਾਂ ਵਿੱਚ ਲੋਕੀ ਡਿਪਰੈਸ਼ਨ ਵਿੱਚ ਹਨ। ਇਸੀ ਕਾਰਨ ਸਾਡੇ ਘਰਾਂ ਵਿੱਚ ਲੋਕਾਂ ਨੂੰ ਡਿਪਰੈਸ਼ਨ ਤੋਂ ਅਗਲੀ ਬਿਮਾਰੀ ਸ਼ੁਰੂ ਹੋ ਗਈ ਹੈ, ਉਹਨੂੰ ਸ਼ਕੀਜ਼ੋਫਰੇਨੀਆ ਕਹਿੰਦੇ ਨੇ। ਜਦੋਂ ਡਿਪਰੈਸ਼ਨ ਵਿਗੜ ਜਾਏ ਔਰ ਵਾਈਡ ਹੋ ਜਾਏ ਤਾਂ ਫਿਰ ਸ਼ਕੀਜ਼ੋਫਰੇਨੀਆ ਹੋ ਜਾਂਦਾ ਹੈ। ਸ਼ਕੀਜ਼ੋਫਰੇਨੀਆ ਵਾਲਾ ਸਾਡੇ ਨਾਲ ਰੁੱਸ ਜਾਏਗਾ, ਸ਼ਕੀਜ਼ੋਫਰੇਨੀਆ ਵਾਲਾ ਰੋਟੀ ਨਹੀਂ ਖਾਏਗਾ, ਸ਼ਕੀਜ਼ੋਫਰੇਨੀਆ ਵਾਲਾ ਘਰੋਂ ਨੱਸ ਜਾਣ ਦੀਆਂ ਧਮਕੀਆਂ ਦੇਗਾ, ਸ਼ਕੀਜ਼ੋਫਰੇਨੀਆ ਵਾਲਾ ਸਾਨੂੰ ਘੂਰੀਆਂ ਵੱਟੇਗਾ, ਥੱਪੜ ਮਾਰੇਗਾ, ਸ਼ਕੀਜ਼ੋਫਰੇਨੀਆ ਵਾਲਾ ਇਸ ਤਰ੍ਹਾਂ ਵਗਾ ਕੇ ਰੋਟੀ ਦੀ ਥਾਲੀ ਸੁੱਟ ਦੇਗਾ, ਸ਼ਕੀਜ਼ੋਫਰੇਨੀਆ ਵਾਲਾ ਸਾਡੇ ਪੇਕਿਆਂ ਨੂੰ ਜਾਂ ਮੁੰਡੇ ਦੇ ਟੱਬਰ ਵਾਲਿਆਂ ਨੂੰ, ਕਈ ਜਗ੍ਹਾ ਪਤਨੀਆਂ ਇੰਝ ਕਰਦੀਆਂ, ਇਸ ਤਰ੍ਹਾਂ ਕਰੇਗਾ।
ਉਹ ਵਾਈਲਡ ਹੋ ਗਿਆ, ਉਹ ਹੋਰ ਡਿਸਟਰਬ ਹੋ ਗਿਆ, ਉਹਨੂੰ ਕਾਉਂਸਲਰ ਦੀ ਲੋੜ ਹੈ। ਰੂਟ ਕਾਜ਼ ਕੀ ਹੈ? ਮੈਂ ਕਦੇ ਕਿਸੇ ਦਾ ਕੁਛ ਨਹੀਂ ਵਿਗਾੜਿਆ, ਦੂਜੇ ਹੀ ਮੇਰਾ ਵਿਗਾੜ ਜਾਂਦੇ ਨੇ। ਧਰਮ ਮੈਨੂੰ ਇਹ ਨਹੀਂ ਸਿਖਾਉਂਦਾ ਕਿ ਮੈਂ ਦੂਜਿਆਂ ਨੂੰ ਇਹ ਪੜ੍ਹਾ ਦਿਆਂ ਕਿ ਮੇਰਾ ਤੁਸੀਂ ਨਹੀਂ ਵਿਗਾੜਨਾ। ਇਹ ਨਹੀਂ ਧਰਮ ਸਿਖਾ ਰਿਹਾ। ਧਰਮ ਇਹ ਸਿਖਾ ਰਿਹਾ ਮੈਂ ਨੋਟਿਸ ਕਰਾਂ ਮੈਂ ਕਿੱਥੋਂ ਗਲਤ ਹਾਂ, ਮੈਂ ਕਿਸੇ ਦਾ ਵਿਗਾੜਨਾ ਨਹੀਂ, ਇਹ ਸਿਖਾ ਰਿਹਾ। ਸੋ ਧਰਮ ਦੀ ਸਾਰੇ ਤੀਰ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਇੱਕ ਲਾਗਤ ਹੀ ਪੋਏ ਗਿਰ ਪਰਿਆ। ਜਿਹਨੂੰ ਤੀਰ ਲੱਗਦਾ ਹੈ ਨਾ ਉਹ ਠੀਕ ਹੁੰਦਾ ਹੈ, ਲੋਕਾਂ ਨੂੰ ਨਹੀਂ ਸੰਵਾਰ ਸਕਦੇ। ਹਾਂ, ਮੈਨੂੰ ਛੋਟੀ ਜੀ ਸੱਚੀ ਵਾਪਰੀ ਘਟਨਾ ਯਾਦ ਆਈ। ਸਾਡੇ ਇੱਕ ਲਿਵਿੰਗ ਟ੍ਰੈਜਰ ਦੇ ਪ੍ਰੋਗਰਾਮ ਵਿੱਚ ਇੱਕ ਸੱਜਣ ਸੁਣਨ ਆਏ। ਸੁਣਨ ਤੋਂ ਬਾਅਦ ਉਹ ਘਰ ਚਲੇ ਗਏ, ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਸਨ ਇੰਡੀਆ ਦੇ। ਉੱਥੋਂ ਉਹਨਾਂ ਨੇ ਕਾਲ ਕੀਤੀ, ਆਈ ਵਾਂਟ ਕਿ ਮੇਰੀ ਵਾਈਫ ਔਰ ਮੇਰੀ ਮਦਰ ਦੀ ਬਹੁਤ ਲੜਾਈ ਹੁੰਦੀ ਹੈ, ਤੁਹਾਡੀਆਂ ਵਾਲੀਆਂ ਗੱਲਾਂ ਟੀਵੀ 'ਤੇ ਮੈਂ ਆਪਣੀ ਵਾਈਫ ਨੂੰ ਕਿਹਾ ਸੁਣ, ਮੇਰੀ ਵਾਈਫ ਕਨਵਿੰਸ ਹੋ ਗਈ ਹੈ ਕਿ ਉਹ ਤੁਹਾਡੇ ਕੋਲ ਕਾਉਂਸਲਿੰਗ ਕਰਾਉਣ ਆਏ। ਅਸੀਂ ਵਰਲਡ ਵਾਈਡ ਫ੍ਰੀ ਕਾਉਂਸਲਿੰਗਸ ਕਰਦੇ ਹਾਂ। ਇਹ ਗੱਲ ਵੱਖਰੀ ਹੈ ਕਿ ਜਿਨ੍ਹਾਂ ਦੇ ਘਰ ਸੰਵਰ ਜਾਂਦੇ ਨੇ ਉਹ ਬਾਅਦ ਵਿੱਚ ਲਿਵਿੰਗ ਟ੍ਰੈਜਰ ਨੂੰ ਕੰਟਰੀਬਿਊਟ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਉਹ ਕਾਉਂਸਲਿੰਗ ਵਾਸਤੇ ਆ ਗਈ ਓਵਰਨਾਈਟ ਜਰਨੀ ਕਰਕੇ। ਜਦੋਂ ਉਹ ਆਈ ਸਾਡੇ ਕੋਲ, ਉਸਨੇ 8 ਘੰਟੇ ਸਾਰਾ ਦਿਨ ਰਹਿਣਾ ਸੀ। ਮੈਂ ਔਰ ਮੰਮੀ ਘਰ ਸੀ। ਉਹ 8 ਘੰਟੇ ਆਪਣੀਆਂ ਗੱਲਾਂ ਸੁਣਾਉਂਦੀ ਰਹੀ, ਨਾਲ ਆਪਣੀ ਸੱਸ ਬਾਰੇ ਸੁਣਾਉਂਦੀ ਰਹੀ ਵੀ ਕੀ ਕੁਛ ਹੁੰਦਾ ਹੈ। ਫਾਈਨਲੀ ਅਸੀਂ ਇੱਥੇ ਗੱਲ ਮੁਕਾਈ ਕਿ ਤੁਸੀਂ ਆਪਣੀ ਸੱਸ ਨਾਲ ਮਿਸਬਿਹੇਵ, ਕੌੜਾ ਬੋਲਣਾ, ਰਿਟੈਲੀਏਟ ਕਰਨਾ, ਭੈੜੇ ਬੋਲ ਛੋੜ ਦਿਓ ਬਸ। ਫਰਜ਼ ਕਰੋ ਜੇ ਉਸਨੇ ਸਵੇਰੇ ਦੀ ਆਈ ਹੋਈ ਸ਼ਾਮੀ 5 ਵਜੇ ਜਾਣਾ ਸੀ ਦੁਬਾਰਾ ਬੱਸ ਪਕੜ ਕੇ ਆਪਣੇ ਟਾਊਨ, ਤਾਂ ਉਹ 4:45 ਵਜੇ ਮੈਨੂੰ ਇਹ ਕਹਿੰਦੀ, ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਆ ਗਈਆਂ ਕਿ ਮੈਂ ਮਿੱਠਾ ਬੋਲਣਾ, ਨਮਰਤਾ ਨਾਲ ਬੋਲਣਾ, ਆਪਣੀ ਸੱਸ ਨੂੰ ਟੌਂਟ ਨਹੀਂ ਕਰਨਾ, ਰਿਟੈਲੀਏਟ ਨਹੀਂ ਕਰਨਾ, ਟਿਟ ਫॉर ਟੈਟ ਨਹੀਂ ਕਰਨਾ, ਤਾਂ ਕੀ ਸ਼ਰਤ ਹੈ ਕਿ ਮੇਰੀ ਸੱਸ ਬਦਲ ਜਾਏਗੀ? ਹਰ ਕੁਐਸਚਨ ਵਾਸ ਜੈਨੂਅਨ। ਸਾਡੇ ਸਭ ਦਾ ਵੀ ਇਹ ਕੁਐਸਚਨ ਬਣ ਜਾਂਦਾ ਹੈ ਨਾ। ਜੇ ਮੈਂ ਠੀਕ ਹੋਵਾਂ, ਇਸ ਕੁਐਸਚਨ ਦੇ ਪਿੱਛੇ ਉਹ ਵੀ ਤਾਸੀਰ ਹੈ, ਮੈਂ ਠੀਕ ਹੋਵਾਂ ਪਰ ਦੂਜੇ ਮੇਰਾ ਵਿਗਾੜ ਜਾਣ ਤਾਂ ਕੀ ਕਰਾਂ? ਉਹ ਵੀ ਪੁੱਛ ਰਹੀ ਸੀ ਕਿ ਮੈਨੂੰ ਤੁਹਾਡੀ ਗੱਲ ਸਮਝ ਆ ਗਈ, ਜੇ ਮੈਂ ਠੀਕ ਬੋਲਾਂ ਤਾਂ ਵੀ ਤਾਂ ਮੇਰੀ ਸੱਸ ਮੈਨੂੰ ਟੀਜ਼ ਕਰੇਗੀ, ਬੌਦਰ ਕਰੇਗੀ, ਤੰਗ ਕਰੇਗੀ। ਤਾਂ ਮੈਂ ਉਹਨੂੰ ਕਿਹਾ ਐਸੀ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਕਿ ਤੁਹਾਡੀ ਸੱਸ ਜੀ ਨੂੰ ਸਵਾਰੀਏ। ਜੇ ਤੁਸੀਂ ਪੁੱਛਣ ਆਏ ਹੋ ਤਾਂ ਤੁਹਾਡੇ ਨਾਲ ਸਾਂਝ ਕਰ ਰਿਹਾ, ਤੁਸੀਂ ਇਹ ਪ੍ਰੈਕਟਿਸ ਆਪਣੇ ਘਰ ਕਰਕੇ ਦੇਖਣਾ। ਆਫਟਰ 4 months she called and she said, ਮੇਰੀ ਸੱਸ ਜੀ ਬਦਲ ਗਏ ਨੇ, ਹੁਣ ਉਹ ਵੀ ਮੇਰੇ ਨਾਲ ਉਸ ਤਰ੍ਹਾਂ ਨਹੀਂ ਬੋਲਦੇ ਨੇ। ਸਤਸੰਗ ਜੀ, ਇਹ ਤੇ ਕਰਾਮਾਤ ਵਾਪਰ ਗਈ ਨਾ, ਕਈਆਂ ਦੇ ਨਹੀਂ ਬਦਲਣਗੇ, ਪਰ ਗੁਰਬਾਣੀ ਮੈਨੂੰ ਸਿਖਾ ਰਹੀ ਹੈ ਸੰਤ ਨਾ ਛਾਡੇ ਸੰਤਈ, ਜੇ ਕੋਟਕ ਮਿਲੇ ਅਸੰਤ। ਰੋਜ਼ ਅਸੰਤ ਕਿਸਮ ਦੇ ਲੋਕੀ, ਆਈਡੀਅਲ ਨਾ ਜੀਣ ਵਾਲੇ ਲੋਕੀ, ਪ੍ਰੈਕਟਿਸ ਸੱਚ ਤੇ ਨਾ ਕਰਨ ਵਾਲੇ ਮੈਨੂੰ ਮਿਲਣਗੇ। ਕਿ ਮੈਂ ਸੰਤ ਬਣ ਕੇ ਰਹਿਣਾ ਜਦੋਂ ਮੈਨੂੰ ਸੰਤ ਲੋਕੀ ਮਿਲਣ? ਕਿ ਮੈਂ ਇਮਾਨਦਾਰ ਬਿਜ਼ਨਸਮੈਨ ਤਾਂ ਬਣ ਕੇ ਰਹਿਣਾ ਜੇ ਸਾਰੇ ਮੇਰੇ ਨਾਲ ਇਮਾਨਦਾਰੀ ਦਾ ਬਿਜ਼ਨਸ ਕਰਨਗੇ? ਇਹ ਤੇ ਨਾ ਨੋ ਮਨ ਤੇਲ ਹੋਗਾ, ਨਾ ਰਾਧਾ ਨਾਚੇਗੀ, ਇਹ ਤੇ ਕਦੀ ਵੀ ਨਹੀਂ ਹੋਏਗਾ। ਫਿਰ ਮੈਨੂੰ ਸਿੱਖਣਾ ਹੈ ਕਿ ਸੰਤ ਡਜ਼ ਨਾਟ ਮੀਨ ਕੋਈ ਚੋਲੇ ਵਾਲਾ, ਕੋਈ ਖਾਸ ਪਹਿਰਾਵੇ ਵਾਲਾ, ਕੋਈ ਢੇਰ ਸਾਰੇ ਚੇਲਿਆਂ ਵਾਲਾ, ਕੋਈ ਇਸਤਰੀ ਨੂੰ ਨਾ ਹੱਥ ਲਾਉਣ ਵਾਲਾ, ਪੈਸੇ ਨੂੰ ਨਾ ਹੱਥ ਲਾਉਣ ਵਾਲਾ, ਉਹਨੂੰ ਨਹੀਂ ਕਹਿੰਦੇ ਨੇ ਸੰਤ। ਸੰਤ ਦਾ ਮਤਲਬ ਹੁੰਦਾ ਵਰਚਿਊਸ, ਚੰਗੇ ਗੁਣ। ਜੇ ਮੈਨੂੰ ਵਰਚਿਊਸ ਸਮਝ ਆਈਆਂ, ਪਸੰਦ ਆਈਆਂ, ਔਰ ਮੈਂ ਮੰਨ ਰਿਹਾ ਕਿ ਵਰਚਿਊਸ ਦੇ ਅਕੋਰਡਿੰਗ ਜੀਵੋ, ਤਾਂ ਚੈਨ ਮਿਲਦਾ ਹੈ, ਸੁੱਖ ਮਿਲਦਾ ਹੈ। ਰੈਲਿਸ਼ ਇਟ, ਲਿਵ ਇਟ, ਈਟ ਇਟ, ਹਜਮ ਕਰੋ ਤੇ ਇੰਜੋਏ ਇਟ।
ਇਹਨੂੰ ਕਹਿੰਦੇ ਨੇ ਜੀ ਕੋ ਖਾਵੇ ਜੀ ਕੋ ਪੁੰਚੈ ਤਿਸਕਾ ਹੋਏ ਉਧਾਰੋ। ਪੁੰਚੈ ਹੁੰਦਾ ਹੈ ਹਜਮ ਕਰਨਾ, ਆਪਣੇ ਇੱਕ ਇੱਕ ਰੋਮ ਤੱਕ ਉਸ ਦੇ ਗੁਣਾਂ ਨੂੰ ਪਹੁੰਚਵਾ ਲੈਣਾ। ਜੀ ਕੋ ਖਾਵੇ ਜੀ ਕੋ ਪੁੰਚੈ ਤਿਸਕਾ ਹੋਏ ਉਧਾਰੋ। ਦੂਜੀ ਪਾਰਟੀ ਨੂੰ ਨਹੀਂ ਸਮਝ ਆ ਰਿਹਾ, ਉਹਦੇ ਸੱਸ ਜੀ ਨੂੰ ਸਮਝ ਵੀ ਆ ਗਿਆ, ਬਟ ਚੈਰਿਟੀ ਬਿਗਨਸ ਐਟ, ਉੱਚਾ ਬੋਲੋ, ਚੈਰਿਟੀ ਬਿਗਨਸ ਐਟ ਹੋਮ। ਸੋ ਅਸੀਂ ਉਸ ਭੈਣ ਨਾਲ ਡਿਸਕਸ ਕੀਤਾ, ਉਹ ਬਦਲ ਗਈ, ਉਸ ਦੀ ਸੱਸ ਜੀ ਵੀ ਬਦਲ ਗਏ। ਪਰ ਉਸ ਦੇ ਪਤੀ ਦਾ ਮੈਨੂੰ ਫੋਨ ਆਇਆ, ਥੈਂਕ ਯੂ ਵੈਰੀ ਮਚ, ਯੂਰ ਮੈਡੀਸਿਨ ਵਰਕਡ, ਮੇਰਾ ਘਰ ਸੁਧਰ ਗਿਆ। ਪਰ ਵੀਰ ਜੀ ਇਹ ਕੰਟੀਨਿਊ ਕਿਵੇਂ ਰਹਿ ਸਕਦਾ ਹੈ? ਅਤੇ ਮੈਂ ਉਸ ਨੂੰ ਕਿਹਾ ਫਿਰ ਤੁਸੀਂ ਇੰਝ ਕਰ ਲਓ, ਕੰਟੀਨਿਊ ਰਹੇਗਾ, ਤੁਸੀਂ ਨਾ ਕੋਈ ਚੈਰਿਟੀ 'ਚ ਆਪਣੀ ਵਾਈਫ ਨੂੰ ਇਨਵੋਲਵ ਕਰ ਦਿਓ। ਹੀ ਸੈਡ ਮੈਂ ਦੁਕਾਨ 'ਤੇ ਬੈਠਦਾ ਹਾਂ, ਉਸਨੇ ਇੱਕ ਐਂਬੂਲੈਂਸ ਪਾ ਲਈ, ਉਸਦਾ ਨਾਂ ਉਸਨੇ ਰੱਖਿਆ ਲਿਵਿੰਗ ਟ੍ਰੈਜਰ ਦੀ ਐਂਬੂਲੈਂਸ। ਕਹਿੰਦੇ ਵੀਰ ਜੀ ਪਤਾ ਅਸੀਂ ਕੀ ਸ਼ੁਰੂ ਕੀਤਾ? ਮੈਂ ਕਿਹਾ ਕੀ? ਕਹਿੰਦੇ ਇੱਕ ਤਾਂ ਐਂਬੂਲੈਂਸ ਅਸੀਂ ਬਲੱਡ ਡੋਨੇਸ਼ਨ ਕੈਂਪ ਵਾਸਤੇ ਵਰਤਦੇ ਹਾਂ, ਲੇਕਿਨ ਸ਼ਿਮਲਾ ਜੈਸੀ ਪਹਾੜੀਆਂ ਅਤੇ ਲੋਕਾਂ ਦੇ ਘਰਾਂ ਦੇ ਵਿਚਕਾਰ ਕਿਸੇ ਦੀ ਡੈਥ ਹੋ ਜਾਏ ਅਤੇ ਉਹਨਾਂ ਦੇ ਰਿਸ਼ਤੇਦਾਰ ਹੋਰ ਦੂਜੀਆਂ ਜਗ੍ਹਾਵਾਂ ਤੋਂ ਛੇਤੀ ਨਾਲ ਸੰਸਕਾਰ ਤੱਕ ਪਹੁੰਚ ਨਹੀਂ ਪਾਉਂਦੇ ਨੇ, ਜਾਂ ਗਰੇਵ ਯਾਰਡ ਤੱਕ ਲਿਜਾਣਾ ਹੋਵੇ ਤਾਂ ਇਹ ਭੈਣ ਆਪਣੀ ਵੈਨ ਚਲਾ ਕੇ ਉਹਨਾਂ ਦੀ ਡੈਡ ਬਾਡੀ ਨੂੰ ਹੈਲਪ ਕਰਾ ਦਿੰਦੀ ਹੈ ਉਹਨਾਂ ਦੇ ਗਰੇਵ ਯਾਰਡ ਕ੍ਰੀਮੇਸ਼ਨ ਗਰਾਊਂਡ ਤੱਕ ਪਹੁੰਚਾਉਣ ਵਾਸਤੇ। ਈਵਨ ਦੈਨ ਸ਼ੀ ਇਜ਼ ਰਾਊਂਡ ਦਾ ਕਲੌਕ ਬਿਜ਼ੀ ਟੂ ਅੰਡਰਸਟੈਂਡ ਗੁਰਬਾਨੀ। ਉਹ ਅੱਜ ਕੱਲ੍ਹ ਜ਼ੀ ਪੰਜਾਬੀ ਦੇ ਤੁਹਾਨੂੰ ਵਨਸ ਇਨ ਏ ਮੰਥ ਮਿਲੇਗੀ, ਇੱਕ ਓਂਕਾਰ ਪ੍ਰੋਗਰਾਮ 'ਤੇ ਆਉਂਦੀ ਹੈ। ਉਹਨੂੰ ਪੁੱਛਿਆ ਤੁਸੀਂ ਇਹ ਸ਼ਬਦ ਵਿਚਾਰ ਕਿਵੇਂ ਸ਼ੁਰੂ ਕਰ ਲਈ? ਸ਼ੀ ਸੈਡ ਮੈਂ ਤੁਹਾਡੀ ਇੱਕ ਟੇਪ ਪੂਤਾ ਮਾਤਾ ਕਸੀਸ 35 ਟਾਈਮਸ ਸੁਣੀ। ਸੁਣਨ ਤੋਂ ਬਾਅਦ ਮੈਂ ਸ਼ਿਮਲਾ ਗੁਰਦੁਆਰੇ ਜਾ ਕੇ ਐਜ਼ ਇਟ ਇਜ਼ ਰੱਟਾ ਮਾਰ ਕੇ ਬੋਲ ਆਈ, ਪੰਕਤੀਆਂ ਨੋਟ ਕਰ ਲਈਆਂ, ਤੁਹਾਡੇ ਨੂੰਹ ਸੱਸ ਦੇ ਐਗਜ਼ਾਮਪਲਸ ਨੋਟ ਕਰ ਲਏ, ਔਰ ਸ਼ਬਦ ਦੇ ਅਰਥ ਨੋਟ ਕਰ ਲਏ, ਔਰ ਐਜ਼ ਇਟ ਇਜ਼ ਮੈਂ ਉੱਥੇ ਤੋਤਾ ਰੱਟ ਕੇ ਬੋਲ ਆਈ। ਪਰ ਆਸਤਾ ਆਸਤਾ ਮੇਰੀ ਪ੍ਰੈਕਟਿਸ ਵੱਧਦੀ ਗਈ, ਮੇਰਾ ਸ਼ੌਂਕ ਵੱਧਦਾ ਗਿਆ। ਹੁਣ ਉਹ ਸ਼ਿਮਲਾ ਤੋਂ ਲੈ ਕੇ ਪਟਿਆਲੇ ਤੱਕ ਡਰਾਈਵ ਕਰਕੇ ਘਰ ਆਉਂਦੀ ਹੈ। ਪਤੀ ਬੜਾ ਸੁਖੀ ਹੈ, ਸਾਸੂ ਜੀ ਬੜੇ ਖੁਸ਼ ਨੇ। ਉਹ ਤੁਹਾਡੀ ਨੂੰਹ ਤੁਸੀਂ ਕਹਿੰਦੇ ਸੋ ਲੜਦੀ ਹੈ, ਤੁਹਾਡੀ ਤੇ ਨੂੰਹ ਬਿਲਕੁਲ ਬੀਬੀ ਭਾਨੀ ਵਾਂਗੂ ਸੇਵਾ ਕਰਨ ਲੱਗ ਪਈ ਹੈ। ਘਰ ਬਦਲ ਗਿਆ। ਸਾਧ ਸੰਗਤ ਜੀ ਇਸ ਭੁਲੇਖ ਤੋਂ ਛੁੱਟ ਜਾਈਏ। ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਕੋਈ ਨਾ ਕੋਈ ਮੇਰੇ ਨਾਲ ਬੁਰਾ ਕਰ ਜਾਂਦਾ, ਇਹ ਭੁਲੇਖਾ ਹੀ ਹੈ। ਨੈਕਸਟ ਕੁਐਸਚਨ ਪਲੀਜ਼। ਸਾਡਾ ਨੈਕਸਟ ਕੁਐਸਚਨ ਹੈਗਾ ਕਿ ਵੀਰ ਜੀ ਪਲੀਜ਼ ਟੈਲ ਅਸ a way to come out of this smartphone web only era. The kids are suffering from it, the parents are also a victim of it. The kids are connecting to the world but disconnecting from the real family. ਪੰਜਾਬੀ ਚ ਪੜਾਓ, ਮੈਨੂੰ ਸਮਝਾਓ ਕਿ ਜਿਹੜੇ ਬੰਦੇ ਸਾਨੂੰ ਤਰੀਕਾ ਦੱਸੋ ਕਿ ਅੱਜ ਕੱਲ੍ਹ ਜਿਵੇਂ ਬੱਚੇ ਤੇ ਵੱਡੇ ਜਿਵੇਂ ਆਪਣੇ ਫੋਨਾਂ ਨਾਲ ਲੱਗੇ ਹੁੰਦੇ ਜਾਂ ਫੇਸਬੁੱਕ 'ਤੇ ਹੁੰਦੇ ਅਤੇ ਉਹ ਦੁਨੀਆ ਨਾਲ ਕਨੈਕਟ ਕਰ ਰਹੇ ਨੇ ਬਟ ਆਪਣੀ ਫੈਮਿਲੀ ਨਾਲ ਔਰ ਆਪਣੇ ਆਪ ਤੋਂ ਦੂਰ ਜਾਈ ਜਾ ਰਹੇ ਨੇ। ਇਹਦਾ ਕੋਈ ਉਪਾਅ ਜਾਂ ਤੁਹਾਡੇ ਓਪੀਨੀਅਨ ਕੀ ਹੈਗਾ ਇਸ 'ਤੇ? ਜਦੋਂ ਅਸੀਂ ਬਚਪਨ ਤੋਂ ਬੱਚੇ ਨੂੰ ਡੋਮੀਨੇਟ ਕਰਦੇ ਹਾਂ, ਬੱਚਾ ਸਾਡੇ ਤੋਂ ਥੋੜ੍ਹਾ ਦੂਰ ਹੁੰਦਾ ਜਾਂਦਾ ਹੈ। ਨਿੱਕਾ ਜਿਹਾ ਬੱਚਾ ਸਾਡੀ ਅਟੈਂਸ਼ਨ ਮੰਗਦਾ ਹੈ, ਅਸੀਂ ਉਹਨੂੰ ਅਟੈਂਸ਼ਨ ਦਿੰਦੇ ਹਾਂ, ਉਹਦੇ ਪੋਤੜੇ ਸਾਫ਼ ਕਰਦੇ ਹਾਂ, ਉਹਦਾ ਪੈਂਪਰ ਸਾਫ਼ ਕਰਦੇ ਹਾਂ, ਉਹਨੂੰ ਦੁੱਧ ਪਿਲਾਉਂਦੇ ਹਾਂ, ਉਹਦਾ ਹਰ ਕਿਸਮ ਦਾ ਇੰਤਜ਼ਾਮ ਕਰਦੇ ਹਾਂ। ਆਸਤਾ ਆਸਤਾ ਅਸੀਂ ਚਾਹੁੰਦੇ ਹਾਂ ਵੀ ਇਹ 24 ਘੰਟੇ ਦੀ ਇਹਦੀ ਸੇਵਾ ਤੋਂ ਥੋੜ੍ਹਾ ਛੁੱਟੀ ਹੈ, ਅਸੀਂ ਉਹਨੂੰ ਥੋੜ੍ਹਾ ਥੋੜ੍ਹਾ ਇੰਡੀਪੈਂਡੈਂਟ ਕਰਦੇ ਜਾਂਦੇ ਹਾਂ। ਉਹ ਸਾਡੇ ਕੋਲੋਂ ਕੁਝ ਸਵਾਲ ਪੁੱਛਦਾ, ਸਾਨੂੰ ਆਨਸਰ ਆਉਂਦਾ ਹੋਵੇ ਜਾਂ ਨਾ ਹੋਵੇ, ਅਸੀਂ ਥੋੜ੍ਹਾ ਥੋੜ੍ਹਾ ਇਗਨੋਰ ਕਰਨਾ ਸ਼ੁਰੂ ਕਰਦੇ ਹਾਂ ਵੀ ਆਪ ਬਿਜ਼ੀ ਰਿਹਾ ਕਰੇ, ਇਹ ਰੋਟੀ ਖਾਏ ਕਾਰਟੂਨ ਦੇਖਿਆ ਕਰੇ, ਸਾਨੂੰ ਨਾ ਤੰਗ ਕਰੇ, ਕਿਉਂ ਅਸੀਂ ਤਾਂ ਬਿਜ਼ੀ ਹਾਂ। ਆਸਤਾ ਆਸਤਾ ਉਸ ਬੱਚੇ ਨੂੰ ਆਪੇ ਬਿਜ਼ੀ ਹੋਣ ਦੀ ਆਦਤ ਪੈਂਦੀ ਜਾਂਦੀ ਹੈ, ਲੇਕਿਨ ਜਦੋਂ ਆਪੇ ਬਿਜ਼ੀ ਹੋਣਾ ਸ਼ੁਰੂ ਹੁੰਦਾ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਉਸ ਨੂੰ ਡੋਮੀਨੇਟ ਕਰਦੇ ਜਾਂਦੇ ਹਾਂ, ਆਪਣਾ ਧਰਮ ਉਹਦੇ 'ਤੇ ਇੰਪੋਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜੇਕਰ ਮਾਂ ਨੂੰ ਸੱਸ ਔਰ ਪਤੀ ਦੇ ਨਾਲ ਕੋਈ ਕੰਪਲੇਂਟਸ ਨੇ, ਉਹ ਸਾਰੀ ਰਿਜ਼ੈਂਟਮੈਂਟਸ ਦਾ ਗੁੱਸਾ ਬੱਚੇ 'ਤੇ ਕੱਢਣਾ ਸ਼ੁਰੂ ਕਰ ਦਿੰਦੀ ਹੈ, ਬਈ ਸ਼ੁਕਰ ਹੈ ਇਹ 'ਤੇ ਕਾਬੂ ਆਇਆ।
ਪਤੀ ਨੂੰ ਜੇ ਪਤਨੀ ਤੇ ਗੁੱਸਾ ਹੋਵੇ ਤਾਂ ਉਹ ਵੀ ਬੱਚੇ ਤੇ ਜਾਂ ਆਫਿਸ ਆਪਣੇ EMPLOYEES ਤੇ ਕੱਢ ਦਿੰਦਾ ਹੈ। ਆਸਤਾ ਆਸਤਾ ਸਾਡੀ ਨਾ ਇਹ ਜਿਹੜੀ ਪ੍ਰੈਕਟਿਸ ਹੈ, ਇਸ ਪ੍ਰੈਕਟਿਸ ਦੇ ਨਾਲ ਬੱਚਿਆਂ ਦੀ ਦੂਰੀ ਵੱਧਦੀ ਜਾਂਦੀ ਹੈ ਤੇ ਬੱਚਾ ਧਿਆਨ ਕਿਧਰੇ ਹੋਰ ਪਾਉਣਾ ਸ਼ੁਰੂ ਕਰ ਦਿੰਦਾ ਹੈ। ਫਿਰ ਬਾਹਰ ਕੋਈ ਬॉयਫ੍ਰੈਂਡ ਜਾਂ ਗਰਲਫ੍ਰੈਂਡ ਵੀ ਲੱਭਣੇ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਉਹ ਐਸੇ ਗਿਜ਼ਮੋ ਦੀ ਗੇਮਸ ਵਿੱਚ ਫਸ ਜਾਂਦਾ ਹੈ। We are not being distracted by these gizmo gadgets, rather we are already distracted. ਸਾਡਾ ਥਾਟ ਪ੍ਰੋਸੈਸ ਇਸ ਤਰ੍ਹਾਂ ਬਣ ਗਿਆ ਜਿਹਦੇ ਵਿੱਚ ਪਿਆਰ ਦੀ ਭਾਖਿਆ ਪਾਓ, ਅਪਾਰ ਦੀ ਹਾਰਮੋਨੀਅਸ ਲਾਈਫ ਹੈ ਨਹੀਂ ਹੈ। ਵੈਸੇ ਵੀ ਆਲ ਆਰ ਬਿਜ਼ੀ। ਇੱਕ ਦੂਜੇ ਦੇ ਨਾਲ ਦਿਲ ਲੈਣ ਬਾਰੇ ਗੱਲ ਕਰਨੀ ਸਾਨੂੰ ਆਉਂਦੀ ਨਹੀਂ ਹੈ। ਪਤਨੀ ਗੁਰਦੁਆਰੇ ਜਾਣਾ ਚਾਹੁੰਦੀ ਹੈ, ਪਾਠ ਕਰਨਾ ਚਾਹੁੰਦੀ ਹੈ, ਸਤਸੰਗ ਕਰਨਾ ਚਾਹੁੰਦੀ ਹੈ, ਸੱਚ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ। ਪਤੀ ਭਾਵੇਂ ਕਾਊਚ ਪੋਟੈਟੋ ਬਣ ਕੇ ਸਾਹਮਣੇ ਟੀਵੀ ਚੈਨਲ ਬਦਲ ਕੇ ਰੋਬ ਪਾਵੇ, ਚੱਲ ਚਾਹ ਬਣਾ ਕੇ ਲਿਆ, ਅੱਛਾ ਪਕੌੜੇ ਤਲ, ਅੱਛਾ ਇਹ ਕਰ ਉਹ ਕਰ, ਆਪਣਾ ਰੋਬ ਚਾੜ ਕੇ ਤੂੰ ਮੇਰੀ ਦਾਸੀ ਬਣ ਕੇ ਕੋਲ ਖੜੀ ਰਹਿ। ਦਿਸ ਇਜ਼ ਨਾਟ ਦਾ ਵੇ। ਹੁਣ ਪਤਨੀ ਚਾਹੁੰਦੀ ਵੀ ਉਹ ਜਾ ਨਹੀਂ ਸਕਦੀ। ਇੰਝ ਹੀ ਮਾਂ ਪਿਓ ਬੱਚਿਆਂ ਨਾਲ ਕਰਦੇ ਨੇ। ਸੋ ਅਸੀਂ ਇਹ ਗਿਜ਼ਮੋ ਗੈਜਟਸ ਕਰਕੇ ਡਿਸਟਰੈਕਟ ਨਹੀਂ ਹਾਂ, ਸਾਡੀ ਸੋਚਣੀ ਕਿਧਰੇ ਗੜਬੜ ਹੈ, ਅਸੀਂ ਸਮਝ ਨਹੀਂ ਪਾ ਰਹੇ ਹਾਂ। ਸੋ ਮੇਰੀ ਬੇਨਤੀ ਹੈ ਕਿ ਪਿਆਰ ਪਿਆਰ ਬੇਅੰਤ ਅਪਾਰ ਭਾਖਿਆ ਪਾਓ, ਅਪਾਰ ਵਾਲਾ ਜੀਵਨ ਜੀਣ ਦੀ ਅਸੀਂ ਜਾਂਚ ਬਣਾਈਏ। ਆਪੇ ਫੋਨ ਛੁੱਟ ਜਾਏਗਾ, ਛੋੜਨਾ ਨਹੀਂ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਐਸਚਨ ਇਹ ਹੈ, ਮੇਰੇ ਕੋਲ 2 ਕੁਐਸਚਨ ਹੈ ਜੀ। ਮੈਂ ਪਹਿਲੀ ਵਾਰ ਇੱਥੇ ਬੋਲ ਰਹੀ ਹਾਂ, ਮੈਨੂੰ ਥੋੜਾ ਬੋਲਣਾ ਵੀ ਔਖਾ ਲੱਗ ਰਿਹਾ। ਵਾਹ, ਬਹੁਤ ਅੱਛੇ। ਮੈਂ ਕਦੇ ਨਹੀਂ ਬੋਲੀ ਜੀ। ਮੇਰਾ ਇੱਕ ਕੁਐਸਚਨ ਇਹ ਹੈ ਜੀ, ਮੇਰੀ ਸਿਸਟਰ ਮੈਥੋਂ ਛੋਟੀ ਆ, ਮੈਂ ਉਹਦੇ ਤੋਂ ਵੱਡੀ ਹਾਂ, ਅਸੀਂ 7 ਭੈਣ ਭਰਾ ਹਾਂ। ਅਤੇ ਮੇਰੇ ਮਦਰ ਫਾਦਰ ਬਿਲਕੁਲ ਅਨਪੜ੍ਹ, ਅਤੇ ਮੇਰੇ ਫਾਦਰ ਬਹੁਤ ਸ਼ਰਾਬ ਪੀਂਦੇ ਸੀ, ਬਹੁਤ ਸਾਡੇ ਘਰ ਵਿੱਚ ਲੜਾਈ ਹੁੰਦੀ ਸੀ। ਅਤੇ ਫਿਰ ਮੇਰੇ ਜਿਹੜੇ ਵੱਡੇ ਬ੍ਰਦਰ ਸੀ ਉਹ ਵੀ ਉਹਨਾਂ ਦੇ ਨਾਲ ਸ਼ਰਾਬ ਪੀਣ ਲੱਗ ਗਏ, ਅਤੇ ਘਰ ਦੇ ਵਿੱਚ ਇੰਨੀ ਲੜਾਈ ਮੈਂ ਦੱਸ ਨਹੀਂ ਸਕਦੀ। ਉਹਦੇ ਵਿੱਚ ਅਸੀਂ ਗਰੋ ਹੋਈਆਂ। ਫਿਰ ਅਸੀਂ ਇੱਥੇ ਕੈਨੇਡਾ ਵਿੱਚ ਆ ਗਈਆਂ। ਜਿਹੜੀ ਮੇਰੀ ਛੋਟੀ ਭੈਣ ਆ, ਉਹ ਪਹਿਲਾਂ ਤੋਂ ਇੰਨੀ ਧਾਰਮਿਕ ਹੈ ਮੈਂ ਦੱਸ ਨਹੀਂ ਸਕਦੀ। ਉਹ ਗੁਰੂ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਕਰਦੀ, ਅਤੇ ਨਾ ਉਹਨੂੰ ਕੋਈ ਪਾਰਟੀ ਕੁਛ ਵੀ ਉਹਨੂੰ ਚੰਗਾ ਨਹੀਂ ਲੱਗਦਾ, ਸਿਰਫ ਗੁਰੂ ਦੀ ਗੱਲ ਚੰਗੀ ਲੱਗਦੀ। ਦਾਨ ਪੁੰਨ ਬਹੁਤ ਕਰਦੀ ਆ, ਪਰ ਉਹ ਕਈ ਵਾਰੀ ਇੰਨੀ ਡਿਪਰੈਸ਼ਨ 'ਚ ਚਲੀ ਜਾਂਦੀ ਆ, ਅਤੇ ਉਹ ਕਹਿੰਦੀ ਵੀ ਮੈਨੂੰ ਤਾਂ ਅੱਜ ਤੱਕ ਪਿਆਰ ਹੀ ਨਹੀਂ ਮਿਲਿਆ। ਅਤੇ ਉਹ ਇੰਨਾ ਗੁਰੂ ਦੇ ਨੇੜੇ ਆ, ਪਰ ਫਿਰ ਵੀ ਉਹ ਡਿਪਰੈਸ਼ਨ ਉਹਨੂੰ ਕਿਉਂ ਹੋ ਜਾਂਦਾ, ਉਹ ਕਿਉਂ ਹੋ ਜਾਂਦੀ ਇੰਨੀ ਡਿਪਰੈਸ਼ਨ, ਉਹਦਾ ਮੈਂ ਕਾਰਨ ਪੁੱਛਣਾ ਚਾਹੁੰਦੀ। ਜੋ ਮੇਰਾ ਦੂਸਰਾ ਕੁਐਸਚਨ ਹੈਗਾ ਵੀ ਮੈਂ ਵੀ ਉਸੇ ਹਾਲਤ 'ਚ ਹੀ ਲੰਘੀ ਆ। ਮੈਨੂੰ ਕਹਿ ਦਿੰਦੀ ਆ ਵੀ ਤੈਨੂੰ ਤਾਂ ਆਪ ਕੁਛ ਨਹੀਂ ਆਉਂਦਾ, ਮੈਂ ਤੇਰੇ ਨਾਲ ਲੱਗੀ ਰਹੀ, ਅਤੇ ਮੇਰਾ ਵੀ ਸਾਰਾ ਆਪਣਾ ਘਰ ਖਰਾਬ ਹੋਇਆ ਵਾ। ਮੇਰਾ ਡਿਵੋਰਸ ਹੋ ਗਿਆ, ਮੇਰੇ ਹਸਬੈਂਡ ਨੇ ਦੂਜਾ ਵਿਆਹ ਕਰਵਾ ਲਿਆ। ਜਿਹੜੇ ਮੇਰੇ ਬੱਚੇ ਉਹ ਮੇਰੇ ਨਾਲ ਰਹਿੰਦੇ ਆ, ਪਰ ਉਹ ਆਪੋ ਤਾਂ ਆਪ ਹੋਇਆ ਵੀ ਉਹ ਮੈਂ ਜੀ ਸਿਮਰਨ ਵੀ ਅਸੀਂ ਦੋਨੋਂ ਭੈਣਾਂ ਬਹੁਤ, ਉਹਦਾ ਮਨ ਬਹੁਤ ਸਿਮਰਨ 'ਚ ਲੱਗਦਾ, ਉੱਠਣ ਨੂੰ ਦਿਲ ਨਹੀਂ ਕਰਦਾ ਮੇਰੀ ਸਿਸਟਰ ਦਾ। ਪਰ ਮੈਂ ਸਿਮਰਨ ਦੇ ਵਿੱਚ ਬੈਠਦੀ ਹਾਂ, ਨਿਤਨੇਮ ਕਰਦੀ ਹਾਂ, ਮੇਰਾ ਬਿਲਕੁਲ ਦਿਲ ਨਹੀਂ ਲੱਗਦਾ। ਅਤੇ ਇਹਦੇ ਬਾਰੇ ਤੁਸੀਂ ਮੈਨੂੰ ਕੁਛ ਵੀ ਮੈਨੂੰ ਬਸ ਦੱਸੋ ਕੁਛ ਵੀ ਕੀ ਹੋਣਾ ਚਾਹੀਦਾ। ਮੈਂ ਗੁਰੂ ਨਾਲ ਜੁੜਨਾ ਚਾਹੁੰਦੀ, ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਬਸ ਕੱਲ ਗੁਰੂ ਦੀ ਲੋੜ ਹੈ ਮੈਨੂੰ। ਤੁਸੀਂ ਭੈਣ ਜੀ, ਇਸ ਵੇਲੇ ਤੁਹਾਡੀ ਸਿਸਟਰ ਤਾਂ ਇੱਥੇ ਨਹੀਂ ਹੈ, ਮੈਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦਾ, ਪਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਗੁਰੂ ਨਾਲ ਅਸੀਂ ਜੁੜਦੇ ਹਾਂ ਨਾ, ਤਾਂ ਇਹ ਖਿਆਲ ਨਹੀਂ ਆਉਂਦਾ ਕਿ ਮੈਨੂੰ ਕੋਈ ਪਿਆਰ ਨਹੀਂ ਕਰਦਾ, ਬਲਕਿ ਅਸੀਂ ਗੁਰੂ ਨਾਲ ਜੁੜਨ ਤੋਂ ਬਾਅਦ ਲਵਿੰਗ ਬੀਇੰਗ ਬਣ ਜਾਂਦੇ ਹਾਂ। ਲਵਿੰਗ ਬੀਇੰਗ ਦੀ ਨਿਸ਼ਾਨੀ ਇਹ ਨਹੀਂ ਹੁੰਦੀ ਕਿ ਉਹ ਲੋਕਾਂ ਕੋਲੋਂ ਪਿਆਰ ਮੰਗਦਾ ਹੈ। ਲਵਿੰਗ ਬੀਇੰਗ ਓਵਰਫਲੋ ਕਰਦਾ ਹੈ। ਲਵਿੰਗ ਬੀਇੰਗ ਇਜ਼ ਫॉर ਅਦਰਸ। ਸੋ ਜੇ ਉਹ ਜਾਤ ਸਿੱਖ ਲੈਣ, ਉਹਨਾਂ ਦਾ ਡਿਪਰੈਸ਼ਨ ਠੀਕ ਹੋ ਜਾਏਗਾ। ਸਿਮਰਨ 'ਤੇ ਬੈਠੇ ਰਹਿਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਚੌਕੜਾ ਮਾਰ ਕੇ ਬੈਠੇ ਰਹਿਣ, ਅੱਖਾਂ ਨੂਟ ਕੇ ਦੁਨੀਆ ਤੋਂ ਉਪਰਾਮ ਹੋ ਜਾਣ। ਸਿਮਰਨ ਦੇ ਵਿੱਚੋਂ ਅਸੀਂ ਸਿੱਖਣਾ ਇਹੋ ਹੈ ਕਿ ਮੈਂ ਵੱਧ ਤੋਂ ਵੱਧ ਦੁਨੀਆ ਦੇ ਕੰਮ ਕਿਵੇਂ ਆ ਸਕਦਾ ਹਾਂ। ਮੈਨੂੰ ਤੁਹਾਡੀ ਪ੍ਰੋਬਲਮ ਸਮਝ ਆ ਰਹੀ ਹੈ ਕਿ ਤੁਸੀਂ ਕਿੰਨੀ ਮੁਸ਼ਕਿਲਾਂ ਤੋਂ ਨਿਕਲੇ ਹੋ। ਜਿਹੜਾ ਡਿਪਰੈਸ਼ਨ ਹੈ ਉਹਦੇ ਤੋਂ ਤੁਸੀਂ ਵੀ ਬਚ ਸਕਦੇ ਹੋ, ਤੁਹਾਡੀ ਭੈਣ ਵੀ ਬਚ ਸਕਦੀ ਹੈ। ਬਸ ਦੁਨੀਆ ਦੇ ਭਲੇ ਵਾਸਤੇ, ਜਿਸ ਤਰ੍ਹਾਂ ਅਸੀਂ ਪਹਿਲਾਂ ਕਵਿਤਾ ਪੜ੍ਹੀ ਸੀ ਨਾ, ਜਗਾ ਦੇ ਮੋਮਬੱਤੀਆਂ, ਜਿਤਨਾ ਅਸੀਂ ਚੈਰਿਟੀ ਕਰਨ, ਦੂਜਿਆਂ ਦੇ ਭਲੇ ਵਾਸਤੇ ਉੱਠਾਂਗੇ ਨਾ, ਉਤਨਾ ਲੋਕਾਂ ਦੇ ਨਾਲ ਪਿਆਰ ਵਧੇਗਾ, ਖੇੜਾ ਵਧੇਗਾ।
ਔਰ ਜਿੰਨਾ ਅਸੀਂ ਲੋਕਾਂ ਨਾਲ ਪਿਆਰ ਕਰਦੇ ਹਾਂ ਉਸ ਤੋਂ ਜ਼ਿਆਦਾ ਪਿਆਰ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਲ ਜੁੜਨ ਤੋਂ ਬਾਅਦ ਇਹੀ ਤਾਂ ਧੰਨਵਾਦ ਨਿਕਲਦਾ ਹੈ ਕਿ ਮੈਂ ਦੁਨੀਆ ਵਾਸਤੇ ਕੀਤਾ ਘੱਟ ਹੈ ਪਰ ਦੁਨੀਆ ਨੇ ਮੈਨੂੰ ਦਿੱਤਾ ਜ਼ਿਆਦਾ ਹੈ। ਗੁਰੂ ਇਹ ਵਾਲੀ ਖੇਡ ਸਿਖਾ ਦਿੰਦਾ ਹੈ। ਮੈਨੂੰ ਸੂਰਜ ਵੀ ਮਿਲਿਆ ਹੈ, ਮੈਨੂੰ ਚੰਨ ਵੀ ਮਿਲਿਆ ਹੈ, ਮੈਨੂੰ ਰਾਤ ਵੀ ਮਿਲੀ ਹੈ, ਮੈਨੂੰ ਧਰਤੀ ਵੀ ਮਿਲੀ ਹੈ, ਮੈਨੂੰ ਰੋਟੀ ਕੱਪੜਾ ਮਕਾਨ ਵੀ ਮਿਲਿਆ ਹੈ, ਮੈਨੂੰ ਮੇਰੇ ਭੈਣ ਭਰਾ ਧੀਆਂ ਪੁੱਤਰ ਮਾਂ ਪਿਓ ਵੀ ਮਿਲੇ ਨੇ, ਮੇਰੀ ਮਾਂ ਨੇ ਮੈਨੂੰ ਦੁੱਧ ਵੀ ਪਿਲਾਇਆ ਸੀ, ਮੇਰੇ ਭੈਣ ਭਰਾ ਵੀ ਮਿਲੇ ਨੇ, ਮੇਰੇ ਸਕੂਲ ਕਾਲਜ ਵਿੱਚ ਮੇਰੇ ਦੋਸਤ ਮਿੱਤਰ ਵੀ ਮਿਲੇ ਸੀ। ਦੁਨੀਆ 'ਚ ਬਹੁਤ ਕੁਝ ਮੈਨੂੰ ਮਿਲਿਆ ਹੈ, ਮੈਂ ਵਾਪਸ ਕੁਝ ਨਹੀਂ ਕੀਤਾ। ਨਾਓ ਟੂਡੇ ਆਈ ਵਾਂਟ ਟੂ ਪ੍ਰੈਕਟਿਸ ਦਿਸ ਕਿ ਮੈਂ ਵੱਧ ਤੋਂ ਵੱਧ ਦੁਨੀਆ ਨੂੰ ਕਿਤਨਾ ਦੇ ਸਕਦੀ ਹਾਂ। ਜਦੋਂ ਇਹ ਖੇਡ ਸਮਝ ਆ ਜਾਂਦੀ ਹੈ ਨਾ, ਫਿਰ ਦੂਜਿਆਂ ਵਾਸਤੇ ਜੀਣ ਲੱਗ ਪੈਂਦੇ ਆ। ਫਿਰ ਪਿਆਰ 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 ਹੀ ਪਿਆਰ ਦਾ ਸਵਾਦ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਮਧੂਬਨ ਖੁਸ਼ਬੂ ਦੇਤਾ ਹੈ, सागर सावन देता है, जीना उसका जीना है, जो औरों को जीवन देता है। ਵਿੱਚ ਦੁਨੀਆ ਸੇ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਫਿਰ ਅਸੀਂ ਜੀਣ ਲੱਗ ਪੈਂਦੇ ਹਾਂ। ਵਰਨਾ ਵਕਤ ਸਿਰ ਆਪਣੇ ਘਰ ਖਾ ਲਓ, ਵਕਤ ਸਿਰ ਟਾਈਮ ਸਿਰ ਸੈਰ ਕਰ ਲਓ, ਯੋਗਾ ਕਰ ਲਓ, ਆਪੇ ਖਾ ਕੇ ਆਪੇ ਸੌਂ ਜਾਓ, ਆਪਣੇ ਟੱਬਰ ਵਿੱਚ ਰਹਿਣਾ ਸ਼ੁਰੂ ਕਰ ਦਿਓ। ਇੱਕ ਦਿਨ ਉਦਾਸ ਹੀ ਹੋ ਜਾਵਾਂਗੇ, ਇੱਕ ਦਿਨ ਥੱਕ ਹੀ ਜਾਵਾਂਗੇ, ਇੱਕ ਦਿਨ ਦੁਨੀਆ ਤੋਂ ਉਪਰਾਮ ਹੋ ਕੇ ਡਿਪਰੈਸ਼ਨ ਹੀ ਆ ਜਾਏਗਾ। ਇਹਦੇ 'ਚੋਂ ਕੋਈ ਵੀ ਨੁਕਸ ਵਾਲੀ ਗੱਲ ਜੇ ਤੁਸੀਂ ਨਹੀਂ ਕਰਦੇ ਹੋ, ਤੁਹਾਡੀ ਭੈਣ ਨਹੀਂ ਕਰਦੀ ਹੈ, ਤਾਂ ਵੀ ਮੈਨੂੰ ਮਾਫੀ ਦੇ ਦੇਣਾ, ਪਰ ਮੈਂ ਇਨ ਜਨਰਲ ਸਾਂਝ ਕਰ ਰਿਹਾ। ਦੂਜਿਆਂ ਵਾਸਤੇ ਬਸ ਜੀਣਾ ਸ਼ੁਰੂ ਕਰ ਦਈਏ। ਹਾਂਜੀ, ਮੇਰੀ ਸਿਸਟਰ ਜੀ ਬਹੁਤ ਜ਼ਿਆਦਾ ਚੈਰਿਟੀ ਕਰਦੀ ਆ। ਉਹ ਕਹਿੰਦੀ ਵੀ ਮੇਰੇ ਕੋਲੇ ਕੁਝ ਬਣਾਓ, ਇੰਨੀ ਚੈਰਿਟੀ ਕਰਦੀ ਮੈਂ ਦੱਸ ਨਹੀਂ ਸਕਦੀ। ਕੀ ਕਰਦੀ ਹੈ? ਜੋ ਵੀ ਹਰ ਸਾਲ ਉਹ ਇੰਡੀਆ ਜਾਂਦੀ ਹੈ ਜੀ, ਸਿਰਫ ਕੋਈ ਉਹਨੇ ਆਪਣੇ ਲੀੜਾ ਕੱਪੜਾ ਨਹੀਂ ਖਰੀਦਣਾ, ਆਪਣੇ ਲਈ ਨਹੀਂ ਜਾਂਦੀ, ਸਿਰਫ ਗਰੀਬਾਂ ਦੇ ਲਈ ਜਾਂਦੀ ਹੈ। ਵਾਹ ਵਾਹ, ਹਰ ਸਾਲ ਉਹ ਜਾਣਾ ਚਾਹੁੰਦੀ। ਵੈਰੀ ਗੁੱਡ, ਵੈਰੀ ਨਾਈਸ। ਇੰਨੀ ਉਹ ਬਹੁਤ ਜ਼ਿਆਦਾ ਹੀ ਚੈਰਿਟੀ, ਬਹੁਤ ਜ਼ਿਆਦਾ ਹੀ ਗਰੀਬ ਨੂੰ ਉਹ ਕਰਦੀ ਹੈ। ਫਿਰ ਉਹਨੂੰ ਡਿਪਰੈਸ਼ਨ ਕਿਉਂ ਹੁੰਦਾ ਜੀ? ਇੰਨੀ ਗੁਰੂ ਦੇ ਨੇੜੇ ਆ। ਮੈਂ ਡਿਪਰੈਸ਼ਨ ਦਾ ਕਾਰਨ ਪੁੱਛਣਾ ਚਾਹੁੰਦੀ ਹਾਂ। ਭੈਣ ਜੀ, ਉਹਨਾਂ ਨੂੰ ਇਹ ਫਿਰ ਕਿਉਂ ਲੱਗ ਗਿਆ ਕਿ ਮੈਂ ਲੋਕਾਂ ਨੂੰ ਪਿਆਰ ਕੀਤਾ, ਮੈਨੂੰ ਕਿਸੇ ਨੇ ਨਹੀਂ ਕੀਤਾ? ਨਹੀਂ, ਉਹਨਾਂ ਨੂੰ ਇਹ ਕਿਉਂ ਲੱਗ ਗਿਆ? ਉਹਨਾਂ ਨੂੰ ਕਿਧਰੇ ਇੰਚ ਤਾਂ ਨਹੀਂ ਲੱਗ ਗਿਆ? ਮੈਂ ਮਿਸ ਜੱਜ ਨਹੀਂ ਕਰ ਰਿਹਾ, ਪਰ ਕਿਧਰੇ ਇੰਚ ਤਾਂ ਨਹੀਂ ਲੱਗ ਗਿਆ? ਦੇਖੋ, ਮੈਂ ਗੁਰੂ ਨਾਲ ਵੀ ਜੁੜੀ ਹੋਈ ਹਾਂ, ਮੈਂ ਪਾਠ ਵੀ ਕਰਦੀ ਹਾਂ, ਮੈਂ ਸਿਮਰਨ ਵੀ ਕਰਦੀ ਹਾਂ, ਫਿਰ ਵੀ ਮੈਨੂੰ ਕੋਈ ਪਿਆਰ ਕਿਉਂ ਨਹੀਂ ਕਰਦਾ? ਪਾਠ ਕਰਨ ਦੇ ਨਾਲ, ਗੁਰੂ ਦੇ ਨਾਲ ਜੁੜਨ ਨਾਲ, ਸਿਮਰਨ ਕਰਨ ਨਾਲ ਇਹ ਕੋਈ ਧੱਕੇਸ਼ਾਹੀ ਨਾਲ ਖਰੀਦ ਨਹੀਂ ਲਿਆ ਹੈ ਦੁਨੀਆ ਨੂੰ। ਇਹ ਤੇ ਆਪਣੇ ਮਨ ਦੇ ਚੈਨ ਵਾਸਤੇ ਸੀ। ਜੇ ਚੈਨ ਹੀ ਨਹੀਂ ਆਇਆ ਤਾਂ ਕਿਧਰੇ ਵਪਾਰ ਨਾ ਬਣ ਜਾਏ, ਹੈ ਨਾ, ਕਿ ਮੈਂ ਇੰਜ ਕਰਾਂ, ਇਹਦੇ ਬਦਲੇ ਦੁਨੀਆ ਮੈਨੂੰ ਪਿਆਰ ਕਰਿਆ ਕਰੇ, ਦੁਨੀਆ ਮੈਨੂੰ ਸਮਝੇ ਕਿ ਮੈਂ ਸ਼ਰੀਫ ਹਾਂ, ਦੁਨੀਆ ਮੈਨੂੰ ਗੁਰਮੁਖ ਸਮਝਿਆ ਕਰੇ, ਦੁਨੀਆ ਮੇਰੇ ਨਾਲ ਮਿਸਟ੍ਰੀਟ ਨਾ ਕਰੇ। ਜੇ ਮੈਂ ਚੈਰਿਟੀ ਦਾਨ ਪੁੰਨ ਕਰਕੇ ਆਈ ਹਾਂ ਤਾਂ ਇਹਦੇ ਬਦਲਾ ਵੀ ਮੈਨੂੰ ਮਿਲੇ, ਰਿਵਾਰਡ ਮਿਲੇ। ਪਰ ਬਾਣੀ ਸਿਖਾਉਂਦੀ ਹੈ ਕਾਹੂ ਫਲ ਕੀ ਇੱਛਾ ਨਹੀਂ ਬਚ, ਕੁਛ ਵੀ ਇਨ ਰਿਟਰਨ ਮੈਨੂੰ ਰਿਵਾਰਡ ਦੀ ਇੱਛਾ ਨਹੀਂ ਹੈ। ਬਸ ਉਹਨਾਂ ਦਾ ਇਹ ਸਵਾਲ ਖਤਮ ਹੋ ਜਾਏਗਾ ਨਾ। ਸਵਾਲ ਤੁਸੀਂ ਮੈਨੂੰ ਦੱਸਿਆ ਨਾ ਕਿ ਉਹ ਕਹਿੰਦੀ ਹੈ ਮੈਨੂੰ ਕਿਸੇ ਪਿਆਰ ਨਹੀਂ ਕੀਤਾ, ਤਾਂ ਹੀ ਡਿਪਰੈਸ਼ਨ ਸ਼ੁਰੂ ਹੋਇਆ ਨਾ। ਬਸ ਇਹੀ ਕਾਰਨ ਹੈ। ਡਿਪਰੈਸ਼ਨ ਨੂੰ ਦੂਰ ਕਰਨਾ ਹੈ ਤਾਂ ਜਿਨ੍ਹਾਂ ਕੋਲੋਂ ਪਿਆਰ ਮੰਗ ਰਿਹਾ ਉਹਨਾਂ ਨੂੰ ਪਿਆਰ ਦੇਣਾ ਸ਼ੁਰੂ ਕਰ ਦਈਏ ਬਸ। ਪਰ ਅਸੀਂ ਦੇ ਕਿਉਂ ਨਹੀਂ ਰਹੇ? ਉਹ ਭੈੜੇ ਨੇ। ਰਿਵਾਰਡ ਵਿੱਚ ਕੁਝ ਲੈਣ ਦੀ ਇੱਛਾ ਤੇ ਬਣ ਗਈ ਹੈ ਨਾ, ਹੈ ਭੈਣ ਜੀ? ਠੀਕ ਹੈ, ਪਰ ਫਿਰ ਵੀ ਮੈਂ ਉਹਨਾਂ ਨੂੰ ਮਿਸ ਜੱਜ ਨਹੀਂ ਕਰ ਰਿਹਾ। ਸ਼ੁਕਰ ਹੈ ਕਿ ਉਹ ਗੁਰੂ ਨਾਲ ਜੁੜੇ ਨੇ, ਸ਼ੁਕਰ ਹੈ ਕਿ ਉਹ ਸਿਮਰਨ ਕਰਦੇ ਨੇ, ਸ਼ੁਕਰ ਹੈ ਕਿ ਉਹ ਬਾਣੀ ਪੜ੍ਹਦੇ ਨੇ। ਪਰ ਹੁਣ ਇਹਦੇ 'ਚੋਂ ਰਿਵਾਰਡਲੈਸ ਹੋ ਕੇ ਪੜ੍ਹਨ ਦੀ, ਸਿੱਖਣ ਦੀ ਜਾਚ ਸਿੱਖਣੀ ਹੈ। ਠੀਕ ਹੈ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੇਰਾ ਤੁਹਾਨੂੰ ਸਵਾਲ ਹੈਗਾ ਕਿ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਵੀ ਗੁਰਬਾਣੀ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਹਉਮੈ ਨੂੰ ਛੱਡਣਾ ਪਏਗਾ, ਹਉਮੈ ਦਾ ਤਿਆਗ ਕਰਨਾ ਪਏਗਾ।
ਸੋ ਅਸੀਂ ਇਹ ਸਾਰੇ ਜਾਣਦੇ ਵੀ ਹਾਂ ਵੀ ਹਉਮੈ ਤੋਂ ਛੁੱਟਣਾ ਜ਼ਰੂਰੀ ਹੈ, ਪਰ ਫਿਰ ਇੱਕ ਦੁਵਿਧਾ ਖੜੀ ਹੋ ਜਾਂਦੀ ਹੈ ਕਿ ਜੇ ਹਉਮੈ ਛੁੱਟ ਗਿਆ ਤਾਂ ਸ਼ਾਇਦ ਸਮਾਜ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਰਹਿ ਜਾਏਗੀ, ਕੋਈ ਸਾਨੂੰ ਪੁੱਛੇਗਾ ਨਹੀਂ। ਤੇ ਫਿਰ ਅਸੀਂ ਇਸ ਦੁਵਿਧਾ ਦਾ ਕਿਸ ਤਰ੍ਹਾਂ ਨਿਬੇੜਾ ਕਰੀਏ? ਤੁਹਾਡਾ ਨਾਂ ਕੀ ਹੈ? ਕਮਲ ਕੌਰ। ਹਾਂਜੀ ਕਮਲ ਕੌਰ ਜੀ, ਇਹ ਤੁਹਾਡਾ ਕੁਐਸਚਨ ਹੈ ਕਿ ਪਬਲਿਕ ਦਾ ਆਇਆ? ਮੇਰਾ ਵੀ ਸਵਾਲ ਹੈਗਾ ਜੀ। ਅੱਛਾ ਜੀ, ਕੀ ਅਸੀਂ ਹਉਮੈ ਇਸ ਕਰਕੇ ਛੱਡਣੀ ਹੈ ਕਿ ਹਾਂਜੀ, ਲੋਕੀ ਪੁੱਛਿਆ ਕਰਨ? ਕਿਸ ਤਰ੍ਹਾਂ ਜੀ? ਹਉਮੈ ਮੈਂ ਇਸ ਕਰਕੇ ਛੱਡਣੀ ਹੈ ਕਿ ਮੇਰੀ ਲੋਕੀ ਪੁੱਛਗਿੱਛ ਕਰਿਆ ਕਰਨ, ਮੇਰੀ ਪ੍ਰੈਜ਼ੈਂਸ ਹੈ ਕਿ ਹਮ ਵੀ ਕੁਝ ਹੋਤੇ ਹੈ, ਇਹ ਬਰਕਰਾਰ ਰਵੇ। ਹਾਂਜੀ, ਪਰ ਕਿਤੇ ਕਿਤੇ फिर ਮਹਿਸੂਸ तो हमें ਹੁੰਦਾ। छूटेगी नहीं, हम भी कुछ होते हैं, ये तो हमें ਹਾਂਜੀ, है ना। ਬਿਲਕੁਲ। बस ये लेबल लाना, मैं अमीर आदमी हाँ, मेरी ये जात है, मेरे इतने पुत्र हैं, साडी फलानी जगह वो वाला काम है, इन्ने मिलियन कमाने हैं, ये साडा मकान है ना। ਅਸੀਂ ਇਹ ਕਰਦੇ ਹਾਂ ਉਹ ਕਰਦੇ ਹਾਂ, ਬ੍ਰਾਂਡ ਨੇਮ ਦੀਆਂ ਕਾਰਾਂ, ਮੇਰੇ ਪੁੱਤਰ ਇੰਨਾ ਕਮਾਉਂਦੇ ਨੇ, ਅਸੀਂ ਇੰਨਾ ਪਾਠ ਕਰਦੇ ਹਾਂ, ਅਸੀਂ ਇੰਨਾ ਸਿਮਰਨ ਕਰਦੇ ਹਾਂ, ਅਸੀਂ ਸਾਲਾਨਾ ਫਲਾਣੀ ਜਗ੍ਹਾ ਇੰਨਾ ਲੰਗਰ ਲਾਉਂਦੇ ਹਾਂ, ਅਸੀਂ ਨਗਰ ਕੀਰਤਨ ਹੀ ਚੇਂਜ ਕਰਦੇ ਹਾਂ, ਪ੍ਰਬੰਧਕਾਂ ਨੂੰ ਅਸੀਂ ਇੰਨੇ ਪੈਸੇ ਦਿੰਦੇ ਹਾਂ। ਇਹ ਸਾਰੇ ਦੇ ਨਾਲ ਜੇ ਸਮਾਜ ਦੇ ਅੰਦਰ ਆਪਣੀ ਪੁੱਛਗਿੱਛ ਰੱਖਣੀ ਹੈ ਤੇ ਇਹਦਾ ਨਾਂ ਤੇ ਨਰਕ ਹੈ, ਨਰਕ ਹੈ ਨਾ। ਪਰ ਛੁੱਟਣ ਦਾ ਕੋਈ ਤਰੀਕਾ ਵੀ ਤਾਂ ਦੱਸੋ ਜੀ। ਬਸ ਮੈਨੂੰ ਇਸ ਦਿਖਾਵੇ ਤੋਂ ਛੁੱਟਣਾ ਹੈ ਨਾ। ਦਿਖਾਵਾ ਕਰਨਾ, ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੇ ਗੁਮਾਨ। ਪਤਾ ਕੀ ਹੁੰਦਾ ਹੈ? ਹਾਥੀ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਸਾਰੇ ਚੰਗੇ ਕੰਮ ਕਰਕੇ ਸਿਰ ਤੇ ਮਿੱਟੀ ਪਾ ਲੈਂਦਾ। ਮੈਂ ਸਭ ਕੁਝ ਕਰਕੇ ਜ਼ਬਰਦਸਤੀ ਦੱਸਣਾ ਚਾਹੁੰਦੀ ਹਾਂ, ਸਾਰੀ ਦਿਨ ਮੇਰੀ ਸੱਸ ਮਿਹਨਤ ਕਰਦੀ ਹੈ, ਮੇਰੀ ਨਨਾਣ ਮਿਹਨਤ ਕਰਦੀ ਹੈ, ਪਰ ਸ਼ਾਮ ਨੂੰ ਮੇਰੇ ਪਤੀ ਦੇਰ ਜੇਠ ਜਾਂ ਮੇਰੇ ਸਹੁਰੇ ਨੇ ਘਰ ਆਣਾ, ਬਸ ਮੈਂ ਤਿਆਰ ਤੁਰ ਹੋ ਕੇ ਪੱਕੀ ਪਕਾਈ ਤੇ ਕੜਛੀ ਮਾਰਨਾ ਸ਼ੁਰੂ ਕਰਦੀ ਹਾਂ। ਦੇਖੋ ਮੈਂ ਜੋ ਕੰਮ ਕਰਦੀ ਹਾਂ, ਇਹ ਹਮ ਕੁਛ ਹੋਤੇ हैं, यही तो ईगो है, इसी तो छूटना है। दिस इज हिपोक्रेसी। वाई आई वॉन्ट दैट पीपल शुड नो मी। एक दिन मैं मर जाऊंगा, पीपल विल नॉट टॉक अबाउट मी देन। फिर मैं आज ही क्यों ना जीवतियां मार रही है सीख ला। जो इंसान किसी ਨੂੰ डोमीनेट कर सकता है वो घाटे च जा रहा है। जो इंसान किसी एक भी मनुख ਨੂੰ डरा सकता है वो घाटे च है। क्योंकि बाणी कहती है भै काहू को देत न पैमानतान। पति अपने रोब थले एक दिन 4 लावां लईयां सी, हुण हक जमा बैठता है, मेरी पत्नी है, मेरे बिना यहाँ पर पत्ता नहीं हिल सकता। भावें पत्ता हिलता है लेकिन है नहीं हिल सकती, है ना। दैट इज हाइट ऑफ जमा वाली बुद्धि ते नरकी जीवन। नरक च जाके कहते ना जम सतान के, नरक इत्थे ही बना लिया, ये तो जम है। 4 लावां लैके घर नूं जेल बना लेना गुरमत नहीं है। जिस पति कोलों पत्नी डरदी है वो पति कदे भी सच दा प्यार नहीं मान सकता। धक्के दे नाल फिजिकल रिलेशनशिप रख के उसनूं लीगल प्रोस्टिट्यूशन वरत सकता है। सच दा प्यार नहीं मान सकता, क्योंकि सच दे प्यार विच सैक्स नहीं होंदा। जो पत्नी पति नूं तुसीं ते घर कदे बहिंदे ही नहीं, हर वेले टुरे ही रहिंदे हो, मेरे कोल ते बहिंदे ही नहीं, साडा ते हाल चाल ही नहीं पुछदे, तुसीं मैनूं हैप्पी बर्थडे नहीं किया ना, तुहानूं एनिवर्सरी भी भुल गई है कि किस दिन जेल विच फसे सो, है ना। ए सब की है, एक दूजे नूं जबरदस्ती कुत्ता या बिल्ली पेट बना के ਉਹਦੇ गले जंजीर बन के रखना है। दिस इज यूजलेस कि हम कुछ होते हैं। ਜਿਹੜੇ ਪਤੀ ਕੋਲੋਂ ਪਤਨੀ ਡਰਦੀ ਆ ਉਹ ਘਾਟੇ 'ਚ ਹੈ। ਜਿਹੜੀ ਪਤਨੀ ਪਤੀ ਨੂੰ ਡਰਾ ਕੇ, ਸੱਸ ਨੂੰ ਡਰਾ ਕੇ, ਬੱਚਿਆਂ ਨੂੰ ਡਰਾ ਕੇ ਰੱਖਦੀ ਆ ਉਹ ਘਾਟੇ ਵਿੱਚ ਹੈ। ਜੋ ਬੇਟਾ ਆਪਣੀ ਮਾਂ ਨੂੰ ਡਰਾ ਸਕਦਾ ਹੈ ਨਾ, ਜਿਹੜੇ ਮਾਂ ਪਿਓ ਬੱਚਿਆਂ ਤੋਂ ਡਰਦੇ ਨੇ ਨਾ, ਉਹ ਬੱਚੇ ਘਾਟੇ 'ਚ ਨੇ। ਅੱਜ ਦੀ ਦੁਨੀਆ ਵਿੱਚ ਬੱਚਿਆਂ ਕੋਲੋਂ ਮਾਂ ਪਿਓ ਬਹੁਤ ਡਰਦੇ ਨੇ। ਕਿਹਾ ਜਾਂਦਾ ਹੈ ਜੋ ਸਾਰੀ ਦੁਨੀਆ ਤੋਂ ਕਿੱਥੇ ਨਹੀਂ ਹਾਰਿਆ, ਬੱਚਿਆਂ ਅੱਗੇ ਹਾਰਿਆ। ਇਹਦਾ ਮਤਲਬ ਬੱਚੇ ਡਰਾਉਂਦੇ ਨੇ, घर से चला जाऊंगा,
है ना। जिस पत्नी कहती है तुहानू छोड़ के चली जाऊंगी, पति कहता मैं छोड़ के चला जाऊंगा, किसी ऐसी जगह चला जाऊंगा, मर जाऊंगा, तेरा नाम तेरे भरा दा नाम ला जाऊंगा, इंज करते हैं ना। ये सारे पॉइंट्स ਤੁਹਾਡੇ ना क्वेश्चन ਦੇ ਨਾਲ PhD शुरू हो जाएंगे। सो हम कुछ होते हैं इसे खत्म करना है। मैं किसी ਨੂੰ नहीं डराना चाहता, भै काहू को देतना है, न भै मानत आन पर मैं किसी तो डरदा नहीं हाँ। मनु डर के नहीं रहना। समाज की कहेगा, तेरे पेके की कहणगे, ते सहुरे की कहणगे, गेट रिड ऑफ इट। सच नाल जीना है, डंके दी चोट ते जीना है, डर के नहीं जीना। हाँ जी, नेक्स्ट कमल जी, तुहाडा क्वेश्चन बहुत जोरदार सी। थैंक यू। एक क्वेश्चन ਸਾਨੂੰ ਆਇਆ ਹੈ ਕਨਵਲ ਕੁਕਰੇਜਾ ਭਾਜੀ ਤੋਂ। For developing an understanding of Guru Granth Sahib study in a daily life where a daily life requires 10 hours of work and family requires nourishing time, what is the one practice that we can start with? So ਜਿਹੜੀ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦਾ ਜਿੰਨਾ ਟਾਈਮ ਔਰ ਡੈਡੀਕੇਸ਼ਨ ਚਾਹੀਦੀ ਆ, ਇੰਕਲੂਡਿੰਗ ਜਿਹੜੇ ਬੰਦੇ ਕੰਮ ਕਰਦੇ 10 ਘੰਟੇ ਔਰ ਫੈਮਿਲੀ ਦੇ ਟਾਈਮ ਦਿੰਦੇ ਆ, ਇੱਕ ਸਟੈਪਿੰਗ ਸਟੋਨ ਪ੍ਰੈਕਟਿਸ ਕੀ ਹੈ ਜਿਹੜੀ ਅਸੀਂ ਡੇਲੀ ਸਟਾਰਟ ਕਰ ਸਕਦੇ ਹਾਂ ਟੂ ਲੀਡ ਅਸ ਟੂ ਦੈਟ ਲੈਵਲ? ਹਾਂਜੀ, ਜੇ ਤਾਂ ਤੁਹਾਡਾ ਕੁਐਸਚਨ ਕਿਸੇ ਦਾ ਇਹ ਹੈ ਕਿ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਸਿੱਧਾ PhD ਲੈਵਲ ਤੇ ਸਟੱਡੀ ਕਿਵੇਂ ਕਰਾਂ, ਤੇ ਵਾਕਈ ਫਿਰ ਤੇ ਇਕੁਏਸ਼ਨ ਬਹੁਤ ਡਿਫਿਕਲਟ ਹੋ ਗਈ ਹੈ। लेकिन ABC तो शुरू कर लो, ऊड़ा एड़ा सीख लो। 1-2 साल ऊड़ा एड़ा सीख के शुद्ध उच्चारण पढ़ना सीख लेना। जे तुहाडे कोल बहुत 150-200 साल की जिंदगी है तो तुसी होर 8-10 साल बाद थोड़ा थोड़ा पाठ करना शुरू कर देना। होर तुहाडे कोल 500 साल जिंदगी है तो तुसी होर आराम दे नाल उहदे अर्थ समझना शुरू कर देना। फिर होर 100-150 साल बाद उन्होंने प्रैक्टिकल किवें जीना इस पासे काम शुरू कर लेना। पर ਜਿਹੜੇ ਕਿਰਤ ਕਰਮ ਕੇ ਵਿਛੜੇ ਡਿਪਾਰਟਿਡ ਆਪਣੇ ਆਪ ਨੂੰ ਰੱਬ ਤੋਂ ਸਮਝਦੇ ਨੇ, ਜੇ ਉਹ ਰੱਬ ਦੇ ਨਾਲ ਛੇਤੀ ਮਿਲਣਾ ਚਾਹੁੰਦੇ, ਨਾ ਪ੍ਰਾਇੋਰਿਟੀ ਇਜ਼ ਯੋਰਸ। ਵਾਟ ਇਜ਼ ਇੰਪੋਰਟੈਂਟ? ਬੀਤ ਜੈ ਹੈ ਜਨਮ ਅਕਾਜਰੇ, ਅਨਫਰੂਟਫੁਲ एक्सरसाइज जवन न बीत ही ना जाए किधरे, भाई ध्यान रखना है। जितना छेती हो सकता है ले लो। जिन्हें क्वेश्चन किया वो आ सकते हैं स्टेज पे, अपना नाम बोलो। मेरा नाम है जी कमल कुकरेजा। कमल सिंह जी जी। अच्छा जी, ਤੁਸੀਂ ਜਵਾਬ ਤੇ ਦੇਤਾ ਹੈ और कोशिश ਤੇ शुरू हुई हुई है। वाह। और कई बार लगता है कि जो कोशिश कर रहे हैं वो ठीक कर रहे हैं कि नहीं, किरत करन की कोशिश करी दी है। और पर ਤੁਹਾਡਾ ਵਿਚਾਰ ਜਾਣਨਾ ਚਾਹੁੰਦਾ ਸੀ ਕਿ ਤੁਸੀਂ ਕਿਸ ਤਰ੍ਹਾਂ ਉਹਨੂੰ ਸੁਜੈਸਟ ਕਰੋਗੇ ਫॉर। ਕਮਲ ਜੀ, ਮੈਂ ਸੁਜੈਸ਼ਨ ਦੇਣ ਯੋਗ ਨਹੀਂ ਹਾਂ। ਮੈਨੂੰ ਬਸ ਇੰਜ ਲੱਗਦਾ ਇਟਸ ਜਸਟ ਸ਼ੇਅਰਿੰਗ ਕਿ ਅਸੀਂ ਬਾਣੀ ਨੂੰ ਇਸ ਤਰ੍ਹਾਂ ਨਹੀਂ ਵਰਤਣਾ ਕਿ ਗੁਰੂ ਕਿਵੇਂ ਖੁਸ਼ ਹੋਏਗਾ, ਗੁਰੂ ਦੀਆਂ ਖੁਸ਼ੀਆਂ ਜਾਂ ਰੱਬ ਨੂੰ ਖੁਸ਼ ਕਰਨ ਵਾਸਤੇ ਕੀ ਕੀਤਾ ਜਾਏ। ਬਾਣੀ ਨੂੰ ਇਸ ਕਰਕੇ ਸਮਝਣਾ ਹੈ, ਇਹਦੇ 'ਚੋਂ ਮੇਰੇ ਤੇ ਟੁਕਾ ਕੇ ਮੇਰਾ ਜੀਵਨ ਕਿਵੇਂ ਬਦਲਦਾ ਹੈ। ਆਪਣੇ ਡੇ ਟੂ ਡੇ ਰੂਟੀਨ, ਇਹਨਾਂ ਨੇ ਅੱਜ ਦੇ ਸੈਮੀਨਾਰ ਦਾ ਨਾਂ ਰੱਖਿਆ ਨਾ ਡੇਲੀ ਲਿਵਿੰਗ, ਐਵਰੀਡੇ ਲਿਵਿੰਗ, ਆਪਣੇ ਹਰ ਪਹਿਲੂ ਨਾਲ ਉਹਨੂੰ ਟੱਚ ਕਰਕੇ ਉਹਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਨਾ। ਜਿਹੜੇ ਅਰਥ ਮੈਨੂੰ ਹਿਸਟਰੀ 'ਚ ਲੈ ਜਾਣ, ਮੈਨੂੰ ਕੀ ਬਦਲਣਗੇ ਉਹ? ਜਿਹੜੇ ਅਰਥ ਮੈਨੂੰ ਮੇਰੇ ਤੇ ਟੁਕਾਣ, ਫਸਟ ਪਰਸਨ ਦੀ ਲੈਂਗੁਏਜ ਵਿੱਚ ਮੈਂ ਸਿੱਖਣਾ ਹੈ। ਕਾਹੇ ਪੂ ਝਗੜਾ ਤੋਂ ਸੰਗ ਬਾਪ, ਗੁਰੂ ਨਾਨਕ ਪਾਤਸ਼ਾਹ ਦੇ ਬੇਟਿਆਂ ਨਾਲ ਇਹ ਗੱਲ ਹੋਈ ਜਾਂ ਨਹੀਂ ਹੋਈ, ਇਤਿਹਾਸ ਆਪਣੀ ਜਗ੍ਹਾ ਹੈ, ਇਤਿਹਾਸ ਤੇ ਬਦਲ ਨਹੀਂ ਸਕਦੇ, ਇਟ ਹੈਪਨਡ। ਲੇਕਿਨ ਅੱਜ ਇਹ ਸ਼ਬਦ ਮੇਰੇ ਤੇ ਕਿਵੇਂ ਟੁਕਦਾ ਹੈ? ਮੇਰਾ ਮਨ ਸੰਤੋਖ ਰੂਪੀ ਪਿਤਾ ਦੇ ਨਾਲ ਲੜਾਈ ਕਰ ਰਿਹਾ ਹੈ। ਉਸ ਵੇਲੇ ਮੈਂ ਪ੍ਰੈਕਟੀਕਲ ਜੀਵਨ ਨਹੀਂ ਜੀ ਸਕਦਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਬਾਪ ਹੁੰਦਾ ਸੰਤੋਖ। ਵੈਨ ਆਈ ਐਮ ਫਾਈਟਿੰਗ ਅਗੇਂਸਟ ਕੰਟੈਂਟਮੈਂਟ, ਤਾਂ ਇਹ ਸ਼ਬਦ ਮੇਰੇ ਤੇ ਟੁਕ ਗਿਆ। ਹੁਣ ਇਹਦਾ ਮਤਲਬ ਮੈਨੂੰ ਝਗੜਾ ਨਹੀਂ ਕਰਨਾ। ਮੈਂ ਬਾਣੀ ਬੇਨਤੀ ਕਰਾਂਗਾ, ਰੱਬ ਜੀ ਝਗੜਾ ਇੱਕ ਨਿਬੇੜੋ ਰਾਮ, ਮੇਰਾ ਝਗੜਾ ਮੁਕਾਓ। ਝਗੜਾ ਮੁਕੇਗਾ ਤੇ ਮੈਨੂੰ ਕੀ ਪ੍ਰਾਪਤ ਹੋਏਗਾ ਕਮਲ ਜੀ? ਸੇ ਕੀ ਪ੍ਰਾਪਤ ਹੋਏਗਾ? ਇਹਦੇ ਮੁਤਾਬਕ ਸੰਤੋਖ। ਸੰਤੋਖ ਆ ਗਿਆ, ਬਾਪ ਨਾਲ ਲੜਾਈ ਖਤਮ ਹੋ ਗਈ। ਕਰੈਕਟ? ਇੰਜ ਸ਼ਬਦਾਂ ਨੂੰ ਆਪਣੇ ਤੇ ਟੁਕਾ ਕੇ ਸਮਝਣਾ ਹੈ। ਦੈਨ ਇਟ ਇਜ਼ ਗੁੱਡ ਟੂ
practice, it's easy to be practiced, to be a being of that. ठीक है? ਠੀਕ ਹੈ, ਇੱਕ ਕੋਸ਼ਿਸ਼ ਜਿਹੜੀ ਤੁਸੀਂ ਦੱਸੀ ਹੈਗੀ ਹੈ, ਇਹ ਕੋਸ਼ਿਸ਼ ਕੀਤੀ ਹੈ ਕਿ ਇੱਕ ਦੋ ਸ਼ਬਦ ਲੈ ਕੇ ਉਹਨਾਂ ਨੂੰ ਆਪਣੇ ਉੱਤੇ ਕਿਵੇਂ ਪ੍ਰੈਕਟਿਸ ਕਰਨਾ ਹੈ, ਔਰ ਉਹ ਹੀ ਕੋਸ਼ਿਸ਼ ਜਾਰੀ ਕੀਤੀ ਹੈ। ਪ੍ਰੋਬਲਮ ਦੈਟ ਹੈਪਨਸ ਇਜ਼ ਦੈਟ ਕਿਉਂਕਿ ਅੰਗਰੇਜ਼ੀ ਦੇ ਵਿੱਚ ਸਾਰੀ ਐਜੂਕੇਸ਼ਨ ਹੋਈ ਹੋਈ ਹੈ, ਔਰ ਇੱਥੇ ਦੇ ਬੱਚਿਆਂ ਦੀ ਵੀ ਸਾਡੇ ਬੱਚਿਆਂ ਦੀ ਵੀ ਇਹ ਦਿੱਕਤ ਹੋ ਜਾਂਦੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਨ ਜਾਂਦੇ ਹਾਂ ਅਸੀਂ, ਤੁਸੀਂ ਬੜਾ ਵਧੀਆ ਕਾਰਜ ਕਰ ਰਹੇ ਹੋ ਕਿ ਉਹਨੂੰ ਸਾਡੇ ਵਰਗੇ ਅਗਿਆਨੀਆਂ ਵਾਸਤੇ ਥੋੜ੍ਹਾ ਜਿਹਾ ਆਸਾਨ ਕਰਦੇ ਪਏ ਹੋ। ਦਿੱਕਤ ਉੱਥੇ ਹੋ ਜਾਂਦੀ ਹੈ ਕਿ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਨ ਜਾਈਏ ਅਤੇ ਲੈਂਗੁਏਜ ਜਾਂ ਵਰਡਸ ਜਿਹੜੇ ਨੇ ਉਹਨਾਂ ਦਾ ਇੰਟਰੀਕੇਸੀਜ਼ ਜਿਹੜੀਆਂ ਨੇ ਉਹ ਸਮਝ ਆਉਣ ਦੇ ਵਿੱਚ ਥੋੜ੍ਹੀ ਦਿੱਕਤ ਆ ਜਾਂਦੀ। ਥੈਂਕਸ ਫॉर ਸ਼ੇਅਰਿੰਗ। ਜਿਸ ਦਾ ਐਗਜ਼ਾਮਪਲ ਹੈ ਨਾ, ਏਕ ਓਂਕਾਰ ਤੋਂ ਗੁਰਪ੍ਰਸਾਦ ਸਾਡੀ ਪੁਸਤਕ ਹੈ ਗੋਡਲੀ ਕੁਆਲਿਟੀਜ਼, ਰੱਬੀ ਗੁਣ। ਉਹਦੇ ਵਿੱਚ ਅਸੀਂ ਸਮਝਿਆ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਦੇ ਮੈਨੇ ਮੇਰੇ ਤੇ ਕਿਵੇਂ ਟੁਕਦੇ ਨੇ। ਆਦ ਸੱਚ ਜੁਗਾਦ ਸੱਚ ਸਮਝਿਆ, ਉਹਦਾ ਨਾਂ ਰੱਬੀ ਰਜ਼ਾ ਰੱਖਿਆ। ਫਿਰ ਸਾਰਾ ਜਪਜੀ ਸਾਹਿਬ ਕਿਹਾ, ਸਾਰੇ ਜਪਜੀ ਸਾਹਿਬ ਵਿੱਚ ਮੈਨੂੰ ਕੀ ਸਮਝਾਇਆ ਜਾ ਰਿਹਾ। ਪਤਾਲਾਂ ਪਤਾਲ ਅਨੇਕਾਂ ਧਰਤੀਆਂ ਦੀ ਗੱਲ ਹੋ ਰਹੀ ਹੈ ਕਿ ਮੇਰੇ ਬਾਰੇ ਗੱਲ ਹੋ ਰਹੀ ਹੈ ਨਾ। ਮੁੰਦਾ ਸੰਤੋਖ ਸਰਮਪਾ ਝੋਲੀ, ਸਿੱਧਾ ਜੋਗੀ ਨਾਲ ਗੱਲ ਹੋਈ ਸੀ ਕਿ ਮੇਰੇ ਬਾਰੇ ਹੋ ਰਹੀ ਹੈ। ਇਸ ਤਰ੍ਹਾਂ ਅਸੀਂ ਉਸ ਨੂੰ ਪੂਰਾ ਲੜੀਵਾਰ ਸਮਝਣ ਦਾ ਯਤਨ ਕਰਕੇ ਆਪਣੇ ਤੇ ਟੁਕਾਉਂਦੇ ਆ ਨਾ, ਇਸ ਤਰ੍ਹਾਂ ਸਾਰੇ ਸ਼ਬਦ ਆਪਣੇ ਤੇ ਟੁਕਦੇ ਜਾਣਗੇ। ਉਸ ਪੱਖੋਂ ਬਸ ਸਮਝਣਾ ਹੈ ਨਾ। ਸਾਡੀਆਂ 16 ਸ਼ਬਦਾਂ ਦੀਆਂ ਪੁਸਤਕਾਂ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 2 ਉਹ ਹੋਰ ਬਣ ਰਹੀਆਂ ਨੇ। ਅਸੀਂ 5th ਵੋਲਿਊਮ ਤੱਕ ਕੰਮ ਕਰ ਚੁੱਕੇ ਹਾਂ। ਅਸੀਂ ਇਹ ਲੜੀਵਾਰ ਸ਼ਬਦ ਨਹੀਂ ਛਾਪ ਰਹੇ ਹਾਂ, ਐਸੋਰਟਿਡ, ਤਾਂ ਕਿ ਜੀਵਨ ਵਿੱਚ ਚੇਂਜ ਆ ਸਕੇ। ਪੂਤਾ ਮਾਤਾ ਕੀ ਸੀਸ ਜੋ ਮੰਗੇ ਠਾਕੁਰ ਆਪਣੇ ਤੇ, ਤਾਤੀ ਹੋਣ ਲੱਗ ਗਈ, ਟੁੱਟੀ ਜੰਜੀਰ, ਇਸ ਤਰੀਕੇ ਦੇ ਪਾਪੂਲਰ ਸ਼ਬਦ ਜਿਹੜੇ ਮਿਸਅੰਡਰਸਟੂਡ ਨੇ ਉਹ ਲੈ ਕੇ ਉਹਨਾਂ ਦੀ ਕਰਦੇ ਹਾਂ। ਪਰ ਜੋ ਤੁਹਾਡਾ ਇੰਟਰਸਟ ਹੈ, ਆਈ ਰੀਅਲੀ ਐਪਰੀਸ਼ੀਏਟ, ਦਿਸ ਇਜ਼ ਪਾਇਸ, ਦਿਸ ਇਜ਼ ਗੁੱਡ ਸਟੇਟ ਆਫ ਮਾਈਂਡ ਕਿ ਇਤਨੇ ਬਿਜ਼ੀ ਵਰਡ ਦੇ ਅੰਦਰ ਤੁਸੀਂ ਬਾਣੀ ਪੜ੍ਹ ਕੇ ਖੋਜਣਾ ਚਾਹੁੰਦੇ ਹੋ। ਆਈ ਰੀਅਲੀ ਐਪਰੀਸ਼ੀਏਟ ਕਮਲ ਸਿੰਘ ਜੀ, ਥੈਂਕਸ ਫॉर ਸ਼ੇਅਰਿੰਗ।